ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਸਤਿਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਭਗਤਾਰ। ਦੋਹਰਾ ਨਾਮ ਬਿਖੈ ਜਿਨ ਲਿਵ ਲਗੀ ਹਉਮੈ ਸਰਬ ਨਸਾਏ। ਤਿਨ ਸੰਤਨ ਬੰਦੋਂ ਚਰਨ ਉਚਰੋਂ ਕਥਾ ਬਨਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਨਾਮ ਬਿਖੈ ਜਿਨ ਲਿਵ ਲਗੀ ਹਉਮੈ ਸਰਬ ਨਸਾਏ। ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਉਤਰਾਰਧ ਧਿਆਏ 26ਵਾਂ। ਕਵੀ ਸੰਤੋਖ ਸਿੰਘ ਜੀ ਉਹਨਾਂ ਸੰਤਾਂ ਮਹਾਂਪੁਰਸ਼ਾਂ ਦੇ ਮਹਿਮਾ ਦੇ ਵਿੱਚ ਉਹਨਾਂ ਦੇ ਜਿਹੜੇ ਹਨ ਉਹਨਾਂ ਦੀ ਉਸਤਤ ਕਰਦਿਆਂ ਹੋਇਆਂ ਇੱਕ ਜਿਹੜੀ ਹਨ ਪ੍ਰਾਰਥਨਾ ਕਰਦੇ ਹਨ। ਨਾਮ ਬਿਖੈ ਜਿਨ ਲਿਵ ਲੱਗੀ, ਜਿਨ੍ਹਾਂ ਦੀ ਲਿਵ ਜਿਨ੍ਹਾਂ ਦੀ ਕੌਨਸਨਟ੍ਰੇਸ਼ਨ ਪਰਮਾਤਮਾ ਦੇ ਪਵਿੱਤਰ ਨਾਮ ਵਿੱਚ ਲੱਗੀ ਹੋਈ ਹੈ। ਹਉਮੈ ਸਰਬ ਨਸਾਏ। ਜਿਨ੍ਹਾਂ ਦੇ ਅੰਦਰੋਂ ਹਉਮੈ ਦਾ ਰੋਗ ਦੂਰ ਹੋ ਗਿਆ ਹੈ, ਜਿਨ੍ਹਾਂ ਦੇ ਅੰਦਰੋਂ ਮੈਂਪਣਾ ਜਾਂ ਈਗੋ ਜਿਹੜੀ ਹੈ ਅੰਦਰੋਂ ਮੁੱਕ ਗਈ ਹੈ। ਤਿਨ ਸੰਤਨ ਬੰਦੋਂ ਚਰਨ। ਉਹਨਾਂ ਦੇ ਜਿਹੜਾ ਹਨ ਚਰਨਾਂ ਤੇ ਐਸੇ ਸੰਤ ਮਹਾਪੁਰਸ਼ਾਂ ਦੇ ਚਰਨਾਂ ਤੇ ਮੈਂ ਬੰਦਨਾ ਕਰਦਾ ਹਾਂ, ਮੈਂ ਨਮਸਕਾਰ ਕਰਦਾ ਹਾਂ ਐਸੇ ਮਹਾਪੁਰਸ਼ਾਂ ਦੇ ਚਰਨਾਂ ਤੇ। ਉਚਰੋਂ ਕਥਾ ਬਨਾਏ। ਤੇ ਐਸਾ ਜਿਹੜਾ ਹੈ ਉਹਨਾਂ ਦੇ ਚਰਨਾਂ ਦਾ ਆਸਰਾ ਤੱਕ ਕਰਕੇ ਮੈਂ ਇਹ ਅੱਗੇ ਕਥਾ ਉਚਾਰਨ ਕਰਦਾ ਹਾਂ। ਇਹ ਕਥਾ ਜਿਹੜੀ ਹੈ ਕਵੀ ਸੰਤੋਖ ਸਿੰਘ ਜੀ ਉਹਨਾਂ ਮਹਾਪੁਰਸ਼ਾਂ ਦੇ ਚਰਨਾਂ ਤੇ ਮੱਥਾ ਰੱਖ ਕੇ ਪ੍ਰਾਰਥਨਾ ਕਰਕੇ ਸ਼ੁਰੂ ਕਰਦੇ ਹਨ। ਸ੍ਰੀ ਬਾਲਾ ਸੰਦਰਵਾਚ ਚੌਪਈ ਕਹਿ ਬਾਲਾ ਸ੍ਰੀ ਅੰਗਦ ਸੁਣੀਏ। ਭਾਈ ਬਾਲਾ ਜੀ ਸ੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਅੱਗੇ ਕਥਾ ਸੁਣੀਏ ਜੀ। ਰੁਚਿਰ ਕਥਾ ਗੁਣ ਗਨਿਯੁਤ ਗਨੀਏ। ਰੁਚਰ ਬਹੁਤ ਹੀ ਇੰਟਰਸਟਿੰਗ ਕਥਾ ਹੈ, ਬਹੁਤ ਹੀ ਰੁਚੀ ਵਧਾਉਣ ਵਾਲੀ, ਜਾਂ ਇਹ ਕਥਾ ਐਸੀ ਹੈ ਜਿਹਨੂੰ ਇੱਕ ਵਾਰੀ ਸੁਣ ਕੇ ਮੁੜ ਮੁੜ ਕੇ ਜੀ ਕਰਦਾ ਹੈ ਕਿ ਸੁਣੀ ਜਾਈਏ। ਸੋ ਐਸੀ ਰੁਚਰ ਜਿਹੜੀ ਕਥਾ ਹੈ ਜਿਹੜੀ ਕਿ ਗੁਣਾਂ ਦੇ ਸਹਿਤ ਹੈ, ਜਿਹਦੇ ਵਿੱਚ ਪਰਮਾਤਮਾ ਦੇ ਦੈਵੀ ਗੁਣਾਂ ਦਾ ਵਰਣਨ ਹੈ। ਪਰਮਾਤਮਾ ਆਪ ਇਸ ਧਰਤੀ ਤੇ ਆ ਕੇ ਉਸ ਗੁਣਾਂ ਨੂੰ ਡੈਮੋਨਸਟ੍ਰੇਟ ਆਪ ਕਰਕੇ ਆਪਾਂ ਨੂੰ ਸਿੱਖਿਆ ਦੇਣ ਵਾਲੇ ਯੁੱਤ ਗੁਣੀਏ ਉਹਨਾਂ ਦਾ ਵਿਚਾਰ ਕਰੀਏ ਕਿ ਐਸੇ ਗੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਪਰਮੇਸ਼ਰ ਨੇ ਪ੍ਰਗਟ ਹੋ ਕੇ ਸਾਨੂੰ ਸਿਖਾਏ ਹਨ। ਮਾਰਗ ਚਲੇ ਜਾਹੇ ਗਤ ਦਾਈ। ਮਾਰਗ ਰਸਤੇ ਵਿੱਚ ਚਲਦਿਆਂ ਹੋਇਆਂ ਉਹ ਗੁਰੂ ਨਾਨਕ ਜੋ ਗਤੀ ਮੁਕਤੀ ਨੂੰ ਦੇਣ ਵਾਲੇ ਹਨ। ਗੋਬਿੰਦ ਲੋਕ ਮਿਲੇ ਕੁਛ ਆਈ। ਗੋਬਿੰਦ ਲੋਕ ਕੁਝ ਸੰਤ ਲੋਕ ਜਿਹੜੇ ਹਨ ਰਸਤੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮਿਲੇ। ਸਭਨ ਪਦਨ ਪਰ ਬੰਧਨ ਠਾਨੀ। ਸਾਰਿਆਂ ਨੇ ਆ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਆ ਕੇ ਬੰਦਨਾ ਨਮਸਕਾਰ ਕੀਤੀ। ਬੈਠ ਗਏ ਉਚਰੀ ਮੁਖ ਬਾਣੀ। ਬੈਠ ਕਰਕੇ ਉਹਨਾਂ ਨੇ ਆਪਣੇ ਮੁਖ ਤੋਂ ਉਹ ਸੰਤ ਮਹਾਪੁਰਸ਼ਾਂ ਨੇ ਬੇਨਤੀ ਦੇ ਸ਼ਬਦ ਕਹੇ। ਰਾਵਰ ਸੁਜਸ ਸੁਨਾ ਸਭ ਥਾਈ। ਉਹਨਾਂ ਨੇ ਇਹ ਬੇਨਤੀ ਕੀਤੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਕਿ ਆਪ ਜੀ ਦੀ ਜੋ ਉਸਤਤ ਹੈ, ਜੋ ਸੂ ਜਸ ਹੈ, ਸ੍ਰਿਸ਼ਟ ਜਸ ਆਪ ਜੀ ਦਾ, ਆਪ ਜੀ ਦੀ ਪ੍ਰੇਸ ਅਸੀਂ ਸਾਰੇ ਥਾਵਾਂ ਤੋਂ ਸੁਣੀ ਹੈ। ਕੀਰਤ ਪਸਰ ਰਹੀ ਅਧਿਕਾਈ। ਆਪ ਜੀ ਦੀ ਜੋ ਕੀਰਤੀ ਹੈ, ਜੋ ਆਪ ਜੀ ਦੇ ਗੁਣਾਂ ਦੇ ਜੋ ਪ੍ਰੇਸ ਹੈ, ਆਪ ਜੀ ਦੀ ਗੁਣਾਂ ਦੇ ਜੋ ਮਹਿਮਾ ਹੈ ਉਹ ਪਸਰ ਰਹੀ ਹੈ। ਸਾਰੇ ਪਾਸੇ ਲੋਕਾਂ ਦੇ ਵਿੱਚ ਉਹ ਮਸ਼ਹੂਰ ਹੋ ਰਹੀ ਹੈ। ਸਾਰਿਆਂ ਦੇ ਕੰਨਾਂ ਤੱਕ ਆਪ ਜੀ ਦੀ ਪ੍ਰੇਸ ਪਹੁੰਚ ਰਹੀ ਹੈ। ਚਹਿਤ ਮਿਲਾਪ ਬੀਤਿਓ ਕਿਤ ਕਾਲਾ। ਅਸੀਂ ਕੁਝ ਲੰਮੇ ਸਮੇਂ ਤੋਂ ਲੈ ਕਰਕੇ ਉਡੀਕ ਕਰਦੇ ਸਾਂ ਵੀ ਕਦੋਂ ਆਪ ਜੀ ਦੇ ਦਰਸ਼ਨ ਹੋਣਗੇ, ਕਦੋਂ ਆਪ ਜੀ ਨਾਲ ਜਿਹੜੇ ਹਨ ਮੇਲੇ ਹੋਣਗੇ, ਜਿਸ ਕਰਕੇ ਇਹ ਲੋਚਨਾ ਸਾਡੇ ਮਨ ਦੇ ਵਿੱਚ ਕੁਝ ਚਰਦੀ ਹੈ। ਆਕਸ ਮਾਤਰ ਅਬ ਮਿਲੇ ਕਿਰਪਾਲਾ। ਦੇਖੋ ਜਦੋਂ ਪਾਤਸ਼ਾਹ ਜੀ ਜਦੋਂ ਆਪ ਜੀ ਨੇ ਆਪ ਹੀ ਕਿਰਪਾ ਕੀਤੀ ਤਾਂ ਅਚਾਨਕ ਹੀ ਹੁਣ ਐਸੇ ਜਿਹੜੇ ਮੇਲੇ ਹੋ ਗਏ, ਕਿਉਂਕਿ ਆਪ ਕਿਰਪਾ ਦੇ ਘਰ ਹੋ। ਹੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ, ਆਪ ਜੀ ਨੇ ਸਾਡੇ ਮਨ ਦੀ ਪ੍ਰਾਰਥਨਾ ਸੁਣੀ ਹੈ। ਕਰਨ ਸੰਭਾਖਣ ਰਾਵਰ ਸਾਥਾ। ਕਰਨ ਸੰਭਾਖਣ ਕਹਿਣ ਲੱਗੇ ਆਪ ਜੀ ਨਾਲ ਪ੍ਰਸ਼ਨ ਤੇ ਉੱਤਰ ਕਰਨ ਦੀ ਸਾਡੀ ਇੱਛਾ ਹੈ। ਆਪ ਜੀ ਨਾਲ ਗਿਆਨ ਚਰਚਾ ਕਰਨ ਦੀ ਬੜੀ ਇੱਛਾ ਹੈ ਸਾਡੇ ਮਨ ਵਿੱਚ ਕਿ ਸਾਨੂੰ ਵੀ ਕੁਝ ਪਰਮਾਤਮਾ ਦਾ ਗਿਆਨ ਪ੍ਰਾਪਤ ਹੋਵੇ। ਪੂਜਨ ਚਾਹੇ ਪ੍ਰਭੂ ਕੀ ਗਾਥਾ। ਅਸੀਂ ਪੁੱਛਣਾ ਚਾਹੁੰਦੇ ਹਾਂ ਉਸ ਪਰਮਾਤਮਾ ਦੀ ਗਾਥਾ, ਪਰਮਾਤਮਾ ਦੀ ਕਥਾ ਨੂੰ ਆਪ ਜੀ ਪਾਸੋਂ ਅਸੀਂ ਸੁਣਨਾ ਚਾਹੁੰਦੇ ਹਾਂ, ਸਿੱਖਣਾ ਚਾਹੁੰਦੇ ਹਾਂ। ਜੇ ਆਇਸ ਤੁਮ ਦੇਹੋ ਗੁਸਾਈ। ਜੇ ਹੁਣ ਤੁਸੀਂ ਆਪ ਜੀ ਆਗਿਆ ਦਿਓ ਤਾਂ ਅਸੀਂ ਇਸ ਵੇਲੇ
ਹੇ ਗੁਸਾਈ, ਹੇ ਸਾਰੇ ਧਰਤੀ ਦੇ ਮਾਲਕ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ। ਕਰਹਿ ਆਪਣੋ ਪ੍ਰਸੰਨ ਬਣਾਈ। ਤੇ ਅਸੀਂ ਹੁਣ ਆਪਣੇ ਪ੍ਰਸ਼ਨ ਕੁਐਸਚਨ ਜਿਹੜੇ ਹਨ ਆਪ ਜੀ ਦੇ ਅੱਗੇ ਪੇਸ਼ ਕਰੀਏ। ਆਪ ਜੀ ਦੇ ਜੇ ਆਗਿਆ ਹੋਵੇ ਤਾਂ ਸੁਨ ਕਰ ਸ੍ਰੀ ਗੁਰ ਗਿਰਾ ਉਚਾਰੀ। ਉਹਨਾਂ ਦੀ ਐਸੀ ਬੇਨਤੀ ਨੂੰ ਸੁਣ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਆਪਣੇ ਮੁਖਾਰਬਿੰਦ ਤੋਂ ਇਹ ਬਚਨ ਕੀਤੇ। ਤੁਮ ਬੂਝਨ ਪਰ ਹਉ ਬਲਿਹਾਰੀ। ਆਪ ਜੀ ਦੇ ਪੁੱਛਣ ਤੋਂ ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਿੰਨੇ ਆਨੰਦ ਵਿੱਚ ਆਏ। ਮਹਾਰਾਜ ਨੇ ਇਹ ਫੁਰਮਾਨ ਕੀਤਾ ਕਿ ਤੁਮ ਬੂਝਨ ਪਰ, ਤੁਹਾਡੇ ਪੁੱਛਣ ਤੋਂ ਮੈਂ ਆਪਣੇ ਆਪ ਨੂੰ ਨਿਵਾਰ ਕਰ ਦਵਾਂ, ਮੈਂ ਆਪਣੇ ਆਪ ਨੂੰ ਬਲਹਾਰਨੇ ਜਾਵਾਂ। ਕਹਿਣਗੇ ਆਪਣੇ ਆਪ ਤੋਂ ਮੈਂ ਤੁਹਾਡੇ ਉੱਤੇ ਕੁਰਬਾਨ ਜਾਵਾਂ ਕਿ ਤੁਸੀਂ ਅੱਜ ਪੁੱਛਣ ਲੱਗੇ ਹੋ ਉਸ ਪਰਮੇਸ਼ਰ ਦੀ ਗਾਥਾ ਜਿਹਨੂੰ ਕੋਈ ਵੀ ਨਹੀਂ ਪੁੱਛਦਾ। ਅੱਜ ਤੁਸੀਂ ਪੁੱਛਣ ਲੱਗੇ ਹੋ, ਬੜੀ ਖੁਸ਼ੀ ਹੋਈ ਹੈ। ਜਾਂ ਤੇ ਭਇਓ ਪ੍ਰੇਮ ਅਬਿਰਾਮੋ। ਜਾਂ ਤੇ ਇਸ ਕਰਕੇ ਸਾਡੇ ਮਨ ਵਿੱਚ ਬੜਾ ਪ੍ਰੇਮ ਹੈ, ਕਿਉਂਕਿ ਪ੍ਰੇਮ ਹੈ ਤੁਹਾਡੇ ਮਨ ਦੇ ਵਿੱਚ। ਇਹ ਪ੍ਰੇਮ ਕਰਕੇ, ਇਹ ਸੁੰਦਰ ਪ੍ਰੇਮ ਦੇ ਕਰਕੇ ਹੀ ਤੁਸੀਂ ਇਹ ਗਾਥਾ ਪੁੱਛਣ ਲੱਗੇ ਹੋ ਪਰਮਾਤਮਾ ਦੀ। ਕਿਉਂਕਿ ਜਿਹਦੇ ਨਾਲ ਕੁਝ ਸਰਬੰਧ ਹੋਵੇ ਆਪਾਂ ਉਹਦੇ ਬਾਰੇ ਪਤਾ ਕਰਦੇ ਆ ਨਾ। ਜੇ ਅੱਜ ਪ੍ਰੇਮ ਹੈ ਤੁਹਾਡੇ ਮਨ ਵਿੱਚ ਪਰਮੇਸ਼ਰ ਦਾ ਤਾਂ ਤੁਸੀਂ ਅੱਜ ਸਾਨੂੰ ਪੁੱਛਣ ਲੱਗੇ ਹੋ। ਹਰ ਚਰਚਾ ਭਗਤਨ ਕੋ ਕਾਮੋ। ਹਰ ਚਰਚਾ ਕਹਿਣ ਲੱਗੇ ਭਗਤਾਂ ਦਾ ਕੰਮ ਕੀ ਆ? ਪਰਮਾਤਮਾ ਦੀ ਚਰਚਾ ਕਰਨੀ ਹੀ ਤਾਂ ਕੰਮ ਹੈ ਨਾ। ਪੁੱਛਣਾ ਤੇ ਦੱਸਣਾ ਇਹੀ ਤਾਂ ਜਿਹੜੀ ਹੈ ਭਗਤਾਂ ਦਾ ਕੰਮ ਹੈ। ਇਸ ਵੇਦ ਸਫਰੀ ਘੜੀ ਬਿਹਾਵ ਹੈ। ਤੇ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਪੁੱਛ ਲੋ, ਕਿਉਂਕਿ ਇਹ ਘੜੀਆਂ ਫਿਰ ਸਫਲ ਹੋ ਜਾਣਗੀਆਂ। ਇਹ ਜਿਹੜੀ ਪਰਮਾਤਮਾ ਦੀ ਗਾਥਾ ਹੈ, ਪਰਮਾਤਮਾ ਦੀ ਕਥਾ ਹੈ, ਗਿਆਨ ਦੀ ਚਰਚਾ ਹੈ, ਇਹਦੇ ਕਰਕੇ ਜਿਹੜੀਆਂ ਘੜੀਆਂ ਜੀਵਨ ਦੀਆਂ ਹੁੰਦੀਆਂ ਹਨ ਉਹ ਸਫਲ ਹੋ ਜਾਂਦੀਆਂ ਹਨ। ਗਿਆਨ ਕਥਾ ਕੋ ਸੁਨਹਿ ਸੁਨਾਵ ਹੈ। ਗਿਆਨ ਦੀ ਕਥਾ ਨੂੰ ਸੁਣਨਾ ਤੇ ਸੁਣਾਉਣਾ ਇਹ ਜਿਹੜਾ ਹਨ ਜੀਵਨ ਦੀ ਸਫਲਤਾ ਹੈ, ਸਮੇਂ ਦੀ ਸਫਲਤਾ ਹੈ ਇਹਦੇ ਵਿੱਚ। ਦੋਹਰਾ ਸੰਤ ਕਹੈ ਕਰਤਾਰ ਜੋ ਕੈਸੇ ਤਾਹੇ ਬਣਾਏ। ਹੁਣ ਇਹ ਸੰਤ ਲੋਕ ਜਿਹੜੇ ਹਨ ਇਹਨਾਂ ਨੇ ਪਹਿਲਾ ਕੁਐਸਚਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੱਗੇ ਰੱਖਿਆ। ਕਹਿੰਦੇ ਕਰਤਾਰ ਜੋ ਕਰਤਾਰ ਕ੍ਰੀਏਟਰ ਹੈ, ਇਹ ਸਾਰੇ ਹੀ ਸੰਸਾਰ ਦੇ ਬਣਾਉਣ ਵਾਲਾ, ਕਹਿੰਦੇ ਕੈਸੇ ਤਾਹੇ ਬਣਾਏ। ਕਹਿਣ ਲੱਗੇ ਪਰਮਾਤਮਾ ਨੂੰ ਕਿਹਨੇ ਬਣਾਇਆ? ਜਿਹਨੇ ਇਹ ਸਾਰੀ ਰਚਨਾ ਕੀਤੀ ਹੈ ਪਰਮਾਤਮਾ ਨੇ, ਤੇ ਪਰਮਾਤਮਾ ਨੂੰ ਬਣਾਉਣ ਵਾਲਾ ਕੌਣ ਹੈ? ਪਰਮਾਤਮਾ ਕਿਵੇਂ ਬਣਿਆ? ਰੂਪ ਰੰਗ ਜਸ ਚਿਹਨ ਹੈ ਸੋ ਤੁਮ ਦੇਹੋ ਸੁਨਾਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸੰਤ ਲੋਕ ਪੁੱਛਦੇ ਹਨ ਕਿ ਪਰਮਾਤਮਾ ਦਾ ਰੂਪ ਕੈਸਾ ਹੈ, ਉਹਦਾ ਫਾਰਮ ਕੈਸਾ ਹੈ, ਉਹਦਾ ਰੰਗ, ਉਹਦਾ ਕਲਰ ਕੈਸਾ ਹੈ, ਜਸ ਚਿਹਨ, ਉਹਦਾ ਨਿਸ਼ਾਨੀਆਂ ਜਿਹੜੀਆਂ ਹਨ ਉਹਦੀ ਬਾਡੀ ਦੀਆਂ, ਉਹਦੇ ਸਰੀਰ ਦੀਆਂ ਕੈਸੀਆਂ ਹਨ। ਸੋ ਤੁਮ ਦੇਹੋ ਸੁਨਾਏ, ਸਾਨੂੰ ਸੁਣਾਉਣਾ ਕਰੋ ਵੀ ਪਰਮਾਤਮਾ ਦੇਖਣ ਨੂੰ ਕੈਸਾ ਲੱਗਦਾ ਹੈ। ਚੌਪੇ ਸਭ ਪਰਮਾਨ ਬਤਾਵ ਹੋ ਤਿਹ ਕੋ। ਮਹਾਰਾਜ ਨੂੰ ਪੁੱਛਦੇ ਹਨ ਕਿ ਪਰਮਾਨ, ਸਾਨੂੰ ਪਰਮਾਨ ਦੇ ਕੇ, ਐਗਜ਼ਾਮਪਲਸ ਦੇ ਕਰਕੇ ਸਾਨੂੰ ਇਹ ਸਾਰਾ ਜਿਹੜਾ ਪਰਮਾਤਮਾ ਦਾ ਗਿਆਨ, ਜਿਹੜਾ ਪਰਮਾਤਮਾ ਦਾ ਜਿਹੜਾ ਵਿਸ਼ਨ ਹੈ, ਜਾਂ ਪਰਮਾਤਮਾ ਦਾ ਜਿਹੜਾ ਹੈ ਦੇਖਣ ਮਾਤਰ ਪਰਮਾਤਮਾ ਕੈਸੇ ਲੱਗਦੇ ਹਨ, ਉਹ ਪਰਮਾਨ ਐਗਜ਼ਾਮਪਲਸ ਦੇ ਕੇ ਸਾਨੂੰ ਸਮਝਾਉਣਾ ਕਰੋ। ਸੁਰ ਨਰ ਖੋਜਤ ਫਿਰ ਹੀ ਜਿਹ ਕੋ। ਦੇਖੋ ਪਰਮਾਤਮਾ ਨੂੰ ਲੱਭਣ ਵਾਲੇ ਦੇਵਤੇ ਵੀ ਹਨ ਤੇ ਪਰਮਾਤਮਾ ਨੂੰ ਨਰ ਮਨੁੱਖ ਵੀ ਲੱਭਦੇ ਹਨ। ਸਾਰੇ ਖੋਜਦੇ ਹਨ ਉਸ ਪਰਮਾਤਮਾ ਨੂੰ। ਸਾਰੇ ਲੋਕ, ਸਾਰੇ ਦੇਵਤੇ ਉਸ ਪਰਮਾਤਮਾ ਨੂੰ ਹੀ ਲੱਭਦੇ ਹਨ। ਇਸ ਪ੍ਰਕਾਰ ਸੋ ਉਤਪਤ ਭਇਓ। ਉਹ ਪਰਮਾਤਮਾ ਦੀ ਉਤਪਤੀ ਕਿਵੇਂ ਹੋਈ? ਪਰਮਾਤਮਾ ਕਿਵੇਂ ਬਣਿਆ? ਸਭ ਤੋਂ ਪਹਿਲਾਂ ਇਹ ਪੁੱਛਿਆ ਉਹਨਾਂ ਨੇ ਵੀ ਪਰਮਾਤਮਾ ਬਾਰੇ ਦੱਸੋ, ਵੀ ਪਰਮਾਤਮਾ ਕਿਵੇਂ ਬਣਿਆ, ਕੈਸਾ ਹੈ ਦੇਖਣ ਨੂੰ। ਕਿਦੋਂ ਆਪ ਹੀ ਤੇ ਬਣ ਗਇਓ। ਕਿਦੋਂ ਆਪ ਤੇ ਹੀ ਬਣ ਗਇਓ, ਕਿ ਜਾਂ ਤਾਂ ਫਿਰ ਪਰਮਾਤਮਾ ਆਪਣੇ ਆਪ ਤੋਂ ਹੀ ਬਣਿਆ ਹੈ, ਜਿਹੜਾ ਆਪਾਂ ਸਹਿ ਭੰਗ ਕਹਿੰਦੇ ਹਾਂ। ਸੋ ਕਹਿੰਦੇ ਜਾਂ ਤਾਂ ਫਿਰ ਪਰਮਾਤਮਾ ਆਪਣੇ ਆਪ ਤੋਂ ਹੀ ਉਹਨੇ ਆਪਣੀ ਰਚਨਾ ਕੀਤੀ ਹੈ। ਤੁਮ ਹੋ ਮਿਲੇ ਭੇਵ ਸਭ ਜਨ ਹੋ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਕਹਿੰਦੇ ਸੰਤ ਲੋਕ ਤੁਮ ਹੋ ਮਿਲੇ। ਕਹਿੰਦੇ ਤੁਸੀਂ ਉਹਨਾਂ ਨਾਲ ਮਿਲੇ ਹੋਏ ਹੋ, ਤੁਸੀਂ ਤਾਂ ਉਹਨਾਂ ਨੂੰ ਦੇਖਿਆ ਹੋਇਆ ਹੈ। ਇਸ ਕਰਕੇ ਭੇਵ ਸਭ ਜਾਣੋ, ਤੁਸੀਂ ਸਾਰਾ ਭੇਦ ਜਾਣਦੇ ਹੋ ਆਪ। ਪਰਾ ਉਰਾ ਲਖ ਲੇਤ ਪਛਾਨੋ। ਪਰਾ ਤੇ ਉਰਾ, ਉਰਲਾ ਜਿਹੜਾ ਕਿਨਾਰਾ ਤੇ ਪਰਲਾ ਕਿਨਾਰਾ, ਮਤਲਬ ਕਿ ਆਦ ਤੋਂ ਲੈ ਕੇ ਅੰਤ ਤੱਕ ਹੇ ਗੁਰੂ ਨਾਨਕ ਤੁਸੀਂ ਤਾਂ ਜਾਣਦੇ ਹੋ ਨਾ, ਤੁਸੀਂ ਤਾਂ ਪਛਾਣਦੇ ਹੋ। ਇਸ ਕਰਕੇ ਅਸੀਂ ਤੁਹਾਨੂੰ ਪੁੱਛਿਆ ਹੈ। ਇਹ ਜਿਹੜੇ ਹਨ ਉਹਨਾਂ ਨੇ ਪਹਿਲਾ ਕੁਐਸਚਨ ਗੁਰੂ ਨਾਨਕ ਸਾਹਿਬ ਮਹਾਰਾਜ ਅੱਗੇ ਇਹ ਪ੍ਰਸ਼ਨ ਰੱਖਿਆ। ਸੁਨ ਗੁਣ ਖਾਨੀ ਉਚਰੀ ਬਾਣੀ। ਇਹ ਜਿਹੜਾ ਸਵਾਲ ਸੁਣ ਕਰਕੇ ਗੁਨਾਹ ਦੀ ਖਾਨ, ਗੁਨਾਹ ਦੇ ਟ੍ਰੈਸ਼ਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਜਿਹੜੇ ਹਨ ਬਚਨ ਕੀਤੇ। ਆਹੋ ਸੰਤ ਤੇ ਅੰਤ ਨਾ ਜਾਣੀ। ਕਹਿ ਲਗੇ ਹੇ ਸੰਤ ਲੋਕੋ, ਉਸ ਪਰਮਾਤਮਾ ਦਾ ਕੋਈ ਅੰਤ ਨਹੀਂ ਜਾਣ ਸਕਦਾ। ਕੌਣ ਜਾਣ ਸਕਦਾ ਵੀ ਪਰਮਾਤਮਾ ਕਿੱਡਾ ਕੁ ਹੈਗਾ, ਕਿੰਨਾ ਕੁ ਉਹਦਾ ਵਿਸਤਾਰ ਹੈ,
ਉਹ ਕੀ ਹੈ, ਉਸ ਦਾ ਅੰਤ ਕੋਈ ਨਹੀਂ ਜਾਣ ਸਕਦਾ। ਕਹਿਨ ਬੇਅੰਤ ਅੰਤ ਇਹ ਆਹੀ। ਦੇਖੋ ਉਸ ਪਰਮਾਤਮਾ ਨੂੰ ਬੇਅੰਤ ਕਹਿਣ ਦੇ ਵਿੱਚ ਹੀ ਇਹ ਅੰਤ ਹੈ। ਜੇ ਅੰਤ ਪਾਉਣਾ ਨਾ, ਪਰਮਾਤਮਾ ਨੂੰ ਬੇਅੰਤ ਕਹਿ ਕੇ ਹੀ ਕਰਨਾ ਪੈਣਾ ਹੈ। ਉਸ ਪਰਮਾਤਮਾ ਦਾ ਬੇਅੰਤ ਕਹਿ ਕੇ ਹੀ ਅੰਤ ਇਹ ਆਹੀ, ਇਹ ਹੀ ਅੰਤ ਹੈ ਆਪਣੀ ਸਮਝ ਦਾ। ਜਦੋਂ ਆਪਣੀ ਬਿਰਤੀ ਬੇਅੰਤ ਵਿੱਚ ਜਾ ਕੇ ਰਚੇਗੀ, ਦੇਖੋ ਮਨੁੱਖ ਜਿਹੜੇ ਹੁੰਦੇ ਹਨ ਉਹਨਾਂ ਨੇ ਆਪਣੀ ਸਮਝ ਦਾ ਇੱਕ ਲਿਮਿਟ ਬਣਾਇਆ ਹੁੰਦਾ ਹੈ। ਹਰ ਇੱਕ ਚੀਜ਼ ਜੋ ਮਨੁੱਖ ਬਣਾਉਂਦਾ ਹੈ ਉਹਦੀ ਇੱਕ ਲਿਮਿਟ ਬਣਦੀ ਹੈ। ਉਹ ਲਿਮਿਟ ਜਾਂ ਉਹ ਹੱਦ ਤੋਂ ਪਰੇ ਨਹੀਂ ਜਾਂਦਾ। ਦੇਖੋ ਜੇ ਪਰਮਾਤਮਾ ਦਾ ਅੰਤ ਪਾਉਣਾ ਹੈ ਤਾਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਬੇਅੰਤ ਤੱਕ ਜਾਓ। ਜੇ ਬੇਅੰਤ ਆਪਣੀ ਹੱਦ ਨੂੰ ਤੋੜ ਦਿਓ, ਆਪਣੇ ਮਨ ਦੀ ਸਮਝ ਨੂੰ, ਆਪਣੇ ਗਿਆਨ ਦੀ ਹੱਦ ਨੂੰ, ਆਪਣੀ ਜਿਹੜੀ ਇੰਟੈਲੈਕਚੁਅਲ ਦੀ ਕੰਧ ਨੂੰ ਤੋੜ ਦਿਓ, ਅੱਗੇ ਚਲੇ ਜਾਓ, ਉਹ ਪਰਮਾਤਮਾ ਹੈ, ਕਿਉਂਕਿ ਪਰਮਾਤਮਾ ਬੇਅੰਤ ਹੈ। ਦੇਖੋ ਇੱਥੇ ਹੁਣ ਇੱਕ ਗੱਲ ਜਿਹੜੀ ਗੁਰੂ ਨਾਨਕ ਸਾਹਿਬ ਜੀ ਨੇ ਸਮਝਾਈ ਹੈ ਬੜੀ ਗੁੱਝੀ ਹੈ। ਪਰਮਾਤਮਾ ਨੂੰ ਸਮਝਣ ਲੱਗਿਆਂ ਜੇ ਆਪਾਂ ਆਪਣੀ ਹੱਦ ਵਿੱਚ ਰਹੀਏ, ਆਪਣੇ ਗਿਆਨ ਦੇ, ਆਪਣੇ ਸਰੀਰਕ ਕੈਪੇਬਿਲਿਟੀ ਵਿੱਚ ਰਹੀਏ, ਆਪਣੇ ਜਿਹੜੇ ਹਨ ਆਪਣੇ ਜਿਹੜੇ ਵਿਦਿਆ ਦੇ ਦਾਇਰੇ ਵਿੱਚ ਰਹਿ ਕੇ ਆਪਾਂ ਕਰਨਾ ਕਰੀਏ, ਨਹੀਂ ਹੋ ਸਕਦਾ। ਕਿਉਂਕਿ ਪਰਮਾਤਮਾ ਨੂੰ ਜਿਹੜਾ ਹੈ ਉਸ ਦਾ ਅੰਤ ਉਸ ਦੇ ਬੇਅੰਤ ਵਿੱਚ ਹੈ। ਜੇ ਆਪਾਂ ਉਸ ਹੱਦ ਨੂੰ ਪਾਰ ਕਰਕੇ ਜਾਵਾਂਗੇ ਤਾਂ ਕਿਤੇ ਜਾ ਕੇ ਪਰਮਾਤਮਾ ਦਾ ਬੇਅੰਤ ਸਰੂਪ ਦੇ ਵਿੱਚ ਲੀਨ ਹੋਵਾਂਗੇ। ਔਰ ਨਾ ਤਹਿ ਕੋ ਜਾਣਿਓ ਜਾਹੀ। ਦੇਖੋ ਔਰ ਕੋਈ ਵੀ ਉਹਨੂੰ ਜਾਣ ਨਹੀਂ ਸਕਦਾ। ਹੋਰ ਕੋਈ ਤਰੀਕਾ ਨਹੀਂ ਪਰਮਾਤਮਾ ਨੂੰ ਜਾਣਨ ਦਾ, ਬਜਾਏ ਉਸਨੂੰ ਬੇਅੰਤ ਹੀ ਕਹਿਣਾ ਹੈ। ਦੁਆ ਦਸ ਮਾਸ ਬਰਖ ਹੈ ਜੋਈ। ਦੇਖੋ ਫਿਰ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਹਨੂੰ ਆਪਾਂ ਗਿਆਨ ਕਹਿੰਦੇ। ਹੁਣ ਜਿਹੜੀ ਹੁਣ ਗੱਲ ਚੱਲ ਰਹੀ ਹੈ ਨਾ, ਇਹ ਗਿਆਨ ਦੀ ਹੈ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਗਿਆਨ ਸਮਝਾ ਰਹੇ ਹਨ ਵੀ ਉਹ ਪਰਮਾਤਮਾ ਨੂੰ ਜੇ ਆਪਾਂ ਬੇਅੰਤ ਕਹਿੰਦੇ ਹਾਂ, ਟੂ ਵਾਟ ਲਿਮਿਟ ਪਰਮਾਤਮਾ ਬੇਅੰਤ ਹੈ। ਹੁਣ ਦੇਖੋ ਆਪਾਂ ਨੂੰ ਕਈ ਵਾਰੀ ਅੰਦਾਜ਼ਾ ਨਹੀਂ ਲੱਗਦਾ ਵੀ ਉਹ ਬੇਅੰਤ ਹੈ, ਕਿੰਨਾ ਕੁ ਬੇਅੰਤ ਹੋਵੇਗਾ, ਕਿੱਥੋਂ ਤੱਕ ਉਹਦਾ ਜਿਹੜਾ ਹਨ ਬੇਅੰਤ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇਵਤਿਆਂ ਨੂੰ ਲੰਦੇ ਹਨ, ਕਿਉਂਕਿ ਦੇਖੋ ਮਨੁੱਖ, ਆਪਾਂ ਸਾਰੇ ਮਨੁੱਖ ਹਾਂ। ਮਨੁੱਖਾਂ ਦੀ ਹੱਦਬੰਦੀ ਦਾ ਆਪਾਂ ਨੂੰ ਪਤਾ ਹੀ ਹੈ, ਆਪਣੀ ਉਮਰ ਕਿੰਨੀ ਹੈ, ਆਪਣੇ ਸਵਾਸ ਹਨ, ਜਾਨਵਰਾਂ ਦੇ ਵੀ ਆਪਾਂ ਨੂੰ ਪਤਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਥੇ ਐਗਜ਼ਾਮਪਲ ਵਰਤਿਆ ਦੇਵਤਿਆਂ ਦਾ। ਸੋ ਮਹਾਰਾਜ ਜੀ ਕਹਿੰਦੇ ਹਨ ਦੁਆਦਸ ਮਾਸ ਬਰਖ ਹੈ ਜੋਈ। ਕਹਿੰਦੇ ਹੁਣ ਦੇਖੋ ਆਮ ਆਪਣਾ ਜਿਹੜਾ ਟਾਈਮ ਹੈ, ਟਾਈਮ ਜਿਹੜਾ ਆਪਣਾ ਇਸ ਸੰਸਾਰ ਵਿੱਚ ਹੈ 12 ਮਹੀਨੇ ਹਨ, 12 ਮੰਥਸ ਹਨ। 12 ਮੰਥਸ ਦਾ ਇੱਕ ਸਾਲ, ਇੱਕ ਈਅਰ ਬਣਦਾ ਹੈ। ਨਿਸ ਦਿਨ ਏਕ ਸੁਰਨ ਕੋ ਸੋਈ। ਦੇਖੋ ਜਦੋਂ ਆਪਣਾ ਇੱਕ ਸਾਲ ਬੀਤਦਾ ਹੈ, ਇਹ ਇੱਕ ਸਾਲ ਜਦੋਂ ਬੀਤਦਾ ਹੈ, ਦੇਵਤਿਆਂ ਦਾ ਡੇ ਐਂਡ ਨਾਈਟ 1 ਡੇ ਬਣਦਾ ਹੈ। ਇੱਕ ਡੇ ਇੱਕ ਨਾਈਟ ਬਣਦਾ ਹੈ। ਆਪਣਾ ਇੱਕ ਸਾਲ ਇਹ ਧਰਤੀ ਦਾ ਟਾਈਮ ਹੈ, ਸਵਰਗਾਂ ਹੈਵਨ ਦੇ ਵਿੱਚ ਉਹ ਸਿਰਫ ਇੱਕ ਦਿਨ ਹੈ, 1 ਡੇ ਐਂਡ 1 ਨਾਈਟ, ਬਸ ਉਹ ਆ ਦੇਵਤਿਆਂ ਦਾ। ਸੋ ਇਕੁਅਲਨ ਜਿਹੜਾ ਹੈ ਇੱਥੇ ਧਰਤੀ ਦੇ 365 ਡੇਜ਼ ਜਦੋਂ ਬੀਤਦੇ ਹਨ, ਦੇਵਤਿਆਂ ਦਾ ਸਿਰਫ ਇੱਕ ਡੇ ਬੀਤਦਾ ਹੈ, ਇੱਕ ਦਿਨ ਬੀਤਦਾ ਹੈ। ਦੁਐਸ ਹੰਸਰ ਜੁਗ ਸੁਰ ਕੋ ਹੋਏ। ਹੁਣ ਜਿਹੜੇ ਦੇਵਤਿਆਂ ਦੀ ਉਮਰ ਕਿੰਨੀ ਹੈ? ਦੇਵਤਿਆਂ ਦੀ ਏਜ ਹੈਗੀ ਆ 2000 ਈਅਰਸ ਵਾਸਤੇ ਉਹ ਜਿਉਂਦੇ ਨੇ। ਉਹਨਾਂ ਦੀ ਏਜ ਹੈਗੀ ਆ 2000 ਈਅਰਸ। ਸੋ ਹੁਣ 2000 ਈਅਰਸ ਜਿਹੜੇ ਹਨ ਇਹ ਦੇਵਤਿਆਂ ਦੀ ਲਾਈਫ ਟਾਈਮ ਹੈ। ਤੇ ਜੇ ਆਪਾਂ ਇਹ ਧਰਤੀ ਦੇ ਟਾਈਮ ਨਾਲ ਦੇਖੀਏ ਤਾਂ 365 ਡੇਜ਼ ਜਿਹੜੇ ਆ ਆਪਾਂ ਮਲਟੀਪਲਾਈ ਕਰੀਏ 2000 ਦੇ ਨਾਲ, ਆਪਣੇ ਜਿਹੜੇ ਹਨ ਧਰਤੀ ਦੇ ਅਰਥ ਈਅਰਸ ਬਣਦੇ ਹਨ 730,000 ਈਅਰਸ, ਜਿਹੜਾ ਹਨ 730 ਲੱਖ ਸਾਲ ਬਣਦੇ ਹਨ ਇਹ ਧਰਤੀ ਦੇ। ਸੋ ਇੰਨਾ ਸਮਾਂ ਬੀਤ ਜਾਂਦਾ ਹੈ ਤੇ ਇਹ ਜਿਹੜੀ ਉਮਰ ਹੈ ਇੱਕ ਦੇਵਤੇ ਦੀ ਉਮਰ ਹੈ 730,000 ਈਅਰਸ, ਇੱਕ ਦੇਵਤੇ ਦੀ ਉਮਰ। ਬ੍ਰਹਮੇ ਕੋ ਨਿਸ ਦਿਨ ਹੈ ਸੋਏ। ਓਕੇ, ਹੁਣ ਜਦੋਂ ਇੱਕ ਜਿਹੜੇ ਹਨ ਇੱਕ ਦੇਵਤੇ ਦੀ ਸਾਰੀ ਉਮਰ ਬੀਤ ਜਾਂਦੀ ਹੈ, ਉਹ ਬਣਦਾ ਹੈ ਜਿਹੜਾ ਹੈ ਬਰਮਾ ਦਾ ਇੱਕ ਰਾਤ ਤੇ ਇੱਕ ਦਿਨ। ਸੋ ਉਹ ਬਰਮੇ ਦਾ ਇੱਕ ਦਿਨ ਤੇ ਇੱਕ ਰਾਤ ਬਣਦੀ ਹੈ ਜਦੋਂ 730,000 ਈਅਰਸ ਅਰਥ ਈਅਰਸ ਜਦੋਂ ਬੀਤਦੇ ਹਨ, ਬਰਮੇ ਦਾ ਇੱਕ ਦਿਨ ਇੱਕ ਰਾਤ ਬੀਤਦੀ ਹੈ। ਆਸਨ ਇਸ ਦਿਨ ਕੇ ਸੰਮਤ 7 ਹੈ। ਹੁਣ ਜਦੋਂ ਐਸੇ ਦਿਨ ਤੇ ਰਾਤ 100 ਬੀਤ ਜਾਂਦੇ ਹਨ, ਉਹ ਉਮਰ ਹੁੰਦੀ ਆ ਬਰਮਾ ਦੀ। ਸੋ ਅੱਗੇ ਜਿਹੜਾ ਹੈ ਬਰਮਾ ਦੀ ਉਮਰ ਜਿਹੜੀ ਹੈ ਕਿੰਨੀ ਕੁ ਹੈ? ਸੋ ਬ੍ਰਹਮੇ ਕੀ ਬੈਸ ਗਿਣਤ ਹੈ। ਹੁਣ ਜੇ ਬਰਮਾ ਦੀ ਬੈਸ ਜਿਹੜੀ ਹੈ ਉਮਰ ਨੂੰ ਆਪਾਂ ਗਿਣਨਾ ਕਰੀਏ ਤਾਂ ਅਰਥ ਈਅਰਸ ਵਿੱਚ ਉਹ ਬਣਦੀ ਹੈ ਹੁਣ 730,000 ਜਾਂ ਜਿਹੜਾ 730 ਲੱਖ ਵੀ ਕਹਿ ਦਈਏ। ਸੋ ਜਿਹੜਾ 730,000
ਮਲਟੀਪਲਾਈ ਬਾਈ 365 ਕਰ ਲਈਏ ਤੇ ਟਾਈਮਸ 100, ਉਹ ਬਣ ਗਿਆ ਜਿਹੜਾ 7 ਜਿਹੜਾ ਹਨ। ਸੋ ਇੰਨੀ ਉਮਰ ਨੂੰ ਲੈ ਕੇ ਕੈਲਕੂਲੇਸ਼ਨ ਦੇ ਵਿੱਚ ਤਾਂ ਇਹ ਬਣਦਾ ਹੈ ਅਰਥ ਈਅਰਸ ਜਿਹੜੇ ਹਨ ਬਣਦੇ ਹਨ 26,645 ਮਿਲੀਅਨ ਈਅਰਸ। ਸੋ ਇੰਨਾ ਉਹ ਜਿਹੜੇ ਹਨ ਬਣਦੇ ਹਨ ਉਸਦੇ ਜਿਹੜੇ ਹਨ ਬਰਮਾ ਦਾ ਇੱਕ ਲਾਈਫ। ਸੋ ਜਾਂ ਕਹਿ ਲਈਏ 26.645 ਬਿਲੀਅਨ ਈਅਰਸ। ਸੋ ਇੰਨੇ ਧਰਤੀ ਦੇ ਸਾਲ ਹਨ, ਇੱਕ ਉਮਰ ਹੈ ਬਰਮਾ ਦੀ। ਤੇ ਉਸ ਤੋਂ ਬਾਅਦ ਹੈ ਬਿਸਨ ਕੋ ਨਿਸ ਦਿਨ ਸੋਈ। ਹੁਣ ਬਰਮਾ ਦੀ ਸਾਰੀ ਏਜ ਜਿਹੜੀ ਹੈ ਵਿਸ਼ਨੂੰ ਦਾ 1 ਡੇ ਐਂਡ 1 ਨਾਈਟ ਬਣਦਾ ਹੈ। ਹੁਣ ਵਿਸ਼ਨੂੰ ਦੀ ਉਮਰ ਤਾਂ ਉਹ ਤੋਂ ਵੀ ਵੱਡੀ ਹੈ। ਬਰਖ ਸਹਿਸ ਅਸ ਜਬ ਤਿਸ ਹੋਈ। ਸੋ ਬਰਖ ਸਹਿਸ ਹੁਣ 1,1000 ਸਾਲ ਵਿਸ਼ਨੂੰ ਦੀ ਉਮਰ ਹੈ। ਉਸ ਹਿਸਾਬ ਨਾਲ ਜੇ ਦੇਖੀਏ ਤਾਂ ਬਣਦਾ ਕੀ ਹੈ ਜਿਹੜਾ ਹੈ 26,645 ਮਿਲੀਅਨ ਮਲਟੀਪਲਾਈ ਕਰ ਲੋ ਜਿਹੜਾ ਹੈ 1000 ਦੇ ਨਾਲ 1000 ਦੇ ਨਾਲ ਬਣਦਾ ਹੈ 26,645 ਬਿਲੀਅਨ ਈਅਰਸ। ਇੰਨੀ ਉਮਰ ਜਿਹੜੀ ਅਰਥ ਈਅਰਸ ਦੀ ਬਣਦੀ ਹੈ ਵਿਸ਼ਨੂੰ ਦੀ। ਤਬ ਤਨ ਤਜਨ ਹੋ ਬਿਸਨ ਪਰਮਾਨ ਹੋ। ਦੇਖੋ 1000 ਸਾਲ ਦੀ ਉਮਰ ਭੋਗ ਕੇ ਫਿਰ ਵਿਸ਼ਨੂੰ ਵੀ ਮਰ ਜਾਂਦਾ ਹੈ। ਦੇਖੋ ਹੁਣ ਆਪਾਂ ਜਿਹੜੇ ਹਨ ਦੇਵਤੇ ਵੀ ਮਰਦੇ ਹਨ, ਬਰਮਾ ਵੀ ਮਰਦਾ ਹੈ, ਵਿਸ਼ਨੂੰ ਵੀ ਮਰਦਾ ਹੈ। ਇੱਕ ਦਿਵਸ ਸਿਵ ਕੋ ਸੋ ਪਛਾਨ ਹੋ। ਹੁਣ ਸਾਰੀ ਉਮਰ ਜਿਹੜੀ ਵਿਸ਼ਨੂੰ ਦੀ ਹੈ ਉਹ ਇੱਕ ਰਾਤ ਤੇ ਇੱਕ ਦਿਨ ਸ਼ਿਵਾ ਦਾ ਬਣਦਾ ਹੈ। ਸ਼ਿਵ ਜੀ ਦਾ ਉਹ ਇੱਕ ਦਿਨ ਹੈ। ਸੋ ਤਿੰਨੇ ਦੇਵਤਿਆਂ ਵਿੱਚੋਂ ਵੱਡੇ ਦੇਵਤਿਆਂ ਸ਼ਿਵ ਜੀ ਦੀ ਉਮਰ ਸਭ ਤੋਂ ਲੰਮੀ ਹੈ। ਕਹਿੰਦੇ ਉਹ ਇੱਕ ਦਿਨ ਸ਼ਿਵਾ ਦਾ ਬੀਤਦਾ ਹੈ। ਐਸੇ ਹੋਏ ਬਰਖ ਸਤ ਜਬ ਹੀ। ਜਦੋਂ ਜਿਹੜਾ ਹਨ ਐਸੇ 100 ਸਾਲ ਬੀਤ ਜਾਂਦੇ ਹਨ ਤਾਂ ਫਿਰ ਉਹ ਬਣਦਾ ਹੈ ਜਿਹੜਾ ਹਨ 2664.5 ਟ੍ਰਿਲੀਅਨ ਅਰਥ ਈਅਰਸ ਬਣਦੇ ਹਨ। ਇੰਨੀ ਉਮਰ ਬਣਦੀ ਹੈ ਸ਼ਿਵ ਜੀ ਦੀ। ਤਨ ਕੋ ਛੋੜ ਦੇਹ ਸਿਵ ਤਬ ਹੀ। ਇੰਨੀ ਉਮਰ ਭੋਗ ਕੇ ਫਿਰ ਸ਼ਿਵ ਜੀ ਵੀ ਮਰ ਜਾਂਦਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਇਤਨੋ ਕਾਲ ਬੀਤਿਓ ਜੋਈ। ਜਦੋਂ ਇੰਨਾ ਸਮਾਂ ਬੀਤ ਜਾਂਦਾ ਹੈ ਸਾਰਾ ਏਕ ਨਿਮਖ ਮਾਇਆ ਕੀ ਸੋਈ। ਦੇਖੋ ਇਹ ਸਾਰਾ ਜਦੋਂ ਸ਼ਿਵ ਜੀ ਦਾ ਨਾ ਆਪਾਂ ਹੁਣੇ ਕੀਤਾ ਹੈ ਕਿੰਨੇ ਸਾਲ ਕਹਿੰਦੇ ਜਿਹੜਾ ਹਨ 2664.5 ਟ੍ਰਿਲੀਅਨ ਈਅਰਸ ਨਾ ਮਾਇਆ ਦਾ ਇੱਕ ਫਲਿਕਰ ਆਫ ਆਈ ਹੈ। ਉਹਨਾਂ ਸਮਾਂ ਜਿਹੜਾ ਹਨ ਇੰਨਾ ਥੋੜਾ ਸਮਾਂ ਇੱਕ ਨਿਮਕ ਹੈ ਜਿਹੜਾ ਹਨ ਮਾਇਆ ਵਾਸਤੇ। ਦੇਖੋ ਜਿਹੜਾ ਸ਼ਿਵ ਜੀ ਵੀ ਮਰ ਗਿਆ ਜੀ, ਉਹਦਾ ਹਜੇ ਇੱਕ ਫਲਿਕਰ ਹੋਇਆ ਆਈ ਦਾ ਮਾਇਆ ਦਾ। ਦੇਖੋ ਮਾਇਆ ਦੀ ਉਮਰ ਹੁਣ ਕਿੱਡੀ ਕੁ ਹੋਵੇਗੀ। ਇਸ ਮਾਇਆ ਕੋ ਨਾਹੀ ਅੰਤ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮਾਇਆ ਦਾ ਕੋਈ ਅੰਤ ਨਹੀਂ। ਤੇ ਪਤ ਕੋ ਕਹਿ ਬਿਰਤੰਤਾ। ਹੁਣ ਜੇ ਮਾਇਆ ਦਾ ਇਹ ਹਾਲ ਹੈ, ਦੇਖੋ ਮਾਇਆ ਦੀ ਉਮਰ ਨੂੰ ਹੁਣ ਆਪਾਂ ਕਿਵੇਂ ਕੈਲਕੂਲੇਟ ਕਰਾਂਗੇ ਵੀ ਮਾਇਆ ਕਿੰਨੀ ਕੁ ਇਹਦੀ ਉਮਰ ਹੈ। ਮਹਾਰਾਜ ਜੀ ਕਹਿੰਦੇ ਜੇ ਮਾਇਆ ਦਾ ਉਮਰ ਦਾ ਅੰਤ ਨਹੀਂ ਨਾ ਆਪਾਂ ਪਾ ਸਕਦੇ, ਜਿਹਨੇ ਮਾਇਆ ਬਣਾਈ ਆ ਉਹ ਪਰਮੇਸ਼ਰ ਦਾ ਅੰਤ ਕਿਵੇਂ ਪਾਵਾਂਗੇ। ਤੁਸੀਂ ਕਹਿੰਦੇ ਨਾ ਪਰਮਾਤਮਾ ਦਾ ਅੰਤ ਪਾਉਣਾ, ਕਿਵੇਂ ਪਾਵਾਂਗੇ। ਕਹਿੰਦੇ ਮਾਇਆ ਦਾ ਨਹੀਂ ਅੰਤ ਪੈਣਾ, ਅਮਾਇਆ ਦਾ ਅੰਤ ਪਾ ਕੇ ਦੇਖ ਲਓ ਕਿ ਉਹਦੇ ਨਿਮਖ ਦੇ ਵਿੱਚ 3 ਦੇਵਤੇ ਬਦਲ ਜਾਂਦੇ ਨੇ। ਬਰਮਾ ਤਾਂ ਕਈ ਵਾਰੀ ਬਦਲ ਜਾਂਦਾ ਹੈ, ਵਿਸ਼ਨੂੰ ਨੇ ਕਈ ਵਾਰੀ ਬਦਲ ਲੈਣਾ ਹੈ, ਸ਼ਿਵ ਜੀ ਨੇ ਵੀ ਮਰ ਜਾਣਾ ਹੈ, ਜਿਹੜਾ ਮੌਤ ਦਾ ਦੇਵਤਾ ਉਹਨੇ ਵੀ ਮਰ ਜਾਣਾ ਹੈ। ਤੇ ਇੰਨਾ ਇੱਕ ਨਿਮਖ ਮਾਇਆ ਦਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇੱਥੇ ਆਪਾਂ ਨੂੰ ਦੱਸਿਆ ਜਦੋਂ ਆਪਾਂ ਕਹਿੰਦੇ ਨਾ ਪਰਮਾਤਮਾ ਬੇਅੰਤ ਹੈ, ਕਿੱਥੋਂ ਤੱਕ ਬੇਅੰਤ ਹੈ। ਉਹ ਜਿਹੜੀ ਲਿਮਿਟਸ ਮਹਾਰਾਜ ਨੇ ਦੱਸੀ ਹੈ, ਜਿੱਥੋਂ ਤੱਕ ਗਿਆਨਵਾਨਾਂ ਨੇ ਗਿਆਨ ਇਹ ਵਰਣਨ ਕੀਤਾ ਹੈ, ਜਿਵੇਂ ਵੇਦਾਂ ਵਿੱਚ ਲਿਖਿਆ ਹੋਇਆ ਹੈ, ਉਸੇ ਗਿਆਨ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਥੇ ਵਰਤ ਕੇ ਆਪ ਨੂੰ ਸਮਝਾਇਆ ਹੈ ਕਿ ਵੀ ਇਹ ਜਿਹੜਾ ਹੈ ਐਸਾ ਪਰਮਾਤਮਾ ਬੇਅੰਤ ਹੈ। ਹੁਣ ਇਹ ਜਿਹੜੇ ਪ੍ਰਮਾਣ ਹੁੰਦੇ ਨਾ ਐਗਜ਼ਾਮਪਲਸ ਕਿਤੇ ਨਾ ਕਿਤੇ ਆਪਾਂ ਨੂੰ ਲੈਣੇ ਪੈਂਦੇ ਹਨ। ਸੋ ਇਹਦੇ ਵਿੱਚ ਜਿਹੜਾ ਹਨ ਇਹਨੂੰ ਬ੍ਰਹਮਨਿਕਲ ਕਹਿਣਾ ਜਾਂ ਕੁਝ ਇਹ ਗਲਤ ਹੋਵੇਗਾ, ਕਿਉਂਕਿ ਇਹ ਗਿਆਨ ਹੈ, ਦੱਸਿਆ ਗਿਆ ਹੈ। ਸੋ ਇਹ ਦੱਸਣ ਦੇ ਵਿੱਚ ਜਿਹੜਾ ਉਹ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਲੈ ਕੇ ਸਿੱਧ ਕੀਤਾ ਹੈ ਕਿ ਇਹਦੇ ਪਰਮਾਤਮਾ ਕਿੰਨਾ ਵੱਡਾ ਹੈ, ਪਰਮਾਤਮਾ ਕਿੰਨਾ ਅੱਗੇ ਹੈ। ਅਸ ਕਹਿ ਸ੍ਰੀ ਗੁਰ ਪਰਮ ਉਧਾਰਾ। ਅਸ ਕਹਿ ਇਹ ਜਿਹੜੇ ਹਨ ਮਹਾਰਾਜ ਨੇ ਐਸੇ ਬਚਨ ਕਰਕੇ ਜੋ ਪਰਮ ਕਰਕੇ ਉਧਾਰ ਹਨ, ਸ੍ਰਿਸ਼ਟ ਕਰਕੇ ਉਧਾਰ ਹਨ ਚਿੱਤ ਦੇ। ਸ਼ਬਦ ਗੁਜਰੀ ਵਿਖੇ ਉਚਾਰਾ। ਮਹਾਰਾਜ ਨੇ ਗੁਜਰੀ ਰਾਗ ਵਿੱਚ ਇਹ ਸ਼ਬਦ ਦਾ ਉਚਾਰਨ ਕੀਤਾ। ਇਹ ਸ਼ਬਦ ਜਿਹੜਾ ਹੈ 489 ਅੰਗ ਤੇ ਆਉਂਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ। ਸੋ ਇਹ ਸ਼ਬਦ ਦੇ ਅਰਥ ਜਿਹੜੇ ਹਨ ਕਵੀ ਸੰਤੋਖ ਸਿੰਘ ਜੀ ਨੇ ਆਪ ਹੀ ਕੀਤੇ ਹਨ। ਇਸ ਕਰਕੇ ਆਪਾਂ ਸਿਰਫ ਜਿਹੜਾ ਹੈ ਸ਼ਬਦ ਪੜਾਂਗੇ ਤੇ ਅਰਥ ਜਿਵੇਂ ਕਵੀ ਸੰਤੋਖ ਸਿੰਘ ਜੀ ਨੇ ਲਿਖੇ ਉਵੇਂ ਅਰਥ ਕਰਾਂਗੇ। ਸ੍ਰੀ ਮੁਖ ਵਾਕ ਗੂਜਰੀ ਮਹੱਲਾ ਪਹਿਲਾ।
ਨਾਭ ਕਮਲ ਤੇ ਬ੍ਰਹਮਾ ਉਪਜੇ ਬੇਦ ਪੜ੍ਹੈ ਮੁਖ ਕੰਠ ਸਵਾਰ ਤਾਕੋ ਅੰਤ ਨਾ ਜਾਈ ਲਖਣਾ ਆਵਤ ਜਾਤ ਰਹਿ ਗੁਬਾਰ ਪ੍ਰੀਤਮ ਕਿਉ ਬਿਸਰਹਿ ਮੇਰੇ ਪ੍ਰਾਣ ਆਧਾਰ ਜਾ ਕੀ ਭਗਤ ਕਰਹਿ ਜਨ ਪੂਰੇ ਮੁਨ ਜਨ ਸੇਵਹਿ ਗੁਰ ਵਿਚਾਰ ਰਹਾਓ। ਦੋਹਰਾ ਸ੍ਰੀ ਨਾਰਾਇਣ ਨਾਭ ਤੇ ਉਪਜੋ ਕਮਲ ਅਨੂਪ। ਬਰਮਾ ਦੀ ਉਤਪਤੀ ਦੱਸੀ ਹੈ ਵੀ ਬਰਮਾ ਦੀ ਉਤਪਤੀ ਕਿਵੇਂ ਹੋਈ। ਨਾਭ ਕਮਲ ਤੇ ਬਰਮਾ ਉਪਜੇ। ਹੁਣ ਜਿਹੜਾ ਹੈ ਬਰਮਾ ਜਿਹੜਾ ਹੈ ਕਿਵੇਂ ਬਣਿਆ, ਕਹਿੰਦੇ ਉਹ ਸ੍ਰੀ ਨਾਰਾਇਣ ਨਾਭ ਤੇ। ਸ੍ਰੀ ਨਾਰਾਇਣ ਕੌਣ ਆ? ਵਿਸ਼ਨੂੰ। ਵਿਸ਼ਨੂੰ ਦੀ ਧੁਨੀ ਜਿਹੜੀ ਹੈ ਉਹ ਬੈਲੀ ਬਟਨ ਹੈ, ਉਸਦੇ ਵਿੱਚੋਂ ਇੱਕ ਕਮਲ ਬਾਹਰ ਆਇਆ ਤੇ ਕਮਲ ਦੇ ਵਿੱਚੋਂ ਹੀ ਬਰਮਾ ਦਾ ਜਿਹੜਾ ਹੈ ਪੈਦਾ ਹੋਣਾ ਹੋਇਆ। ਉਹ ਕਮਲ ਦੇ ਵਿੱਚੋਂ ਹੀ ਬਰਮਾ ਪੈਦਾ ਹੋਇਆ। ਤਿਸ ਮਾਹੀ ਬ੍ਰਹਮਾ ਭਇਓ ਚਤੁਰ ਬਦਨ ਜਿਸ ਰੂਪ। ਦੇਖੋ ਉਸ ਨਾਭ ਕਮਲ ਦੇ ਵਿੱਚੋਂ ਹੀ ਜਿਹੜਾ ਹੈ ਬਰਮਾ ਨੇ ਜਨਮ ਲਿਆ ਤੇ ਉਹ ਕਮਲ ਦੇ ਵਿੱਚੋਂ ਜਨਮ ਲੈ ਕਰਕੇ ਇਹ ਚਾਰ ਮੂੰਹਾਂ ਚਾਰੇ ਮੂੰਹ ਵਾਲਾ ਬਰਮਾ ਨੇ ਜਿਹੜਾ ਹੈ ਪ੍ਰਗਟ ਹੋਇਆ। ਚੌਪੇ ਸੋ ਖੋਜਨ ਲਾਗਿਓ ਕਰਤਾਰਾ। ਦੇਖੋ ਬਰਮਾ ਪੈਦਾ ਹੋ ਕੇ ਬਰਮਾ ਜਦੋਂ ਬਣ ਗਿਆ ਤਾਂ ਉਹਨੇ ਕੀ ਪਰਮਾਤਮਾ ਨੂੰ ਖੋਜਣਾ ਕੀਤਾ ਵੀ ਇਹ ਸਭ ਕੁਝ ਬਣਾਉਣ ਵਾਲਾ ਕੌਣ ਹੈ, ਕ੍ਰੀਏਟਰ ਕੌਣ ਹੈ। ਬਰਮਾ ਨੇ ਜਿਹੜਾ ਹੈ ਖੋਜਣਾ ਕੀਤਾ। ਨਹਿ ਜਾਣਿਓ ਤੇ ਪਾਰਾਵਾਰਾ। ਪਰ ਪਰਮਾਤਮਾ ਦਾ ਪਾਰਾਵਾਰ ਨਹੀਂ ਦਿਖਾਈ ਦਿੰਦਾ। ਹੁਣ ਜੇ ਬੰਦੇ ਨੂੰ ਆਕਾਸ਼ ਦੇ ਵਿਚਾਲੇ ਲੈ ਜਾਓ ਨਾ, ਦੱਸੋ ਵੀ ਤੂੰ ਭਾਈ ਇਹਦਾ ਅੰਤ ਦੱਸ, ਉੱਤੇ ਕਿੰਨਾ ਥੱਲੇ ਕਿੰਨਾ, ਬੰਦਾ ਕੀ ਦੱਸੇਗਾ। ਇਸ ਕਰਕੇ ਜਿਹੜਾ ਹੈ ਖੁੱਲਾ ਬ੍ਰਹਿਮੰਡ ਹੈ, ਇਹਨੂੰ ਦੇਖ ਕਰਕੇ ਬਰਮਾ ਦੇਖਦਾ ਹੈ ਹਰ ਪਾਸੇ, ਕੋਈ ਪਾਰਾਵਾਰ ਨਹੀਂ, ਕੋਈ ਅੰਤ ਨਹੀਂ। ਇਹ ਨਹੀਂ ਦੱਸਦਾ ਬਿਗਨਿੰਗ ਕਿੱਥੇ, ਐਂਡ ਕਿੱਥੇ ਹੈ। ਖੋਜਤ ਰਹਿ ਗਇਓ ਹਾਰੂ। ਇਸ ਕਰਕੇ ਬਰਮਾ ਖੋਜਦਾ ਥੱਕ ਗਿਆ ਜੀ। ਉਹਦੀ ਸਮਝ ਨਾ ਪਵੇ ਵੀ ਪਰਮਾਤਮਾ ਨੇ ਇਹ ਕੀ ਬਣਾਇਆ ਹੈ ਤੇ ਪਰਮਾਤਮਾ ਕੌਣ ਹੈ। ਨਰ ਬਪੁਰੇ ਕੀ ਕੌਣ ਵਿਚਾਰੂ। ਦੇਖੋ ਨਰ ਬਾਪਰੇ ਕੀ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜੇ ਬਰਮਾ ਨੂੰ ਨਾ ਪਤਾ ਲੱਗਿਆ, ਬਰਮਾ ਨੇ ਬੜੀ ਖੋਜ ਕੀਤੀ ਤੇ ਕਹਿੰਦੇ ਇਹ ਨਰ ਮਨੁੱਖ ਵਿਚਾਰੇ ਕੀ ਹਨ, ਇਹ ਕਿਵੇਂ ਖੋਜ ਕਰ ਲੈਣਗੇ। ਬਰਮਾ ਤਾਂ ਜਿਹੜਾ ਹੈ ਆਪ ਨਹੀਂ ਜਿਹੜਾ ਅੰਤ ਪਾ ਸਕਿਆ। ਕਹੈ ਸੰਤ ਸਭ ਹਮਹਿ ਸੁਨਾਵਹੁ। ਉਸ ਵੇਲੇ ਉਹ ਸੰਤ ਮੰਡਲੀ ਜਿਹੜੀ ਸੀ ਨਾ, ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਇੱਕ ਕੁਐਸਚਨ ਕੀਤਾ। ਕਹਿੰਦੇ ਸਭ ਹਮੇ ਸੁਣਾਵੋ, ਸਾਨੂੰ ਇਹ ਗੱਲ ਸਾਰੀ ਤੁਸੀਂ ਸਮਝਾਉਣਾ ਕਰੋ ਵੀ ਕਿਉਂ ਨਹੀਂ ਬਰਮਾ ਨੂੰ ਪਤਾ ਲੱਗਿਆ, ਕਿਉਂ ਨਹੀਂ ਬਰਮਾ ਨੂੰ ਸਮਝ ਆਈ, ਕਿਉਂ ਨਹੀਂ ਉਹਨੂੰ ਪਰਮਾਤਮਾ ਦੀ ਖੋਜ ਦਾ ਪਤਾ ਲੱਗਿਆ। ਜਿਉ ਖੋਜੀ ਹੈ ਆਦ ਬਤਾਵੋ। ਦੇਖਿਓ ਕਿ ਜਿਉਂ ਖੋਜੀ ਹੈ ਆਦ ਬਤਾਵੋ। ਫਿਰ ਇਹ ਦੱਸ ਦਿਓ ਖੋਜੀ ਕੌਣ ਹੈ, ਕਿਵੇਂ ਉਹਨੇ ਵੇਦ ਲਿਖੇ। ਜੇ ਬਰਮਾ ਨੂੰ ਆਪਣਾ ਪਤਾ ਲੱਗਿਆ, ਉਹ ਵੇਦ ਕਿਵੇਂ ਲਿਖ ਕੇ ਚਲਿਆ ਗਿਆ। ਜਾਂ ਬਰਮਾ ਤੋਂ ਪਹਿਲਾਂ ਕਿਸੇ ਨੂੰ ਪਤਾ ਹੋਣਾ ਹੈ, ਉਹਨੇ ਬਰਮਾ ਨੂੰ ਦੱਸਿਆ ਹੋਣਾ, ਉਹ ਦੱਸੋ ਜੀ। ਕੋਈ ਨਾ ਤੁਮ ਤੇ ਦੁਰਿਓ ਬਰਤਾਂਤਾ। ਹੇ ਪਾਤਸ਼ਾਹ, ਹੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਸੰਤ ਲੋਕ ਕਹਿੰਦੇ ਆਪ ਤੋਂ ਜਿਹੜਾ ਹਨ ਵੱਧ ਤਾਂ ਕੋਈ ਨਹੀਂ ਜਾਣਦਾ ਤੇ ਆਪ ਜੀ ਤੋਂ ਛੁਪਿਆ ਹੋਇਆ ਵੀ ਕੁਝ ਨਹੀਂ ਹੈਗਾ। ਕਰ ਪਰ ਬੱਦਰ ਹਿਰਦੈ ਅਸ ਗਿਆਤਾ। ਮਹਾਰਾਜ ਨੂੰ ਕਹਿੰਦੇ ਹਨ ਉਹ ਸੰਤ ਲੋਕ ਕਿ ਮਹਾਰਾਜ ਤੁਹਾਨੂੰ ਤਾਂ ਗਿਆਨ ਇਵੇਂ ਹੈ ਜਿਵੇਂ ਤੁਹਾਡੇ ਜਿਹੜਾ ਹਨ ਹੱਥ ਦੇ ਕੋਈ ਬੇਰ ਰੱਖ ਦਈਏ, ਉਹ ਬੇਰ ਹੱਥ ਤੇ ਪਿਆ ਹੋਵੇ ਤਾਂ ਉਹ ਸਾਹਮਣੇ ਪਿਆ ਹੁੰਦਾ ਹੈ। ਜਿਹੜਾ ਹਨ ਬੇਰ ਬਾਰੇ ਜੇ ਦੱਸਣਾ ਹੋਵੇ ਤਾਂ ਉਹ ਬੇਰ ਨੂੰ ਡਾਇਰੈਕਟਲੀ ਦੇਖ ਕੇ ਬੰਦਾ ਇਲਸਟ੍ਰੇਟ ਕਰ ਸਕਦਾ ਹੈ, ਉਹਨੂੰ ਡਿਸਕ੍ਰਾਈਬ ਕਰ ਸਕਦਾ ਹੈ ਵੀ ਇਹ ਬੇਰ ਇਸ ਤਰ੍ਹਾਂ ਦਾ ਹੈ, ਰੰਗ ਇਸ ਤਰ੍ਹਾਂ ਦਾ ਹੈ। ਕਹਿੰਦੇ ਉਹ ਤਾਂ ਪਰਮਾਤਮਾ ਇਸ ਤਰ੍ਹਾਂ ਹੈ ਤੁਹਾਨੂੰ ਜਿਵੇਂ ਤੁਹਾਡੇ ਹੱਥ ਤੇ ਬੇਰ ਪਿਆ ਹੁੰਦਾ ਹੈ। ਇਹ ਗਿਆਨ ਤੁਹਾਨੂੰ ਇਸ ਤਰ੍ਹਾਂ ਦਾ ਹੈ। ਸਿਰੇ ਗੁਰ ਭਨੈ ਸੁਨਹੁ ਹਿਤ ਸੰਗਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਸੁਣ ਕੇ ਉਹਨਾਂ ਨੂੰ ਜਿਹੜਾ ਹਨ ਉਪਦੇਸ਼ ਦਿੱਤਾ। ਕਹਿੰਦੇ ਹੁਣ ਸੁਣੋ ਚਿੱਤ ਲਾ ਕੇ, ਪ੍ਰੇਮ ਦੇ ਨਾਲ ਸੁਣੋ। ਸ੍ਰਿਸ਼ਟ ਸਿਰਜਣ ਤੇ ਪ੍ਰਥਮ ਪ੍ਰਸੰਗਾ। ਦੇਖੋ ਸ੍ਰਿਸ਼ਟੀ ਦੀ ਸਿਰਜਣਾ ਤੋਂ ਪਹਿਲਾਂ ਦਾ ਜਿਹੜਾ ਪ੍ਰਸੰਗ ਹੈ, ਜਦੋਂ ਇਹ ਸ੍ਰਿਸ਼ਟੀ ਹਜੇ ਨਹੀਂ ਬਣੀ ਸੀਗੀ, ਉਹ ਤੋਂ ਪਹਿਲਾਂ ਦਾ ਪ੍ਰਸੰਗ ਸੁਣੋ ਹੁਣ। ਬ੍ਰਹਮਾ ਭਇਓ ਕਮਲ ਤੇ ਜਬ ਹੀ। ਦੇਖੋ ਜਦੋਂ ਬਰਮਾ ਪੈਦਾ ਹੋਇਆ ਉਸ ਕਮਲ ਦੇ ਫੁੱਲ ਤੋਂ, ਜੋ ਨਾਰਾਇਣ ਦੇ ਵਿਸ਼ਨੂੰ ਦੀ ਧੁਨੀ ਵਿੱਚੋਂ ਇਹ ਕਮਲ ਨਿਕਲਿਆ ਸੀ ਤੇ ਉਹ ਕਮਲ ਤੋਂ ਬਰਮਾ ਪੈਦਾ ਹੋਇਆ। ਉਸਤਤ ਠਾਨੀ ਪ੍ਰਭ ਕੀ ਤਬ ਹੀ। ਉਸ ਵੇਲੇ ਉਹਨੇ ਪੈਦਾ ਹੋ ਕੇ ਬਰਮਾ ਨੇ ਉਸਤਤ ਕੀਤੀ ਪਰਮਾਤਮਾ ਦੀ, ਬਹੁਤ ਪ੍ਰੇਸ ਕੀਤੀ। ਦੋਹਰਾ ਤਤ ਗਿਆਨ ਕੇ ਜਾਣਬੇ ਜਗੀ ਪ੍ਰੀਤ ਮਨ ਮਾਹੇ। ਤਤ ਗਿਆਨ ਕੇ ਜਾਣਬੇ ਕਹਿੰਦੇ ਤਤ ਗਿਆਨ ਨੂੰ ਜਾਣਨ ਵਾਸਤੇ ਬਰਮਾ ਦੇ ਮਨ ਵਿੱਚ ਇੱਕ ਪ੍ਰੀਤੀ, ਇੱਕ ਪਿਆਰ ਉੱਠਿਆ, ਇੱਕ ਜਿਹੜਾ ਹੈ ਉਹਦੇ ਮਨ ਦੇ ਵਿੱਚ ਇੰਟਰਸਟ ਜਾਗਿਆ ਕਿ ਮੈਂ ਪਤਾ ਲਵਾਂ ਵੀ ਪਰਮਾਤਮਾ ਕੌਣ ਹੈ ਜਿੱਦੀ ਉਸਤਤ ਮੈਂ ਕਰ ਰਿਹਾ ਹਾਂ। ਕੈਸੋ ਕਰਤਾ ਪੁਰਖ ਹੈ ਦੇਖਣ ਉਮਗੀ ਚਾਹੇ। ਦੇਖੋ ਕਿਉਰਿਓਸਿਟੀ ਜਿਹੜੀ ਹੁੰਦੀ ਆ ਨਾ ਅੰਦਰੋਂ, ਉਹ ਪੁੱਛਣ ਲੱਗੇ ਕਹਿੰਦੇ ਕੈਸੋ ਕਰਤਾ ਪੁਰਖ ਹੈ, ਕਰਤਾ ਪੁਰਖ ਕੈਸਾ ਹੈ, ਕਿਵੇਂ ਹੈ ਕਰਤਾ ਪੁਰਖ, ਉਹ ਕਿਵੇਂ ਕਰਤਾ ਬਣਿਆ ਤੇ ਉਹ ਕਰਤਾ ਪੁਰਖ ਕਿਵੇਂ ਹੈ। ਕਿ ਦੇਖਣ ਉਮਗੀ ਚਾਹੇ, ਹੁਣ ਪਰਮਾਤਮਾ ਨੂੰ ਦੇਖਣ ਦਾ ਉਹਨੂੰ ਚਾਅ ਉੱਠਿਆ।
ਵੀ ਮੈਂ ਪਰਮਾਤਮਾ ਨੂੰ ਦੇਖਾਂ, ਹੁਣ ਇੰਟਰਸਟ ਜਾਗਿਆ ਅੰਦਰ। ਚੌਪੇ ਰਿਚਾ ਪ੍ਰਸ਼ੰਸਾ ਕੀ ਬਹੁ ਕਰਹੀ। ਰਿਚਾ ਪ੍ਰਸ਼ੰਸਾ ਕੀ, ਉਹਨੇ ਬਹੁਤ ਸਾਰੀ ਉਸਤਤ ਦੀਆਂ ਰਿਚਾਂ, ਜਾਂ ਜਿਵੇਂ ਆਪਾਂ ਅੱਜ ਕੱਲ ਕਹਿ ਦਿੰਦੇ ਆ ਸ਼ਲੋਕ ਲਿਖੇ ਜਾਂ ਸਵਈਏ ਲਿਖੇ, ਰਿਚਾਂ ਹੁੰਦੀਆਂ ਨੇ। ਸੋ ਰਿਚਾਂ ਉਹਨੇ ਲਿਖਣੀਆਂ ਕੀਤੀਆਂ। ਪ੍ਰਸ਼ੰਸਾ ਪਰਮਾਤਮਾ ਦੀ ਉਹਨੇ ਉਸਤਤ ਦੇ ਵਿੱਚ ਬੜੀਆਂ ਰਿਚਾਂ ਉਹਨੇ ਲਿਖਣੀਆਂ ਕੀਤੀਆਂ, ਉਚਾਰੀਆਂ। ਲਾਏ ਪ੍ਰੀਤ ਮੁਖ ਬਚਨ ਉਚਰਹੀ। ਤੇ ਲਾਏ ਪ੍ਰੀਤ, ਬੜੇ ਪ੍ਰੀਤ ਦੇ ਵਿੱਚ ਉਹਨੇ ਪਰਮਾਤਮਾ ਦੀ ਉਸਤਤ ਗਾਉਣਾ ਕੀਤੀ। ਮధుਰ ਮధుਰ ਸੁਰ ਸਿਉ ਤਬ ਗਾਵਹਿ। ਮధుਰ ਮధੁਰ ਮਿੱਠੀ ਮਿੱਠੀ ਆਵਾਜ਼ ਵਿੱਚ ਬਰਮਾ ਨੇ ਪਰਮਾਤਮਾ ਨੂੰ ਪ੍ਰੇਸ ਕੀਤਾ। ਅਦਿਕ ਰੀਜ ਕਹਿ ਹਰਖ ਬਢਾਵਹਿ। ਅਦਕ ਰੀਜ, ਬੜੀ ਰੀਝ ਕੇ ਉਹਨੇ ਪਰਮਾਤਮਾ ਦੇ ਗੁਣ ਗਾਉਣਾ ਕੀਤੇ। ਬੜਾ ਜਿਹੜਾ ਹੈ ਉਹਦੇ ਮਨ ਵਿੱਚ ਪਿਆਰ ਹੈ, ਪਿਆਰ ਦੇ ਨਾਲ ਉਹਨੇ ਗਾਉਣਾ ਕੀਤਾ। ਬਧੈ ਪ੍ਰੀਤ ਪੁਨ ਅਵਰ ਕਰੇ। ਦੇਖੋ ਬਧੈ ਪ੍ਰੀਤ, ਹੁਣ ਪ੍ਰੀਤ ਤਾਂ ਬਹੁਤ ਵੱਧ ਗਈ, ਪੁਨ ਅਵਰ ਕਰੇ। ਫੇਰ ਉਹਨੇ ਅੱਗੇ ਹੋਰ ਕੀਤਾ, ਉਹ ਕੰਮ ਨਾ ਬਣਿਆ। ਹਜੇ ਵੀ ਪਰਮਾਤਮਾ ਦਾ ਅੰਤ ਨਹੀਂ ਪਤਾ ਲੱਗਿਆ ਬਰਮਾ ਨੂੰ। ਅਰਥ ਵਿਚਾਰ ਬਡੋ ਸੁਖ ਲੈ। ਫੇਰ ਉਹਨੇ ਆਪਣੀਆਂ ਰੀਚਾਂ ਜਿਹੜੀਆਂ ਲਿਖੀਆਂ ਸਨ ਨਾ, ਉਹਦੇ ਅਰਥ ਦਾ ਵਿਚਾਰ ਕੀਤਾ ਵੀ ਇਹ ਕੀ ਲਿਖਿਆ ਹੈ। ਹੁਣ ਉਹਦਾ ਅਰਥ ਉਹਨੇ ਹੋਰ ਡੂੰਘੀਆਂ ਅਰਥਾਂ ਦੇ ਵਿੱਚ ਉਸ ਰੀਚਾਂ ਨੂੰ ਸਮਝਣਾ ਚਾਹਿਆ ਵੀ ਪਰਮਾਤਮਾ ਕਿਵੇਂ ਹੈ, ਕੈਸਾ ਹੈ, ਕਿੱਥੇ ਹੈ। ਉਹਨੇ ਬੜਾ ਸੁਖ ਪਾਇਆ। ਪ੍ਰੇਮ ਮਗਨ ਮੁਖ ਗਦ ਗਦ ਬਾਨੀ। ਦੇਖੋ ਜਿੰਨਾ ਉਹ ਪਰਮਾਤਮਾ ਦੀ ਵਿਚਾਰ ਕਰਦਾ ਹੈ ਨਾ, ਕਰੀ ਜਾਂਦਾ ਹੈ, ਉਹਦੇ ਅੰਦਰ ਪ੍ਰੇਮ ਵੱਧਦਾ ਹੈ, ਹੋਰ ਪ੍ਰੇਮ ਵਧੀ ਜਾਂਦਾ ਹੈ। ਮੁਖ ਗਦ ਹੋ ਗਿਆ, ਉਹ ਲੈਵਲ ਤੱਕ ਬਰਮਾ ਆ ਗਿਆ ਕਿ ਕੁਝ ਬੋਲ ਨਾ ਸਕਿਆ। ਗਦ ਹੋ ਗਈ ਬਾਣੀ ਵੀ, ਪਰਮਾਤਮਾ ਮੈਂ ਤੇਰੇ ਬਾਰੇ ਹੋਰ ਕੀ ਕਵਾਂ। ਗਾਵਹਿ ਰਿਜ ਹੈ ਆਨੰਦ ਮਾਨੀ। ਬਸ ਗਾਉਂਦਾ ਹੈ, ਰੀਝ ਕੇ ਪ੍ਰੇਮ ਨਾਲ ਗਾਉਂਦਾ ਹੈ, ਆਨੰਦ ਮਾਣਦਾ ਹੈ ਬਰਮਾ। ਚਤੁਰ ਵੇਦ ਤਬ ਕਰੇ ਵਿਧਾਤਾ। ਫਿਰ ਉਸ ਵੇਲੇ ਬਰਮਾ ਨੇ 4 ਵੇਦ ਲਿਖੇ, 4 ਵੇਦਾਂ ਦਾ ਉਚਾਰਨ ਕੀਤਾ ਬਰਮਾ ਨੇ। ਜੋ ਜਗ ਵਿਖੈ ਅਹੈ ਬਖਿਆਤਾ। ਹੁਣ ਤੱਕ ਉਹ ਵੇਦ ਜਗਤ ਵਿੱਚ ਪ੍ਰਗਟ ਹਨ। ਤਿਨਹਿ ਬਿਲੋਕਤ ਰਿਖੀ ਪਰਬੀਨੇ। ਸੋ ਤਿਨਹਿ ਬਿਲੋਕਤ, ਉਹ ਵੇਦਾਂ ਨੂੰ ਦੇਖ ਕਰਕੇ ਜਿਹੜੇ ਰਿਸ਼ੀ ਲੋਕ ਹਨ, ਸਿਆਣੇ ਹਨ, ਉਹ ਸਾਰੇ ਬੜੇ ਖੁਸ਼ ਹੁੰਦੇ ਹਨ। ਜਿਵੇਂ 4 ਵੱਡੇ ਰਿਸ਼ੀ ਹਨ, ਵੇਦ ਵਿਆਸ ਆਦਿ। ਸਿਮਰਤ ਸ਼ਾਸਤਰ ਬਹੁ ਰਚ ਦੀਨੇ। ਉਹਨਾਂ ਨੇ ਫਿਰ ਸਿਮਰਤੀਆਂ ਲਿਖੀਆਂ, ਸ਼ਾਸਤਰ ਲਿਖੇ। ਇਹ ਜਿਹੜੇ ਹਨ ਵੇਦ ਵਿਆਸ ਵਰਗਿਆਂ ਨੇ ਜਿਹੜਾ ਹਨ, ਕਿੰਨੇ ਉਹਨਾਂ ਨੇ ਸ਼ਾਸਤਰ ਲਿਖ ਦਿੱਤੇ, 6 ਸ਼ਾਸਤਰ ਲਿਖਤੇ, 27 ਸਿਮਰਤੀਆਂ ਲਿਖ ਦਿੱਤੀਆਂ। ਉਹੀ ਵੇਦ ਨੂੰ ਬੇਸ ਕਰਕੇ ਅੱਡ ਟੌਪਿਕਸ ਨੂੰ ਲੈ ਕੇ ਉਹਨਾਂ ਨੇ ਡਿਸਕ੍ਰਾਈਬ ਕਰਤਾ, ਅੱਗੇ ਖੁਲਾਸਾ ਹੋਰ ਕੀਤਾ। ਦੋਹਰਾ ਚਤੁਰ ਵੇਦ ਅਸ ਕਰ ਬਹੁਰ ਔਰ ਮਹਿ ਕੀਨ ਵਿਚਾਰ। ਹੁਣ ਦੇਖੋ ਬਰਮਾ ਨੇ ਜਦੋਂ 4 ਵੇਦ ਉਚਾਰਨ ਕਰਕੇ ਲਿਖ ਦਿੱਤੇ ਨਾ, ਉਹਦੇ ਮਨ ਵਿੱਚ ਇੱਕ ਵਿਚਾਰ ਆਈ ਬਰਮਾ ਦੇ। ਕਿਸਤੇ ਮੈਂ ਉਤਪਤ ਭਇਓ ਕੋ ਉਪਜਾਵਨ ਹਾਰ। ਹੁਣ ਇਹ ਸਵਾਲ ਫੇਰ ਆ ਗਿਆ, ਕਹਿੰਦਾ ਵੀ ਵੀ ਮੇਰਾ ਜਿਹੜਾ ਹੈ ਪ੍ਰਗਟ ਹੋਣਾ, ਮੇਰਾ ਜਨਮਣਾ, ਮੈਂ ਕਿੱਥੋਂ ਜੰਮਿਆ ਹਾਂ, ਕਿੱਥੋਂ ਮੈਂ ਉਤਪਤ ਹੋਇਆ ਹਾਂ, ਮੈਨੂੰ ਬਣਾਉਣ ਵਾਲਾ ਕੌਣ ਹੈ। ਬਰਮਾ ਦੇ ਮਨ ਵਿੱਚ ਹੁਣ ਇਹ ਆਇਆ ਕਿ ਹੈ ਕੋਈ ਪਰਮਾਤਮਾ ਮੈਨੂੰ ਬਣਾਉਣ ਵਾਲਾ। ਕਹਿੰਦੇ ਜਾਂ ਮੈਨੂੰ ਕਿਸ ਨੇ ਬਣਾਇਆ ਹੈ ਤੇ ਮੈਨੂੰ ਕਿਵੇਂ ਬਣਾਇਆ ਹੈ, ਮੇਰੇ ਬਣਾਉਣ ਵਾਲਾ ਕੌਣ ਹੈ। ਚੌਪੇ ਕਰੇ ਦ੍ਰਿਸ਼ਟ ਦੇਖੀ ਦਿਸ ਚਾਰਾ। ਹੁਣ ਬਰਮਾ ਨੇ ਚਾਰੇ ਪਾਸੇ ਆਪਣਾ ਮੂੰਹ ਫੇਰ ਕੇ ਦੇਖਿਆ ਆਪਣੇ ਆਲੇ ਦੁਆਲੇ ਵੀ ਕੀ ਹੈ ਮੇਰੇ ਆਲੇ ਦੁਆਲੇ। ਜਹ ਤਹ ਜਲ ਹੈ ਅਪਰ ਅਪਾਰਾ। ਉਸ ਵੇਲੇ ਧਰਤੀ ਤੇ ਇਹ ਜਿਹੜਾ ਹਨ, ਇਹ ਸ੍ਰਿਸ਼ਟੀ ਤੇ ਹਜੇ ਧਰਤੀ ਨਹੀਂ ਬਣੀ ਸੀ, ਪੂਰਾ ਪਾਣੀਓ ਪਾਣੀ ਸੀ, ਸਾਰੀ ਧਰਤੀ ਪਾਣੀ ਨਾਲ ਹੀ ਭਰੀ ਪਈ ਸੀਗੀ। ਸੋ ਬਰਮਾ ਨੇ ਉਸ ਵੇਲੇ ਕਮਲ ਫੁੱਲ, ਇਸ ਕਰਕੇ ਤਾਂ ਕਮਲ ਫੁੱਲ ਤੋਂ ਪੈਦਾ ਹੋਇਆ ਨਾ, ਕਿਉਂਕਿ ਕਮਲ ਫੁੱਲ ਪਾਣੀ ਦੇ ਉੱਤੇ ਤਰਦਾ ਹੈ। ਉਹਨੇ ਚਾਰੇ ਪਾਸੇ ਧਿਆਨ ਮਾਰਿਆ ਤਾਂ ਸਾਰੇ ਪਾਸੇ ਪਾਣੀ ਨਜ਼ਰ ਆਇਆ, ਜਿਹਦਾ ਕੋਈ ਅੰਤ ਨਹੀਂ ਪੈਂਦਾ। ਕਹਿ ਮੈਂ ਹੋ ਕਹਿ ਜਲ ਹੈ ਦੂਜੋ। ਉਹਨੇ ਇੱਕ ਫੈਸਲਾ ਕਰ ਲਿਆ ਬਰਮਾ ਨੇ, ਕਹਿੰਦਾ ਜਾਂ ਮੈਂ ਹਾਂ ਜਾਂ ਇਹ ਪਾਣੀ ਹੈ, ਇਹ 2 ਚੀਜ਼ਾਂ ਹੀ ਹਨ, ਜਾਂ ਮੈਂ ਹਾਂ ਜਾਂ ਪਾਣੀ ਹੈ। ਉਹਨੇ ਇਹ ਫੈਸਲਾ ਕਰ ਲਿਆ। ਔਰ ਨਾ ਕਹੇ ਥਲ ਦੀਸਤ ਤੀਜੋ। ਕਹਿਣ ਲੱਗੇ ਤੀਜਾ ਤਾਂ ਕੋਈ ਦਿਸਦਾ ਹੀ ਨਹੀਂ ਹੈ ਇੱਥੇ, ਤੀਜਾ ਕੌਣ ਹੈ, ਤੀਜਾ ਕੋਈ ਨਹੀਂ ਹੈਗਾ, ਸਿਰਫ ਮੈਂ ਹਾਂ ਜਾਂ ਪਾਣੀ ਹੈ। ਉਪਜੋ ਗਰਭ ਨਾ ਮੋਹ ਬਿਨ ਆਨਾ। ਉਸ ਵੇਲੇ ਬਰਮਾ ਦੇ ਵਿੱਚ ਹੰਕਾਰ ਆ ਗਿਆ। ਹੰਕਾਰ ਕੀ ਆਇਆ, ਕਹਿੰਦਾ ਵੀ ਮੇਤੋਂ ਬਗੈਰ ਕੋਈ ਨਹੀਂ, ਲਿਵਿੰਗ ਬੀਇੰਗ ਜਿਹੜਾ ਹੈ ਮੈਂ ਕੱਲਾ ਹੀ ਹਾਂ, ਮੇਤੋਂ ਬਗੈਰ ਕੌਣ ਹੈ ਇੱਥੇ। ਮੈਂ ਕਿਹ ਉਸਤਤ ਕਰਾਂ ਬਖਾਨਾ। ਇਸ ਕਰਕੇ ਕਹਿੰਦਾ ਮੈਂ ਕਿਸ ਦੀ ਉਸਤਤ ਕਰਾਂ, ਮੈਂ ਉਹੀ ਬੈਠਾ ਪਰਮਾਤਮਾ ਦੀ ਉਸਤਤ ਕਰੀ ਜਾਂ ਜਿਹੜਾ ਹੈ ਨਹੀਂ, ਜਿਹੜਾ ਮੈਨੂੰ ਦਿਸਿਆ ਨਹੀਂ ਹੁਣ ਤੱਕ, ਮੈਨੂੰ ਪਤਾ ਨਹੀਂ ਕੌਣ ਹੈ। ਕਹਿੰਦਾ ਮੈਂ ਕਿਹਦੀ ਉਸਤਤ ਕਰਾਂ, ਕਿਉਂਕਿ ਮੈਂ ਹੀ ਆਪ ਹਾਂ, ਮੈਂ ਹੀ ਰੱਬ ਹਾਂ, ਮੈਂ ਹੀ ਇਕੱਲਾ ਇੱਥੇ ਹਾਂ। ਇਹ ਹੰਕਾਰ ਹੋ ਗਿਆ। ਕਰਨ ਕਰਾਵਨ ਮੈਂ ਕਰਤਾਰ। ਦੇਖੋ ਕਹਿੰਦਾ ਕਰਨ ਤੇ ਕਰਾਉਣ ਵਾਲਾ ਹੁਣ ਮੈਂ ਹੀ ਕਰਤਾਰ ਹਾਂ, ਮੈਂ ਕ੍ਰੀਏਟਰ ਹਾਂ। ਬਰਮਾ ਕਹਿੰਦਾ ਮੇਰੇ ਤੋਂ ਬਗੈਰ ਕੌਣ ਹੈ ਇੱਥੇ। ਪਰ ਨਾ ਹੈ ਕੋ ਸਿਰਜਣਹਾਰ। ਇਸ ਕਰਕੇ ਮੈਨੂੰ ਵੀ ਕੋਈ ਬਣਾਉਣ ਵਾਲਾ ਹੈ ਨਹੀਂ, ਮੈਨੂੰ ਕਿਹਨੇ ਬਣਾਇਆ, ਮੈਂ ਆਪਣੇ ਆਪ ਪੈਦਾ ਹੋਇਆ ਹਾਂ। ਬਰਮਾ ਦੇ ਮਨ ਵਿੱਚ ਐਸਾ ਜਿਹੜਾ ਹੈ ਸ਼ੰਕਾ ਪੈ ਗਿਆ। ਜੇ ਹੋਵਤ ਤੋ ਦੀਸਤ ਮੋਹੀ। ਹਾਂ ਕਹਿਣ ਲੱਗੇ ਜੇ ਕੋਈ ਤੀਜਾ ਹੋਵੇ ਤਾਂ ਬਰਮਾ ਕਹਿੰਦਾ ਜ਼ਰੂਰ ਦਿਸਣਾ ਚਾਹੀਦਾ, ਮੈਨੂੰ ਤਾਂ ਸਿਰਫ ਪਾਣੀ ਦਿਸਦਾ ਜਾਂ ਮੈਂ ਦਿਸਦਾ ਹਾਂ, ਇਸ ਤੋਂ ਬਗੈਰ ਤਾਂ ਹੋਰ
ਹੋਰ ਕੋਈ ਹੈ ਨਹੀਂ। ਲਖਿਓ ਨਾ ਕੋ ਜਾਂ ਤੇ ਨਹਿ ਹੋਹੀ। ਇਸ ਕਰਕੇ ਲਖਿਓ ਨਾ ਕੋ ਕੋਈ ਨਹੀਂ ਦਿਸਦਾ, ਇਸ ਕਰਕੇ ਕੋਈ ਹੈ ਹੀ ਨਹੀਂ ਤੀਜਾ, ਬਸ ਮੈਂ ਆ ਤਾਂ ਪਾਣੀ ਹਾਂ। ਇਸ ਬਿਦ ਹਿਰਦੈ ਗਰਭ ਜਬ ਭਇਓ। ਜਦੋਂ ਇਸ ਪ੍ਰਕਾਰ ਦਾ ਉਹਨੂੰ ਹੰਕਾਰ ਹੋਇਆ ਆਪਣੇ ਮਨ ਦੇ ਵਿੱਚ, ਮੈਂ ਹੋ ਅਪਰ ਨਾ ਕਰਤਾ ਬਿਓ। ਵੀ ਮੈਂ ਹੀ ਹਾਂ, ਹੋਰ ਕੋਈ ਕਰਤਾ ਨਹੀਂ, ਕੋਈ ਹੋਰ ਕ੍ਰੀਏਟਰ ਹੈ ਨਹੀਂ। ਦੋਹਰਾ ਤਬ ਗੰਭੀਰ ਧੁਨ ਸੋ ਮధుਰ ਬਾਨੀ ਭਈ ਆਕਾਸ਼। ਉਸ ਵੇਲੇ ਜੋ ਬਰਮਾ ਨੇ ਅਹੰਕਾਰ ਕੀਤਾ ਨਾ, ਤਾਂ ਉਸ ਵੇਲੇ ਤਬ ਗੰਭੀਰ ਇੱਕ ਸੀਰੀਅਸ ਧੁਨ ਉੱਠੀ ਆਕਾਸ਼ ਦੇ ਵਿੱਚ। ਬਹੁਤ ਗੰਭੀਰ ਆਵਾਜ਼, ਬਹੁਤ ਉੱਚੀ ਆਵਾਜ਼ ਦੇ ਨਾਲ ਆਕਾਸ਼ ਦੇ ਵਿੱਚੋਂ, ਖੁੱਲੇ ਆਕਾਸ਼ ਵਿੱਚੋਂ ਇੱਕ ਆਵਾਜ਼ ਆਈ ਜਿਹਨੂੰ ਆਕਾਸ਼ ਬਾਣੀ ਕਹਿੰਦੇ ਹਾਂ। ਉਹ ਆਕਾਸ਼ ਬਾਣੀ ਐਸੀ ਹੋਈ ਜਿਹੜੀ ਕਿ ਆਕਾਸ਼ ਵਿੱਚੋਂ ਆਪਣੇ ਆਪ ਮੁਹਾਰੇ ਆਉਂਦੀ ਹੈ। ਕਿਉ ਗਰਭਤ ਬ੍ਰਹਮਾ ਹਿਰਦੈ ਮੈਂ ਹੋ ਕਰਤ ਪ੍ਰਕਾਸ਼। ਉਸ ਵੇਲੇ ਉਹ ਆਵਾਜ਼ ਨੇ ਬੜੀ ਗਰਜਵੀਂ ਆਵਾਜ਼ ਵਿੱਚ ਕੀ ਕਿਹਾ, ਕਿਉਂ ਗਰਭਤ ਬ੍ਰਹਮਾ ਹਿਰਦੈ, ਹੇ ਬਰਮਾ ਤੂੰ ਆਪਣੇ ਹਿਰਦੇ ਵਿੱਚ ਕਿਉਂ ਗਰਭ ਕਰਦਾ ਹਾਂ, ਤੂੰ ਕਿਉਂ ਹੰਕਾਰ ਕਰਦਾ ਹਾਂ, ਕਿਉਂ ਤੂੰ ਕਹਿੰਦਾ ਹਾਂ ਮੈਂ ਹੋ ਕਰਤ ਜਿਹੜਾ ਹਨ ਪ੍ਰਕਾਸ਼। ਤੇ ਆਵਾਜ਼ ਕਹਿੰਦੀ ਹੈ ਪ੍ਰਕਾਸ਼ ਕਰਨ ਵਾਲਾ ਮੈਂ ਹਾਂ, ਤੂੰ ਨਹੀਂ। ਬਰਮਾ ਨੂੰ ਕਹਿੰਦੇ ਵੀ ਮੈਂ ਹਾਂ, ਮੈਂ ਹੋ ਕਰਤ ਪ੍ਰਕਾਸ਼। ਜਾਂ ਬਰਮਾ ਤੂੰ ਇਹ ਹੰਕਾਰ ਕਿਉਂ ਕਰਦਾ ਹਾਂ ਕਿ ਤੂੰ ਆਪਣੇ ਆਪ ਤੋਂ ਬਣਿਆ ਹਾਂ। ਉਹ ਆਵਾਜ਼ ਕਹਿ ਰਹੀ ਹੈ ਕਿ ਮੈਂ ਤੈਨੂੰ ਬਣਾਇਆ, ਤੂੰ ਆਪਣੇ ਆਪ ਤੋਂ ਨਹੀਂ ਬਣਿਆ। ਚੌਪੇ ਜਿਸ ਤੇ ਹੋਇਓ ਜਨਮ ਤੁਮਾਰਾ। ਕਹਿਣ ਲੱਗੇ ਜਿਹਦੇ ਤੋਂ ਤੇਰਾ ਜਨਮ ਹੋਇਆ ਹੈ, ਤੇਰੇ ਜਨਮ ਦਾ ਵਸੀਲਾ ਬਣਿਆ, ਮੀਡੀਅਮ ਬਣਿਆ ਤੇਰੇ ਜਨਮ ਦਾ। ਤੇ ਕੋ ਖੋਜੋ ਆਏ ਵਿਚਾਰਾ। ਕਹਿਣ ਲੱਗੇ ਉਸ ਨੂੰ ਖੋਜ ਬਰਮਾ, ਉਸ ਨੂੰ ਖੋਜ ਜਿਹਨੇ ਤੈਨੂੰ ਪੈਦਾ ਕੀਤਾ ਹੈ, ਜਿਸ ਤੋਂ ਤੂੰ ਪੈਦਾ ਹੋਇਆ ਉਹਦੀ ਖੋਜ ਕਰ, ਉਹਨੂੰ ਉਹਦੀ ਜਿਹੜੀ ਹੈ ਤੂੰ ਰਿਸਰਚ ਕਰ। ਸੁਨ ਕਰ ਬ੍ਰਹਮੇ ਬਚਨ ਉਚਾਰਾ। ਉਸ ਵੇਲੇ ਬਰਮਾ ਨੇ ਇਹ ਗੱਲ ਸੁਣ ਕੇ ਆਕਾਸ਼ ਬਾਣੀ ਵੱਲ ਮੂੰਹ ਕਰਕੇ ਕਿਹਾ, ਭਲੀ ਭਾਂਤ ਸਭ ਸਥਲ ਨਿਹਾਰਾ। ਕਹਿੰਦਾ ਮੈਂ ਤਾਂ ਸਾਰੇ ਪਾਸੇ ਦੇਖ ਲਿਆ ਜੀ, ਚਾਰੇ ਪਾਸੇ ਮੈਂ ਦੇਖ ਲਿਆ, ਹੁਣ ਨਿਗਾਹ ਮਾਰ ਕੇ ਸਮਝ ਕੇ। ਕਹਿ ਮੈਂ ਹੋ ਕਹਿ ਜਲ ਹੈ ਇਹਾਂ। ਜਾਂ ਮੈਂ ਹਾਂ ਜਾਂ ਇਹ ਪਾਣੀ ਹੈ, ਹੋਰ ਤਾਂ ਕੋਈ ਹੈ ਨਹੀਂ। ਅਪਰ ਨਾ ਪੇਖਿਓ ਪੇਖ ਬਹੁ ਰਹਾ। ਹੁਣ ਦੇਖੋ ਮੈਂ ਤਾਂ ਦੇਖਦਾ ਰਿਹਾ, ਕਿੰਨੇ ਸਾਲ ਹੋ ਗਏ ਮੈਨੂੰ ਇੱਥੇ ਬੈਠਿਆ ਹੋਇਆ, ਮੈਂ ਦੇਖੀ ਜਾਣਾ, ਕੋਈ ਨਹੀਂ ਮੈਨੂੰ ਦਿਸਿਆ, ਕੋਈ ਹੈ ਹੀ ਨਹੀਂ ਇੱਥੇ ਹੋਰ। ਜੇਕਰ ਤੀਜੋ ਹੈ ਕਿਹ ਥਾਈ। ਜੇ ਕੋਈ ਤੀਜਾ ਹੈ ਕਿਸੇ ਥਾਂ ਤੇ, ਸੋ ਮੋਕੋ ਅਬ ਦੇਹੋ ਬਤਾਈ। ਤਾਂ ਹੁਣ ਮੈਨੂੰ ਦੱਸ ਦੇ ਕੌਣ ਹੈ, ਕਿੱਥੇ ਹੈ, ਮੈਂ ਵੀ ਦੇਖ ਲਵਾਂ ਜੇ ਕੋਈ ਤੀਜਾ ਹੈਗਾ ਹੈ। ਤਬ ਆਕਾਸ਼ ਬਾਣੀ ਨੇ ਕਹਾ। ਉਸ ਵੇਲੇ ਆਕਾਸ਼ ਬਾਣੀ ਨੇ ਬਰਮਾ ਦਾ ਇਹ ਸਵਾਲ ਦਾ ਜਵਾਬ ਇਹ ਦਿੱਤਾ, ਆਨਸਰ ਇਹ ਦਿੱਤਾ, ਜਿਸ ਪਰ ਬੈਠ ਪਰਮ ਸੁਖ ਲਹਾ। ਕਹਿਣ ਲੱਗੇ ਬਰਮਾ ਤੂੰ ਬੈਠਾ ਕਿੱਥੇ ਹੈ, ਹੁਣ ਤੇਰੀ ਬੈਠਣ ਵਾਲਾ ਥਾਂ ਕੀ ਹੈ, ਤੂੰ ਕਿੱਥੇ ਬੈਠਾ ਹਾਂ, ਤੂੰ ਪਾਣੀ ਤੇ ਤਾਂ ਨਹੀਂ ਨਾ ਬੈਠਾ, ਤੂੰ ਬੈਠਾ ਕਿੱਥੇ ਆ। ਇਹ ਜਿਹੜਾ ਹੈ ਪਰਮ ਸੁਖ ਲਹਾ, ਇੰਨਾ ਸੁਖ ਤੂੰ ਪਾ ਰਿਹਾ, ਕਿੰਨੇ ਸਾਲ ਦਾ ਤੂੰ ਇੱਥੇ ਬੈਠਾ ਹਾਂ, ਇਹ ਤਾਂ ਖਿਆਲ ਰੱਖ ਤੂੰ ਬੈਠਾ ਕਿਹਦੇ ਉੱਤੇ ਹੈ। ਸੋ ਆਪਣੀ ਤੂੰ ਆਦ ਪਛਾਨ। ਕਹਿਣ ਲੱਗੇ ਜਿਹਦੇ ਉੱਤੇ ਤੂੰ ਸੀਟਡ ਹੈ, ਜਿਹਦੇ ਉੱਤੇ ਤੂੰ ਬੈਠਾ ਹੈ, ਸੋ ਆਪਣੀ ਤੂੰ ਆਦ ਪਛਾਣ, ਉਹ ਤੇਰੀ ਉਤਪਤੀ ਦਾ ਕਾਰਨ ਹੈ, ਉਹ ਤੇਰਾ ਕ੍ਰੀਏਸ਼ਨ ਦਾ ਰੀਜ਼ਨ ਹੈ, ਉਹ ਤੇਰੇ ਕ੍ਰੀਏਸ਼ਨ ਦਾ ਕੌਸ ਹੈ, ਜਿਹਦੇ ਉੱਤੇ ਤੂੰ ਬੈਠਾ ਹੈ, ਜਿਹੜਾ ਕਿ ਕਮਲ ਫੁੱਲ ਸੀਗਾ, ਲੋਟਸ ਫਲਾਵਰ ਸੀਗਾ। ਇਸ ਕੋ ਖੋਜ ਗਰਭ ਪੁਨ ਠਾਨ। ਹਾਂ, ਕਹਿਣ ਲੱਗੇ ਇਹ ਜਿਹੜਾ ਹਨ ਕਮਲ ਫੁੱਲ ਨੂੰ ਤੂੰ ਖੋਜ, ਜਿਹਦੇ ਉੱਤੇ ਤੂੰ ਬੈਠਾ ਹੈ, ਫਿਰ ਤੂੰ ਹੰਕਾਰ ਕਰ ਲਈ। ਜੇ ਤੂੰ ਇਹ ਕਮਲ ਫੁੱਲ ਦਾ ਵੀ ਅੰਤ ਪਾ ਲੂੰਗਾ ਨਾ, ਤਾਂ ਤੂੰ ਹੰਕਾਰ ਕਰ ਲਈ, ਫੇਰ ਨਹੀਂ ਕੋਈ ਹੋਵੇਗਾ। ਪਰ ਹੰਕਾਰ ਕਰਨ ਤੋਂ ਪਹਿਲਾਂ ਜਿੱਥੇ ਤੂੰ ਬੈਠਾ ਉਹਦੀ ਤਾਂ ਖੋਜ ਕਰ, ਤੂੰ ਕਿੱਥੇ ਬੈਠਾ ਹੈ। ਦੇਖ ਕਮਲ ਬਿਦ ਗਿਰਾ ਉਚਾਰੀ। ਉਸ ਵੇਲੇ ਜਿਹੜਾ ਹਨ ਬਰਮਾ ਨੇ ਇਹ ਗੱਲ ਸੁਣ ਕੇ ਨਾ, ਉਸੇ ਵੇਲੇ ਉਹ ਕਮਲ ਵੱਲ ਦੇਖਿਆ ਥੱਲੇ ਨੂੰ, ਜਿੱਥੇ ਉੱਤੇ ਬੈਠਾ ਸੀਗਾ, ਸੋ ਉਹਦੇ ਵੱਲ ਨਿਗਾਹ ਮਾਰੀ ਤੇ ਇਹ ਕਿਹਾ ਬਰਮਾ ਨੇ, ਇਹ ਤੋਂ ਛੋਟੋ ਮੋਹੇ ਅਗਾਰੀ। ਕਹਿੰਦਾ ਇਹ ਤਾਂ ਫੁੱਲ ਛੋਟਾ ਜਿਹਾ ਹੈਗਾ, ਮੈਂ ਵੱਡਾ, ਮੇਰਾ ਸਰੀਰ ਦੇਖੋ ਕਿੱਡਾ ਵੱਡਾ ਹੈ, ਇਹ ਜਿਹੜਾ ਫੁੱਲ ਤਾਂ ਛੋਟਾ ਜਿਹਾ ਹੀ ਹੈ ਜਿਹਦੇ ਉੱਤੇ ਮੈਂ ਚੌਂਕੜੀ ਮਾਰ ਕੇ ਬੈਠਾ ਹਾਂ। ਵੇਖੋ ਵਿਸਾਲ ਆਪਣੀ ਦੇਹੀ। ਦੇਖੋ ਮੈਂ ਇਹ ਕਮਲ ਫੁੱਲ ਤੋਂ ਵੱਡਾ ਹਾਂ, ਇਸ ਕਰਕੇ ਮੈਨੂੰ ਲੱਗਦਾ ਮੈਂ ਵੱਡਾ, ਇਹ ਕਮਲ ਫੁੱਲ ਛੋਟਾ ਹੈ, ਇਹ ਤਾਂ ਸਿਰਫ ਮੇਰੀ ਸੀਟ ਹੈ, ਮੈਂ ਉਹਦੇ ਤੇ ਬੈਠਾ ਹਾਂ। ਅਸਮੰਜਸਪਨ ਆਏ ਨਾ ਕਹੀ। ਕਹਿ ਲਗੇ ਇਹ ਕਿਵੇਂ ਹੋ ਸਕਦਾ, ਇੰਨੇ ਛੋਟੇ ਜਿਹੇ ਫੁੱਲ ਨੇ ਐਡਾ ਵੱਡਾ ਮੇਰਾ ਸਰੀਰ ਪੈਦਾ ਕਰਤਾ, ਹੋ ਹੀ ਨਹੀਂ ਸਕਦਾ, ਇਹ ਤਾਂ ਛੋਟਾ ਜਿਹਾ, ਮੈਂ ਤਾਂ ਏਡਾ ਵੱਡਾ ਹਾਂ। ਇਹ ਤਾਂ ਅਸਮੰਜਸ ਹੈ। ਅਸਮੰਜਸ ਹੁੰਦੀ ਹੈ ਵੀ ਸੰਦੇਹ ਵਾਲੀ ਗੱਲ, ਵੀ ਜਿਹੜੀ ਨਹੀਂ ਹੋ ਸਕਦੀ। ਹਾਂਜੀ, ਸੋ ਇਹ ਨਹੀਂ ਹੋ ਸਕਦਾ ਜੀ, ਇੰਪੋਸੀਬਲ ਹੈ। ਅਲਪ ਵਸਤ ਕਸ ਜਨ ਹੈ ਵਿਸਾਲਾ। ਕਹਿ ਲਗੇ ਦੇਖੋ ਛੋਟੀ ਵਸਤੂ, ਛੋਟਾ ਫੁੱਲ, ਐਡਾ ਵੱਡਾ ਸਰੀਰ ਮੇਰਾ ਕਿਵੇਂ ਪੈਦਾ ਕਰ ਦਿੱਤਾ, ਕਿਵੇਂ ਹੋ ਸਕਦਾ, ਨਹੀਂ ਹੋ ਸਕਦਾ। ਨਭ ਮਹਿ ਬੋਲੇ ਬਹੁਰ ਅਕਾਲਾ। ਕਹਿ ਲਗੇ ਨਭ ਆਕਾਸ਼ ਬਾਣੀ ਫੇਰ ਹੋਈ ਉਸ ਵੇਲੇ ਬਰਮਾ ਦੀ ਇਹ ਗੱਲ ਸੁਣ ਕੇ। ਜਬ ਭਲ ਭਾਂਤ ਖੋਜ ਨਾ ਠਾਨ ਹੋ। ਕਹਿ ਲਗੇ ਚੱਲ ਬਰਮਿਆ ਤੂੰ ਐਂ ਕਰ ਬਰਮਾ, ਇਹਦੀ ਖੋਜ ਕਰ, ਹੁਣ ਇਹ ਫੁੱਲ ਦੀ ਖੋਜ ਕਰ ਚੰਗੀ ਤਰ੍ਹਾਂ, ਫੇਰ ਤੂੰ ਬੋਲੀ, ਖੋਜ ਕਰਨ ਤੋਂ ਪਹਿਲਾਂ ਨਾ ਬੋਲ। ਅਲਪ ਵਿਸਾਲ ਤਬਹਿ ਪਹਿਚਾਨ ਹੋ। ਫੇਰ ਤੈਨੂੰ ਪਤਾ ਲੱਗਿਆ ਕੌਣ ਛੋਟਾ ਤੇ ਕੌਣ ਵੱਡਾ ਹੈ, ਇਹਦੀ ਪਹਿਚਾਣ ਤੈਨੂੰ ਉਦੋਂ ਆਵੇਗੀ ਜਦੋਂ ਇਹਦੀ ਖੋਜ ਕਰੇਗਾ। ਸੁਣ ਕੇ ਬ੍ਰਹਮਾ ਚਕ੍ਰਿਤ ਹੋਵਾ। ਇਹ ਸੁਣ ਕੇ ਬਰਮਾ ਚਕਰਤ ਹੋ ਗਿਆ, ਹੈਰਾਨ ਹੋ ਗਿਆ।
ਉਹਨੂੰ ਪਤਾ ਨਾ ਲੱਗੇ ਵੀ ਇਹ ਕੀ ਹੋ ਗਿਆ ਹੁਣ। ਕਹਿੰਦਾ ਵੀ ਮੈਂ ਤਾਂ ਆਲੇ ਦੁਆਲੇ ਦੇਖਦਾ ਰਿਹਾ ਵੀ ਮੈਂ ਹਾਂ ਜਾਂ ਪਾਣੀ ਹਾਂ, ਮੈਂ ਤਾਂ ਤੀਜੀ ਗੱਲ ਸੋਚਿਓ ਨਹੀਂ, ਇਹ ਕਮਲ ਫੁੱਲ ਵੀ ਮੇਰੇ ਥੱਲੇ ਹੈ, ਮੈਂ ਇਹਦੀ ਤਾਂ ਗੱਲ ਕੀਤੀ ਕੋਈ ਨਹੀਂ। ਇਸ ਕਰਕੇ ਜਿਹੜਾ ਹੈ ਉਹ ਚਾਕਿਰਤ ਹੋ ਗਿਆ, ਹੈਰਾਨ ਹੋ ਗਿਆ। ਚਿੰਤਾ ਕਰਤ ਕਮਲ ਦਿਸ ਜੋਵਾ। ਉਹਨੇ ਬੜੀ ਚਿੰਤਾ ਕੀਤੀ ਵੀ ਜਦੋਂ ਦੇਖੋ ਨਾ ਹੁਣ ਉਹ ਆਪ ਰੱਬ ਬਣ ਗਿਆ ਸੀ ਉਹਦੇ ਹੰਕਾਰ ਕਰਕੇ, ਹੁਣ ਉਹਦਾ ਰੱਬਪਣਾ ਟੁੱਟਣ ਲੱਗਿਆ ਹੈ, ਉਹਦਾ ਹੰਕਾਰ ਟੁੱਟਣ ਲੱਗਿਆ। ਇਸ ਕਰਕੇ ਬਰਮਾ ਚਿੰਤਾਤੁਰ ਹੋ ਗਿਆ, ਫਿਕਰਾਂ ਵਿੱਚ ਪੈ ਗਿਆ ਤੇ ਕਮਲ ਫੁੱਲ ਵੱਲ ਦੇਖਣ ਲੱਗਿਆ। ਮੈਂ ਵਿਸਾਲ ਇਹੋ ਅਲਪ ਦਿਸਾਈ। ਕਹਿੰਦਾ ਮੈਂ ਵੱਡਾ ਇਹ ਛੋਟਾ ਹੈ। ਉਤਪਤ ਮਮ ਕਿਸ ਬਿਦ ਬਨੇ ਆਈ। ਮੇਰੀ ਉਤਪਤੀ ਇਹਦੇ ਤੋਂ ਤਾਂ ਹੋ ਹੀ ਨਹੀਂ ਸਕਦੀ। ਇਹ ਕੀ ਗੱਲ ਹੋਈ, ਝੂਠੀ ਗੱਲ ਹੋਈ ਨਾ, ਇਹ ਤਾਂ ਹੋ ਹੀ ਨਹੀਂ ਸਕਦਾ। ਮੈਂ ਵੱਡਾ ਇਹ ਛੋਟਾ, ਇਹ ਮੈਨੂੰ ਕਿਵੇਂ ਪੈਦਾ ਕਰ ਦੂਗਾ? ਨਾਲੇ ਕਮਲ ਫੁੱਲ ਨੇ ਜੇ ਪੈਦਾ ਕਰਨਾ, ਫੁੱਲ ਪੈਦਾ ਕਰੂਗਾ ਨਾ, ਮੈਨੂੰ ਕਿਵੇਂ ਜਿਹੜਾ ਪੈਦਾ ਕਰ ਸਕਦਾ ਹੈ? ਬਹੁਤ ਚਿਤਵਤ ਅਸ ਹਿਰਦੈ ਵਿਚਾਰੀ। ਬਹੁਤ ਚਿਤਵਤ, ਬੜੀ ਉਹਨੇ ਚਿੰਤਾ ਜਿਹੜਾ ਹਨ ਮਨ ਵਿੱਚ ਵਿਚਾਰ ਕੀਤੀ, ਸੋਚਿਆ ਇਹ ਗੱਲ ਦੇ ਬਾਰੇ, ਹਿਰਦੇ ਵਿੱਚ ਵਿਚਾਰ ਵੀ ਕੀਤੀ। ਹਨੋ ਲਾਤ ਜੇ ਲੈ ਅਸਹਾਰੀ। ਕੀ ਹੋਇਆ ਉਸ ਵੇਲੇ ਬਰਮਾ ਨੇ ਜਿਹੜਾ ਹੈ ਕੀ ਕੀਤਾ, ਗੁੱਸੇ ਵਿੱਚ ਆ ਕੇ ਨਾ ਉਹ ਕਮਲ ਫੁੱਲ ਦੇ ਲੱਤ ਮਾਰੀ। ਸੋ ਜੇ ਲੈ ਸਹਾਰੀ, ਕਹਿੰਦਾ ਮੈਂ ਲੱਤ ਮਾਰਨੀ ਹੈ ਇਸ ਕਮਲ ਫੁੱਲ ਦੇ। ਦੇਖਿਆ ਕਮਲ ਫੁੱਲ ਸਹਾਰ ਸਕਦਾ ਕਿ ਨਹੀਂ ਮੇਰੀ ਲੱਤ ਨੂੰ, ਇਹਨੇ ਤਾਂ ਟੁੱਟ ਜਾਣਾ ਹੈ। ਕਹਿੰਦਾ ਮੈਂ ਲੱਤ ਮਾਰ ਕੇ ਦੇਖਦਾ ਜ਼ੋਰ ਦੀ। ਤੋ ਜਨ ਹੋ ਗਿਆ ਇਹ ਮਮ ਆ। ਹਾਂ, ਜੇ ਇਹ ਕਮਲ ਫੁੱਲ ਮੇਰੀ ਲੱਤ ਦਾ ਜਿਹੜਾ ਹੈ ਮੇਰੀ ਲੱਤ ਦਾ ਜਿਹੜੀ ਮਾਰ ਨੂੰ ਸਹਾਰ ਸਕਿਆ ਤਾਂ ਠੀਕ ਹੈ। ਜੇ ਇਹ ਟੁੱਟ ਗਿਆ, ਜੇ ਇਹ ਮਿਟ ਗਿਆ, ਫੇਰ ਤਾਂ ਨਹੀਂ ਹੋਵੇਗਾ ਨਾ, ਫੇਰ ਤਾਂ ਮੈਂ ਹੀ ਆ ਸਭ ਕੁਝ। ਟੁੱਟ ਗਇਓ ਜਬ ਸਮਝੋ ਬਾਤ। ਹਾਂ, ਕਹਿ ਲਗੇ ਜੇ ਇਹ ਫੁੱਲ ਟੁੱਟ ਗਿਆ ਤਾਂ ਫੇਰ ਮੈਂ ਕਹੂੰਗਾ ਵਿਅਰਥ ਹੈ। ਇਹਨੂੰ ਕੀ ਸਮਝਣਾ ਹੈ? ਜਿਹੜਾ ਇੱਕ ਲੱਤ ਦੀ ਮਾਰ ਤੋਂ ਟੁੱਟ ਸਕਦਾ ਹੈ ਉਹ ਕਮਲ ਫੁੱਲ, ਤਾਂ ਇਹਦੀ ਮੈਂ ਕੀ ਇਹਦੀ ਖੋਜ ਕਰਨੀ ਹੈ? ਇਟਸ ਨਾਟ ਵਰਥ ਵਾਈਲ। ਉਹ ਰਿਸਰਚ ਜਿਹੜੀ ਹੈ ਨਾਟ ਵਰਥ ਵਾਈਲ ਹੈ ਜੇ ਮੇਰੀ ਇੱਕ ਲੱਤ ਦੇ ਮਾਰਨ ਕਰਕੇ ਟੁੱਟ ਜਾਵੇ। ਕਰ ਵਿਚਾਰ ਤਬ ਲਾਤ ਪ੍ਰਹਾਰੀ। ਹੁਣ ਇਹ ਵਿਚਾਰ ਕਰਕੇ ਬਰਮਾ ਨੇ ਕੀ ਕੀਤਾ, ਲੱਤ ਮਾਰੀ ਜੀ, ਬੜੀ ਜਿਹੜੀ ਹਨ ਉਹਨੇ ਕਸ ਕੇ ਲੱਤ ਮਾਰੀ ਉਹ ਕਮਲ ਫੁੱਲ ਤੇ। ਚੱਲਿਓ ਨਾ ਕਮਲ ਦੁੱਤੇ ਤਬ ਮਾਰੀ। ਕੀ ਹੋਇਆ, ਉਹ ਲੱਤ ਮਾਰੀ, ਉਹ ਕਮਲ ਫੁੱਲ ਨੂੰ ਕੋਈ ਫਰਕ ਨਹੀਂ ਪਿਆ। ਉਹ ਕਮਲ ਫੁੱਲ ਹਿੱਲਿਆ ਤੱਕ ਵੀ ਨਹੀਂ। ਉਹਦੀ ਜ਼ੋਰ ਦੀ ਲੱਤ ਮਾਰਿਆ, ਉਹ ਕਮਲ ਫੁੱਲ ਜਿਹੜਾ ਉਸੇ ਤਰ੍ਹਾਂ ਹੀ ਪਿਆ ਰਿਹਾ। ਚੱਲਿਓ ਨਾ ਕਮਲ ਦੁੱਤੇ ਤਬ ਮਾਰੀ। ਕਹਿਣ ਲੱਗੇ ਜਦੋਂ ਉਹਨੇ ਇੱਕ ਲੱਤ ਮਾਰੀ ਤੇ ਕਮਲ ਫੁੱਲ ਨੂੰ ਕੋਈ ਫਰਕ ਨਾ ਪਿਆ ਤਾਂ ਬਰਮਾ ਨੇ ਦੂਜੀ ਲੱਤ ਮਾਰੀ। ਸੋ ਦੂਜੀ ਲੱਤ ਜ਼ੋਰ ਦੀ ਮਾਰੀ। ਅਨਤ ਪਰਿਓ ਤੇ ਕੇ ਮਦ ਜਾਈ। ਕੀ ਹੋਇਆ, ਜਦੋਂ ਲੱਤ ਦੂਜੀ ਮਾਰੀ ਨਾ ਉਹ ਤਿਲਕ ਗਿਆ, ਉਹ ਕਮਲ ਫੁੱਲ ਤੇ ਤਿਲਕ ਗਿਆ ਤੇ ਡਿੱਗ ਪਿਆ। ਕੀ ਹੋਇਆ ਜੀ, ਕਿੱਥੇ ਚਲਿਆ ਗਿਆ? ਉਹਦੇ ਵਿਚਾਲਾ ਹਿੱਸਾ ਜਿਹੜਾ ਹੁੰਦਾ ਹੈ, ਜਿਹਦੇ ਉੱਤੇ ਡੰਡੀ ਹੁੰਦੀ ਆ ਨਾ, ਉਹਦੇ ਵਿੱਚ ਜਾ ਵੜਿਆ। ਕਯੋ ਨਾਲ ਮਹਿ ਠੌਰ ਨਾ ਪਾਈ। ਦੇਖੋ ਬਰਮਾ ਉਸ ਨਾਲੀ ਦੇ ਵਿੱਚ ਡਿੱਗ ਪਿਆ। ਕਮਲ ਫੁੱਲ ਦੀ ਜਿਹੜੀ ਨਾਲੀ ਹੁੰਦੀ ਆ ਨਾ, ਉਹਦੇ ਵਿੱਚ ਡਿੱਗ ਪਿਆ ਤੇ ਡਿੱਗਦਾ ਗਿਆ। ਦੋਹਰਾ ਜਿਉ ਵਿਸਾਲ ਗੰਭੀਰ ਮਹਿ ਕੂਪ ਰੋਰ ਪਰ ਜਾਏ। ਜਿਵੇਂ ਕੋਈ ਡੂੰਘੇ ਖੂਹ ਵਿੱਚ ਡਿੱਗਦਾ ਹੈ ਨਾ, ਹਨੇਰਾ ਹੀ ਹਨੇਰਾ, ਤੇ ਉਹ ਡਿੱਗਦਾ ਹੀ ਜਾਂਦਾ ਥੱਲੇ ਨੂੰ। ਤੇ ਉਹ ਜਿਹੜਾ ਹੈ ਐਸਾ ਜਿਹੜਾ ਫੀਲ ਹੋਇਆ, ਬਰਮਾ ਥੱਲੇ ਨੂੰ ਡਿੱਗਦਾ ਹੀ ਗਿਆ ਤੇਜ਼ੀ ਦੇ ਨਾਲ। ਦੇਖੋ ਕੋਈ ਬੰਦਾ ਡਿੱਗਦਾ ਹੈ ਤਾਂ ਬਹੁਤ ਤੇਜ਼ੀ ਨਾਲ ਜਾਂਦਾ ਹੈ ਨਾ, ਉਹ ਨਾਲੀ ਦੇ ਵਿੱਚ ਡਿੱਗਦਾ ਗਿਆ ਜੀ। ਤਿਉ ਤਿਸ ਮੈਂ ਗਿਰ ਕੇ ਗਇਓ ਥਾਹੇ ਨਾ ਕਿਤਹੂ ਪਾਏ। ਇਨ ਜਿਹੜਾ ਹਾਂ ਉਹ ਡਿੱਗਦਾ ਹੀ ਜਾਂਦਾ, ਡਿੱਗਦਾ ਹੀ ਜਾਂਦਾ, ਉਹਦਾ ਅੰਤ ਨਹੀਂ ਆਉਂਦਾ। ਉਹਨੂੰ ਪਤਾ ਨਹੀਂ ਲੱਗ ਰਿਹਾ ਵੀ ਕਿੱਥੇ ਮੈਂ ਜਾ ਰਿਹਾ ਹਾਂ, ਹਨੇਰਾ ਹੈ, ਪਰ ਇੰਨਾ ਜ਼ਰੂਰ ਪਤਾ ਹੈ ਮੋਮੈਂਟਮ ਹੋ ਰਿਹਾ ਹੈ ਨਾ, ਉਹ ਡਿੱਗਦਾ ਜਾ ਰਿਹਾ ਹੈ, ਉਹਨੂੰ ਫੀਲ ਹੋ ਰਿਹਾ ਉਹ ਡਿੱਗਦਾ ਜਾ ਰਿਹਾ ਥੱਲੇ, ਇੰਨੀ ਥੱਲੇ ਤੱਕ ਜਾ ਰਿਹਾ ਹੈ, ਉਹ ਨਾਲੀ ਦਾ ਅੰਤ ਹੀ ਨਹੀਂ ਆ ਰਿਹਾ, ਹਜੇ ਐਂਡ ਨਹੀਂ ਆ ਰਿਹਾ। ਚੌਪੇ ਚਲਿਓ ਜਾਤ ਚਿਰ ਕਾਲ ਬਿਤਾਵਾ। ਦੇਖੋ ਉਹ ਡਿੱਗਦਿਆਂ ਡਿੱਗਦਿਆਂ ਜਿਹੜਾ ਹਨ ਬਰਮਾ ਨੂੰ ਡਿੱਗਦਿਆਂ ਹੋਇਆਂ 18 ਯੁੱਗ ਬੀਤ ਗਏ। 18 ਯੁੱਗ ਬੀਤ ਗਏ। ਸੋ ਇੱਕ ਜਿਹੜਾ ਹੈ ਮਹਾਕਾਲ ਦਾ ਸਮਾਂ ਹੁੰਦਾ ਹੈ 4.32 ਮਿਲੀਅਨ ਈਅਰਸ, ਇੰਨਾ ਸਮਾਂ ਹੁੰਦਾ ਹੈ। ਤੇ 18 ਜਿਹੜੇ ਹਨ ਯੁੱਗ ਬੀਤ ਗਏ, ਮਤਲਬ ਕਿ ਜਿਹੜਾ ਹਨ ਮਹਾਯੁੱਗ ਦੇ ਜਿਹੜਾ ਹਨ ਮਹਾਯੁੱਗ 4 ਯੁੱਗਾਂ ਦਾ ਬਣਦਾ ਹੈ। ਸੋ ਉਹਨੂੰ ਜੇ ਆਪਾਂ ਡਿਵਾਈਡ ਕਰੀਏ, ਜਿਹੜਾ ਹੈ ਉਹਨੂੰ ਡਿਵਾਈਡ ਕਰੀਏ 4 ਦੇ ਨਾਲ, ਸੋ 18 ਡਿਵਾਈਡ ਬਾਈ 4 ਕਰਕੇ ਫਿਰ ਉਹਨੂੰ ਦਾ ਮਲਟੀਪਲੀਕੇਸ਼ਨ ਕਰੀਏ 4.32 ਮਿਲੀਅਨ ਈਅਰਸ ਦੇ ਨਾਲ, ਤਾਂ ਉਸਦਾ ਜਿਹੜਾ ਹੈ ਗਿਣਤੀ ਬਣੇਗੀ ਕਿੰਨੇ ਸਾਲ ਜਿਹੜੇ ਹਨ ਅਰਥ ਈਅਰਸ ਬਣਦੇ ਹਨ। ਸੋ ਜਿਹੜਾ ਹਨ ਐਡਾ ਲੰਮਾ ਸਮਾਂ ਉਹ ਡਿੱਗਦਾ ਹੀ ਗਿਆ। ਠਹਿਰਨ ਥਾਨ ਕਹੂ ਨਹਿ ਪਾਵਾ। ਦੇਖੋ 18 ਯੁੱਗ ਡਿੱਗਦਿਆਂ ਡਿੱਗਦਿਆਂ ਬੀਤ ਗਏ, ਪਰ ਉਹਨੂੰ ਥਾਂ ਜਿਹੜਾ ਅੰਤ ਨਹੀਂ ਪਿਆ, ਹਜੇ ਥੱਲਾ ਨਹੀਂ ਆਇਆ,
ਹਜੇ ਐਂਡ ਨਹੀਂ ਆਇਆ। ਕਬ ਸਿਰ ਉੱਪਰ ਕਬ ਹੀ ਨੀਚੇ, ਡਿੱਗਦਿਆਂ ਡਿੱਗਦਿਆਂ ਬਰਮਾ ਜਿਹੜਾ ਹੈ ਰੁੜਦਾ ਜਾਂਦਾ ਹੈ, ਕਿਤੇ ਸਿਰ ਉੱਤੇ ਕਿਤੇ ਲੱਤਾਂ ਉੱਤੇ, ਕਿਤੇ ਲੱਤਾਂ ਥੱਲੇ ਸਿਰ ਉੱਤੇ, ਐ ਰੁੜਦਾ ਜਾ ਰਿਹਾ ਜੀ ਉਹਦੇ ਵਿੱਚ। ਚਲਿਓ ਜਾਤ ਤਿਸ ਨਾਲੀ ਵੀਚੇ, ਬਸ ਉਹ ਨਾਲੀ ਦੇ ਵਿੱਚ ਹੀ ਫਸਿਆ ਰਿਹਾ। 18 ਯੁੱਗ ਬੀਤ ਗਏ। ਬਿਹਬਲ ਹੋਇਆ ਅਤ ਹੀ ਦੁਖ ਪਾਵਾ, ਬਹੁਤ ਬੇਹਬਲ ਹੋਇਆ, ਬਹੁਤ ਦੁਖੀ ਹੋਇਆ। ਉਹਨੂੰ ਕੋਈ ਰਸਤਾ ਨਾ ਮਿਲੇ ਨਿਕਲਣ ਦਾ, ਕੋਈ ਰਸਤਾ ਨਾ ਉਹਨੂੰ ਮਿਲੇ। ਜਿਹੜਾ ਆਪਣੇ ਆਪ ਨੂੰ ਰੱਬ ਕਹਿੰਦਾ ਸੀ ਨਾ ਬਰਮਾ, ਹੁਣ ਪਤਾ ਲੱਗਿਆ, ਕਹਿੰਦਾ ਮੈਂ ਤਾਂ ਨਾਲੀ ਦਾ ਵੀ ਅੰਤ ਨਹੀਂ ਪਾ ਸਕਿਆ। ਅੰਤ ਜਨੇ ਪਤਾ ਨਹੀਂ ਨਾਲੀ ਕਿੱਡੀ ਕੁ ਲੰਮੀ ਹੈ। ਉਬਰਨ ਕੋ ਨਹਿ ਪਾਏ ਉਪਾਵਾ, ਤੇ ਜਿਹੜਾ ਹਨ ਉਸ ਨਾਲੀ ਵਿੱਚੋਂ ਬਾਹਰ ਨਿਕਲਣ ਵਾਸਤੇ ਵੀ ਕੋਈ ਉਪਾਅ, ਕੋਈ ਤਰੀਕਾ ਨਹੀਂ ਉਹਨੂੰ ਦਿਸਦਾ। ਆਦ ਮਦ ਅੰਤ ਹੋ ਸਾਰੇ, ਦੇਖੋ ਆਦ ਮਤ ਤੇ ਅੰਤ ਹੁੰਦਾ ਹੈ। ਜਿਹੜਾ ਬਿਗਨਿੰਗ ਪੁਆਇੰਟ ਹੁੰਦਾ ਹੈ, ਮਿਡਲ ਪੁਆਇੰਟ ਹੁੰਦਾ ਹੈ ਤੇ ਐਂਡ ਪੁਆਇੰਟ ਹੁੰਦਾ ਹੈ। ਤੇ ਇਹ ਨਾਲੀ ਦਾ ਨਾ ਤਾਂ ਆਦ ਦਾ ਕੋਈ ਪਤਾ ਲੱਗ ਰਿਹਾ ਹੈ, ਨਾ ਮਿਡਲ ਪੁਆਇੰਟ ਦਾ ਪਤਾ ਲੱਗ ਰਿਹਾ, ਨਾ ਐਂਡ ਦਾ ਹੀ ਪਤਾ ਲੱਗ ਰਿਹਾ ਹੈ। ਪ੍ਰਥਮ ਗਰਭ ਤੇ ਬਚਨ ਉਚਾਰੇ, ਤੇ ਪ੍ਰਥਮ ਕਹਿੰਦੇ ਪਹਿਲਾਂ ਤਾਂ ਉਹਨੇ ਬੜੇ ਹੰਕਾਰ ਵਿੱਚ ਕਿਹਾ ਸੀ ਬਰਮਾ ਨੇ, ਸੋ ਸਭ ਗਰਭ ਗਇਓ ਤੇ ਉਰਤੇ, ਪਰ ਹੁਣ ਉਹ ਸਾਰਾ ਹੰਕਾਰ ਨਿਕਲ ਗਿਆ ਬਰਮਾ ਦਾ। ਬਰਮਾ ਦਾ ਜਿਹੜਾ ਹੈ ਸਾਰਾ ਹੀ ਹੰਕਾਰ ਮਿਟ ਗਿਆ ਇਹ ਦੇਖ ਕੇ। ਪਾਏ ਸ਼ਰਮ ਜਬ ਗਿਰਗਾ ਧੁਰਤੇ, ਤੇ ਬੜੀ ਸ਼ਰਮ ਆਈ। ਸ਼ਰਮ ਜਿਹੜੀ ਹੈ ਉਹਨੇ ਜਿਹੜਾ ਹੈ, ਸ਼ਰਮ ਤਾਂ ਇੱਕ ਤਾਂ ਸ਼ਰਮ ਹੁੰਦੀ ਹੈ, ਇੱਕ ਸ਼ਰਮ ਹੁੰਦੀ ਹੈ ਥਕੇਵਾਂ। ਥੱਕ ਗਿਆ ਬਰਮਾ ਰੁੜਦਾ ਰੁੜਦਾ 18 ਯੁਗਾਂ ਵਾਸਤੇ। ਭਇਓ ਦੁਖਾਤੁਰ ਰੋਦਨ ਕਰਹੀ, ਬਹੁਤ ਦੁੱਖ ਜਿਹੜਾ ਹਨ ਉਹਨੂੰ ਬੜਾ ਦੁੱਖ ਹੋਇਆ, ਬੜਾ ਦੁੱਖ ਕਰਕੇ ਉਹ ਦੁਖੀ ਹੋਇਆ ਤੇ ਰੋਦਨ ਕਰੀ, ਰੋਣ ਲੱਗ ਪਿਆ ਬਰਮਾ। ਕਹਿੰਦਾ ਇਹ ਮੈਂ ਕਿੱਥੇ ਫਸ ਗਿਆ, ਹੁਣ ਆ ਕੇ ਚੰਗਾ ਭਲਾ ਬਾਹਰ ਬੈਠਾ ਸੀ ਕਮਲ ਫੁੱਲ ਦੇ ਉੱਤੇ, ਤੇ ਮੈਂ ਕਿੱਥੇ ਫਸ ਗਿਆ, ਆ ਕੇ ਰੋਣ ਲੱਗ ਪਿਆ ਦੁਖੀ ਹੋ ਕੇ। ਉਸਤਤ ਪ੍ਰਭ ਕੀ ਬਹੁਰ ਉਚਰਹੀ, ਉਸ ਵੇਲੇ ਬਰਮਾ ਨੇ ਫੇਰ ਪਰਮਾਤਮਾ ਦੀ ਉਸਤਤ ਗਾਈ, ਹੇ ਪਰਮਾਤਮਾ ਤੂੰ ਹੀ ਹੈ, ਮੈਂ ਨਹੀਂ ਕੁਛ ਵੀ ਹੈਗਾ। ਨਮੋ ਨਮੋ ਅਬਿਨਾਸੀ ਸੁਆਮੀ, ਕਿਵੇਂ ਕੀਤੀ? ਕਹਿੰਦੇ ਨਮੋ, ਨਮਸਕਾਰ ਹੈ ਤੈਨੂੰ ਸਰੀਰ ਕਰਕੇ, ਨਮਸਕਾਰ ਹੈ ਤੈਨੂੰ ਮਨ ਕਰਕੇ, ਹੇ ਅਬਿਨਾਸੀ, ਨਾ ਜਾਂ ਨਾਸ ਹੋਣ ਤੋਂ ਰਹਿਤ, ਹੇ ਸੁਆਮੀ ਮਾਸਟਰ ਪਰਮਾਤਮਾ। ਰੂਪ ਨਾ ਰੇਖ ਨਾ ਅੰਤਰ ਜਾਮੀ, ਮਹਾਰਾਜ ਤੇਰਾ ਰੂਪ, ਤੇਰਾ ਰੇਖ, ਤੇਰਾ ਚਿੰਨ, ਤੇ ਤੂੰ ਜਿਹੜਾ ਹੈ ਐਸਾ ਅੰਤਰਜਾਮੀ ਕੋਈ ਨਹੀਂ ਜਾਣ ਸਕਦਾ। ਤੇਰੀ ਅੰਤਰਜਾਮਤਾ ਨੂੰ ਵੀ ਕੋਈ ਨਹੀਂ ਜਾਣ ਸਕਦਾ, ਤੇਰੇ ਰੂਪ ਨੂੰ ਵੀ ਕੋਈ ਨਹੀਂ ਜਾਣ ਸਕਦਾ, ਤੇਰੇ ਚਿੰਨ ਨੂੰ ਵੀ ਕੋਈ ਨਹੀਂ ਜਾਣ ਸਕਦਾ। ਪਾਰ ਬ੍ਰਹਮ ਪਰਮੇਸ਼ਰ ਕਰਤਾ, ਇਸ ਕਰਕੇ ਤੂੰ ਪਾਰ ਬ੍ਰਹਮ ਹੈ, ਮੈਂ ਤਾਂ ਸਿਰ ਬਰਮਾ ਹਾਂ, ਬ੍ਰਹਮ ਹਾਂ। ਤੂੰ ਤਾਂ ਪਾਰ ਬ੍ਰਹਮ ਹੈ, ਤੂੰ ਤਾਂ ਮੈਨੂੰ ਵੀ ਬਣਾਉਣ ਵਾਲਾ ਪਰਮੇਸ਼ਰ, ਤੂੰ ਕਰਤਾ ਹੈ ਕੱਲਾ ਸਾਰੀ ਸੰਸਾਰ ਦਾ। ਗੰਜਨ ਗਰਭ ਸਕਲ ਦੁਖ ਹਰਤਾ, ਤੂੰ ਗੰਜਨ ਕੱਟਣ ਵਾਲਾ ਹੈ, ਨਾਸ ਕਰਨ ਵਾਲਾ ਹੈ ਹੰਕਾਰ, ਤੇ ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲਾ ਤੂੰ ਆਪ ਹੈ। ਸ੍ਰੀ ਅਕਾਲ ਪਿਖ ਦੀਨ ਦਿਆਲਾ, ਉਸ ਵੇਲੇ ਸ੍ਰੀ ਅਕਾਲ, ਉਹ ਮਾਇਆ ਦਾ ਪਤੀ ਪਰਮਾਤਮਾ ਜਿਹੜੇ ਹਨ, ਉਹ ਜਿਹੜੇ ਹਨ ਦਇਆ ਦੇ ਘਰ ਵਿੱਚ ਆਏ। ਉਹਨੇ ਜਦੋਂ ਗਰੀਬ ਹੋਏ ਬਰਮਾ ਦੀ ਜਿਹੜੇ ਹਨ ਨਿਮਰਤਾ ਸਹਿਤ ਬੇਨਤੀ ਸੁਣੀ, ਕਾਢ ਨਾਲ ਤੇ ਲਿਆ ਤਤਕਾਲਾ। ਉਸ ਵੇਲੇ ਪਰਮਾਤਮਾ ਨੇ ਫਿਰ ਕੀ ਕੀਤਾ? ਬਰਮਾ ਨੂੰ ਉਸ ਨਾਲੀ ਵਿੱਚੋਂ ਕੱਢਣਾ ਕੀਤਾ। ਕੱਢਿਆ ਫਿਰ ਉਹ ਨਾਲੀ ਦੇ ਵਿੱਚੋਂ, ਤਮ ਗੁਬਾਰ ਤੇ ਬਾਹਰ ਆਇਓ। ਉਹ ਜਿਹੜਾ ਹਨ ਕਹਿੰਦੇ ਬਰਮਾ ਜਦੋਂ ਬਾਹਰ ਆਇਆ ਨਾ, ਕਿਉਂਕਿ 18 ਯੁੱਗ ਅੰਦਰ ਨੂੰ ਗਿਆ ਤੇ 18 ਹੀ ਯੁੱਗ ਲੱਗੇ ਉਹਨੂੰ ਬਾਹਰ ਆਉਣ ਵਿੱਚ, ਤੇ ਜਿੱਥੇ ਥੱਲੇ ਡਿੱਗਦਾ ਸੀ ਉੱਤੇ ਨੂੰ ਜਾਣ ਲੱਗ ਪਿਆ। ਸੋ ਉੱਤੇ ਨੂੰ ਜਾਂਦਿਆਂ ਹੋਇਆਂ ਵੀ 18 ਯੁੱਗ ਲੱਗੇ। ਇਸ ਪ੍ਰਕਾਰ ਕਰਕੇ 36 ਯੁੱਗ ਗੁਬਾਰ ਰਿਹਾ ਇਸ ਸੰਸਾਰ ਵਿੱਚ। 36 ਯੁੱਗ ਜੇ 36 ਯੁੱਗਾਂ ਵਾਸਤੇ ਧਰਤੀ ਤੇ ਕੁਝ ਨਹੀਂ ਸੀਗਾ। ਸੋ ਇਸ ਕਰਕੇ ਪਰਮਾਤਮਾ ਦੀ ਐਸੀ ਖੇਡ ਹੈ ਜੋ ਬਾਣੀ ਵਿੱਚ ਵੀ ਮਹਾਰਾਜ ਨੇ ਦੱਸਿਆ ਹੈ। ਬੈਠ ਕਮਲ ਪਰ ਬਹੁਤ ਸੁਖ ਪਾਇਓ, ਫੇਰ ਕਮਲ ਤੇ ਆ ਕੇ ਬਹਿ ਗਿਆ ਬਰਮਾ, ਜਿਵੇਂ ਪਹਿਲਾਂ ਬੈਠਾ ਸੀ। ਕਰਨ ਪ੍ਰਸ਼ੰਸਾ ਲੱਗਿਓ ਬਹੋਰੀ, ਫੇਰ ਹੁਣ ਸੱਚੇ ਮਨੋਂ ਪਰਮਾਤਮਾ ਦੀ ਪ੍ਰਸ਼ੰਸਾ, ਪਰਮਾਤਮਾ ਦੀ ਉਸਤਤ ਨੂੰ ਗਾਉਣ ਲੱਗਿਆ। ਬੰਦ ਹੈ ਬਾਰ ਬਾਰ ਕਰ ਜੋਰੀ, ਹੱਥ ਜੋੜ ਕੇ ਬਾਰ-ਬਾਰ ਮੱਥਾ ਹੀ ਟੇਕਦਾ ਹੈ ਪਰਮਾਤਮਾ ਨੂੰ। ਅਗਮ ਅਗੋਚਰ ਅਲਖ ਅਨੰਤਾ, ਦੇਖੋ ਪਰਮਾਤਮਾ ਦੇ ਗੁਣ ਗਾਏ। ਤੂੰ ਅਗੰਮ ਹੈ, ਤੇਰੀ ਗਮਤਾ ਕੋਈ ਨਹੀਂ ਪਾ ਸਕਦਾ, ਤੈਨੂੰ ਸਮਝ ਕੋਈ ਨਹੀਂ ਸਕਦਾ। ਤੂੰ ਇੰਦਰੀਆਂ ਦੇ ਜਿਹੜਾ ਹਨ ਸਮਝ ਤੋਂ ਪਕੜ ਤੋਂ ਪਰੇ ਹੈ, ਤੂੰ ਅਗੋਚਰ ਹੈ, ਤੂੰ ਲਖਿਆ ਨਹੀਂ ਜਾਂਦਾ, ਤੂੰ ਦੇਖਿਆ ਨਹੀਂ ਜਾਂਦਾ, ਤੂੰ ਅਨੰਤ ਹੈ, ਤੇਰਾ ਕੋਈ ਅੰਤ ਨਹੀਂ। ਅਚੁੱਤ ਅਬੈ ਸ੍ਰੀ ਭਗਵੰਤਾ, ਤੂੰ ਅਟਲ ਹੈ। ਅਚੁੱਤ ਮੀਨਸ ਅਟਲ ਹੈ, ਤੂੰ ਕਿਤੇ ਹਿੱਲਣ ਵਾਲਾ ਨਹੀਂ। ਅਭੈ ਹੈ, ਤੂੰ ਜਿਹੜਾ ਹੈ ਨਾਸ ਤੋਂ ਪਰੇ ਹੈ। ਹੇ ਭਗਵੰਤਾ, ਤੂੰ ਐਸਾ ਹੈ ਮਾਇਆ ਦਾ ਪਤੀ। ਸਤ ਅਰੂਪ ਅਨੂਪ ਅਲੇਖਾ, ਹੇ ਪਰਮਾਤਮਾ ਤੂੰ ਸਤ ਸਰੂਪ ਹੈ। ਤੂੰ ਜਿਹੜਾ ਹਨ ਸਤ ਸਰੂਪ ਹੁੰਦਿਆਂ ਹੋਇਆਂ ਵੀ ਅਰੂਪ ਹੈ। ਤੂੰ ਸਾਰਿਆਂ ਦੇ ਰੂਪ ਹੁੰਦਿਆਂ ਹੋਇਆਂ ਵੀ ਰੂਪ ਤੋਂ ਪਰੇ ਹੈ। ਤੇਰੀ ਉਪਮਾ ਜਿਹੜੀ ਨਹੀਂ ਕਹੀ ਜਾ ਸਕਦੀ, ਤੂੰ ਅਨੂਪ ਹੈ, ਅਲੇਖਾ, ਤੇਰਾ ਕੋਈ ਲੇਖਾ ਨਹੀਂ ਹੈਗਾ। ਨਿੰਤਯ ਅਭੁੱਤ ਅਛੂਤ ਅਪੇਖਾ, ਨਿਤਯ ਤੂੰ ਹਮੇਸ਼ਾ ਹੀ ਪ੍ਰੈਜ਼ੈਂਟ ਹੈ, ਤੂੰ ਹਰ ਥਾਂ ਤੇ ਪ੍ਰਗਟ ਰੂਪ ਵਿੱਚ ਹੈ। ਅਭੁੱਤ ਤੂੰ ਅਨੋਖਾ ਹੈ, ਤੇਰੇ ਵਰਗਾ ਕੋਈ ਨਹੀਂ ਹੈਗਾ। ਜਿਹੜਾ ਹਨ ਅਛੂਤ ਹੈ,
ਤੂੰ ਭੇਖ ਤੋਂ ਵੀ ਰਹਿਤ ਹੈ, ਜਿਹੜਾ ਹੈ ਅਪੇਖਾ ਹੈ, ਜਿਹੜਾ ਹੈ ਭੇਖ ਤੋਂ ਵੀ ਪਰੇ ਹੈ, ਤੇ ਅਛੂਤ ਹੈ। ਛੂਤ ਹੁੰਦਾ ਹੈ ਅਪਵਿੱਤਰਤਾ, ਅਛੂਤ ਹੁੰਦਾ ਜਿਹੜਾ ਪਵਿੱਤਰ ਹੋਵੇ। ਅਕਰਮ ਅਭਰਮ ਅਦਵੈਤ ਅਨਾਸਾ, ਤੂੰ ਅਕਰਮ ਹੈ, ਕਰਮ ਤੋਂ ਰਹਿਤ ਹੈ, ਤੇਰੇ ਵਿੱਚ ਭਰਮ ਕੋਈ ਨਹੀਂ ਹੈਗਾ, ਤੇਰੇ ਵਿੱਚ ਦ્વੈਤ ਡਾਊਟਪਣਾ ਕੋਈ ਨਹੀਂ ਹੈਗਾ। ਤੂੰ ਜਿਹੜਾ ਹੈ ਅਨਾਸਾ, ਤੂੰ ਨਾਸ ਤੋਂ ਵੀ ਪਰੇ ਹੈ। ਅਭੈ ਅਨਾਦਿ ਸੁਤੇ ਪ੍ਰਕਾਸ਼ਾ, ਹੇ ਪਰਮਾਤਮਾ ਤੂੰ ਅਭੈ ਹੈ, ਤੇਰੇ ਵਿੱਚ ਕੋਈ ਭੈ ਨਹੀਂ, ਤੂੰ ਕਿਸੇ ਤੋਂ ਡਰਦਾ ਨਹੀਂ। ਅਨਾਦਿ ਤੂੰ ਸਭ ਤੋਂ ਪਹਿਲਾਂ, ਤੂੰ ਪਹਿਲਾਂ ਤੋਂ ਵੀ ਪਹਿਲਾਂ ਹੈ। ਇਸ ਕਰਕੇ ਸੁਤੇ ਪ੍ਰਕਾਸ਼ ਆਪਣੇ ਆਪ ਤੋਂ ਹੀ ਪ੍ਰਕਾਸ਼ ਸਹਿ ਭੰਗ ਹੈ। ਰੇਖ ਨਾ ਰੰਗ ਨਾ ਮੋਹ ਨਾ ਮਾਇਆ, ਇਸ ਕਰਕੇ ਹੇ ਪਰਮਾਤਮਾ ਤੇਰਾ ਰੇਖ ਨਹੀਂ, ਤੇਰਾ ਚਿੰਨ ਨਹੀਂ, ਤੇਰਾ ਰੰਗ ਨਹੀਂ, ਤੇ ਨਾ ਤੈਨੂੰ ਮੋਹ ਹੈ ਕੋਈ ਮਾਇਆ ਦਾ। ਅਜੈ ਅਜਨਮਾ ਅਜਰ ਅਜਾਇਆ, ਤੂੰ ਅਜੈ ਹੈ ਜੋ ਨਹੀਂ ਜਿੱਤਿਆ ਜਾਂਦਾ, ਤੂੰ ਜਨਮ ਤੋਂ ਵੀ ਪਰੇ ਹੈ, ਤੂੰ ਅਜਨਮਾ ਹੈ, ਤੂੰ ਅਜਰ ਹੈ ਜੋ ਬੁੱਢਾ ਨਹੀਂ ਤੂੰ ਹੁੰਦਾ, ਅਜਾਇਆ ਤੈਨੂੰ ਕੋਈ ਇਸਤਰੀ ਜਨਮ ਵੀ ਨਹੀਂ ਦਿੰਦੀ। ਸਭ ਤੈ ਦੂਰ ਸਭਨ ਅਤ ਪਾਸਾ, ਤੂੰ ਹੀ ਪਰਮਾਤਮਾ, ਤੂੰ ਸਭ ਤੋਂ ਦੂਰ ਵੀ ਤੂੰ ਹੀ ਹੈ, ਸਭ ਤੋਂ ਨੇੜੇ ਵੀ ਤੂੰ ਹੀ ਹੈ। ਦੇਖੋ ਨਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਿਵੇਂ ਸਮਝਾਇਆ ਵੀ ਬੇਅੰਤ ਕੀ ਹੈ। ਬੇਅੰਤ ਉਹ ਹੈ, ਨੇੜਤਾ ਵਿੱਚ ਵੀ ਉਹ ਬੇਅੰਤ ਹੈ, ਉਹ ਨੇੜੇ ਤੋਂ ਵੀ ਨੇੜੇ ਹੈ, ਉਹ ਨੇੜੇ ਦੀ ਵੀ ਜਿਹੜੀ ਮੈਸ਼ਰਮੈਂਟ ਆਪਾਂ ਲੈ ਨਹੀਂ ਸਕਦੇ ਕਿਉਂਕਿ ਬੇਅੰਤ ਹੈ, ਉਹ ਨੇੜੇ ਤੋਂ ਨੇੜੇ ਵੀ ਹੈ। ਜੇ ਕਹੀਏ ਪਰਮਾਤਮਾ ਦੂਰ ਆ ਤਾਂ ਉਹਦੀ ਮੈਸ਼ਰਮੈਂਟ ਕੋਈ ਨਹੀਂ ਕਰ ਸਕਦਾ ਕਿੰਨਾ ਕੁ ਉਹ ਦੂਰ ਹੈ। ਸਦਾ ਅਲੇਪ ਸਰਬ ਮਹਿਬਾਸਾ, ਇਸ ਕਰਕੇ ਸਦਾ ਅਲੇਪ ਹੋ ਕੇ ਉਹ ਜਿਹੜਾ ਹੈ ਉਹਦੇ ਵਿੱਚ ਕੋਈ ਅਸਰ ਨਹੀਂ ਪੈਂਦਾ, ਕੋਈ ਇਫੈਕਟ ਨਹੀਂ ਹੁੰਦਾ, ਪਰ ਵਰਤਦਾ ਸਾਰਿਆਂ ਦੇ ਵਿੱਚ ਹੈ। ਲੋਕੀ ਭਾਵੇਂ ਕਿੱਡੇ ਵੀ ਪਾਪੀ ਹੋਣ ਪਰ ਪਰਮਾਤਮਾ ਅਲੇਪ ਹੈ, ਉਹਨਾਂ ਦੇ ਪਾਪ ਕਰ ਜਿਹੜਾ ਹਨ ਪਾਪਾਂ ਦੇ ਕਰਮ, ਪਾਪਾਂ ਦੀ ਮੈਲ ਤੋਂ ਪਰੇ ਹੈ, ਭਾਵੇਂ ਰਹਿੰਦਾ ਸਾਰਿਆਂ ਵਿੱਚ ਹੀ ਹੈ ਪਰ ਉਹਦੇ ਵਿੱਚ ਕੋਈ ਜੀਵ ਦੇ ਕਰਮ ਦਾ ਅਸਰ ਨਹੀਂ ਪੈਂਦਾ। ਨੇਤ ਨੇਤ ਨਿਤ ਅਪਰ ਅਪਾਰਾ, ਇਸ ਕਰਕੇ ਉਹ ਨੇਤ ਨੇਤ ਬੇਅੰਤ ਬੇਅੰਤ ਪਰਮਾਤਮਾ ਐਸਾ ਨਿਤ ਅਪਾਰ ਅਪਾਰਾ, ਨਿਤ ਹੀ ਅਪਰ ਤੇ ਅਪਾਰਾ ਹੈ। ਦੇਖੋ ਐਸਾ ਵੀ ਕਈ ਚੀਜ਼ਾਂ ਹੁੰਦੀਆਂ ਨਾ ਜਿਹੜੀਆਂ ਇੱਕ ਸਮੇਂ 'ਚ ਬਹੁਤ ਔਖੀਆਂ ਹੁੰਦੀਆਂ ਨੇ, ਪਰ ਜਦੋਂ ਸਮਾਂ ਬੀਤਦਾ ਹੈ ਸਾਇੰਟਿਸਟ ਉਹ ਚੀਜ਼ ਨੂੰ ਕੱਢ ਲੈਂਦੇ ਨੇ, ਖੋਜੀ ਕੱਢ ਕੇ ਅੱਗੇ ਰੱਖ ਦਿੰਦੇ ਨੇ। ਗੁਰੂ ਨਾਨਕ ਨੇ ਇੱਥੇ ਇੱਕ ਗੱਲ ਕਹੀ, ਕਹਿੰਦੇ ਨਿਤ ਅਪਰ ਅਪਾਰਾ, ਨਿਤ ਹੀ ਅਪਰ ਤੋਂ ਪਾਰ ਹੈ। ਭਾਵੇਂ ਅੱਜ ਕਿੰਨੀ ਵੀ ਬੰਦਾ ਖੋਜ ਕਰ ਲਵੇ ਉਹ ਤੋਂ ਵੀ ਅੱਗੇ ਉਨਾ ਹੀ ਦੂਰ ਪਰਮਾਤਮਾ ਹੋਰ ਹੈ। ਦੇਖੋ ਪਰਮਾਤਮਾ ਨੂੰ ਐਸਾ ਕੋਈ ਜਾਣ ਨਹੀਂ ਸਕਦਾ। ਸਹਸਰ ਨਾਮ ਅਸ ਬਦਨ ਉਚਾਰਾ, ਸੋ ਬਰਮਾ ਨੇ 1000 ਨਾਮ ਪਰਮਾਤਮਾ ਇਸ ਤਰ੍ਹਾਂ ਦਾ ਉਚਾਰਨ ਕੀਤਾ। ਤੇ ਛਿਨ ਨਭ ਬਾਣੀ ਪੁਨ ਹੋਈ, ਉਸ ਵੇਲੇ ਆਕਾਸ਼ ਬਾਣੀ ਹੋਈ, ਮੇਘ ਗਰਜ ਮਧੁਰੀ ਜਿਉ ਸੋਈ। ਦੇਖੋ ਮੇਘ ਜਿਹੜਾ ਬੱਦਲ ਦੀ ਗਰਜ ਹੋਈ, ਉਸ ਵੇਲੇ ਮਧੁਰੀ ਜਿਮ ਹੋਈ, ਬੜੀ ਮਿੱਠੀ ਆਵਾਜ਼ ਵਿੱਚ ਬੱਦਲ ਗਰਜਿਆ ਜੀ ਉਸ ਵੇਲੇ। ਦੋਹਰਾ ਤਪ ਕਰ ਤਪ ਕਰ ਤਪ ਕਰਹੋ, ਕਹਿਓ ਬਾਰ ਇਉ ਤੀਨ। ਆਵਾਜ਼ ਕੀ ਆਈ ਆਕਾਸ਼ ਵਿੱਚੋਂ, ਕਹਿੰਦੇ ਤਪ ਕਰ ਬਰਮਾ, ਤਪ ਕਰ, ਤਪ ਕਰੋ। 3 ਵਾਰੀ ਉਹ ਸ਼ਬਦ ਆਇਆ ਕਿ ਤੂੰ ਤਪ ਕਰ, ਤੂੰ ਜਿਹੜਾ ਹਨ ਭਗਤੀ ਕਰ, ਤੂੰ ਆਪਣਾ ਧਿਆਨ ਜੋੜ ਕੇ ਇੱਥੇ ਪਰਮਾਤਮਾ ਦੇ ਵਿੱਚ ਲੀਨ ਹੋ। ਕਰਿਓ ਬਾਰ ਇਉਂ 3 ਵਾਰੀ ਐਸਾ ਹੀ ਤਪ ਕਰੋ, ਤਪ ਕਰ ਤੇ ਤਪ ਕਰੋ, ਇਹੀ ਸ਼ਬਦ ਆਏ। ਜਗ ਰਚਨੇ ਕੀ ਸਕਤ ਹੋਇ, ਰਚੋ ਬਹੁਰ ਪਰਬੀਨ। ਦੇਖੋ ਹੁਣ ਬਰਮਾ ਵਿੱਚ ਧਰਤੀ ਨੂੰ, ਇਹ ਸੰਸਾਰ ਨੂੰ ਬਣਾਉਣ ਦੀ ਸ਼ਕਤੀ ਕਿਵੇਂ ਆਈ। ਜਗ ਰਚਨੇ ਕੀ ਸ਼ਕਤ ਹੋਵੇ, ਤਪ ਕਰਕੇ ਹੀ ਬਰਮਾ ਦੇ ਵਿੱਚ ਇਹ ਸ਼ਕਤੀ ਪਰਮਾਤਮਾ ਨੇ ਆਪਣੀ ਪ੍ਰਦਾਨ ਕੀਤੀ ਕਿ ਤੂੰ ਧਰਤੀ ਬਣਾ। ਤਾਂ ਉਹ ਸ਼ਕਤੀ ਇਹਦੇ ਵਿੱਚ ਆਈ ਤਪ ਕਰਕੇ। ਦੇਖੋ ਬਰਮਾ ਨੂੰ ਵੀ ਤਪ ਕਰਨਾ ਪਿਆ ਉਹ ਸ਼ਕਤੀ ਨੂੰ ਪ੍ਰਾਪਤ ਕਰਨ ਵਾਸਤੇ। ਜਦੋਂ ਪਰਮਾਤਮਾ ਨੇ ਉਹਨੂੰ ਆਗਿਆ ਕੀਤੀ, ਉਹ ਸ਼ਕਤੀ ਪ੍ਰਦਾਨ ਕੀਤੀ, ਉਹਨੂੰ ਦਿੱਤੀ, ਤਾਂ ਬਰਮਾ ਇਹ ਧਰਤੀ ਨੂੰ ਬਣਾਉਣ ਯੋਗ ਹੋਇਆ। ਨਹੀਂ ਤਾਂ ਬਰਮਾ ਵਿੱਚ ਆਪਣੇ ਆਪ ਵਿੱਚ ਵੀ ਐਸਾ ਜ਼ੋਰ ਨਹੀਂ ਕਿ ਉਹ ਧਰਤੀ ਬਣਾ ਦੇਵੇ। ਚੌਪੇ ਬੈਠ ਕੇ ਉਹ ਤਪ ਤਪ ਚਰਕਾਲਾ, ਇਸ ਕਰਕੇ ਬਰਮਾ ਨੇ ਜਿਹੜਾ ਬੜੇ ਚਿਰਕਾਲ ਵਾਸਤੇ, ਬੜੇ ਲੰਮੇ ਸਮੇਂ ਵਾਸਤੇ ਤਪ ਕੀਤਾ, ਭਗਤੀ ਕੀਤੀ। ਪਾਏ ਸਕਤ ਜਗ ਰਚਿਓ ਵਿਸਾਲਾ, ਫੇਰ ਪਰਮਾਤਮਾ ਦੀ ਸ਼ਕਤੀ ਨੂੰ ਪਾ ਕੇ ਤਾਂ ਬਰਮਾ ਨੇ ਇਸ ਸੰਸਾਰ ਨੂੰ ਰਚਨਾ ਕੀਤਾ ਹੈ। ਸ੍ਰੀ ਗੁਰ ਕਹੈ ਸੁਨੋ ਹਰ ਸੰਤ, ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਹੇ ਸੰਤ ਜਨੋ ਇਹ ਗੱਲ ਸੁਣੋ ਹੁਣ। ਇਸ ਬਿਦ ਕੇ ਸ੍ਰੀ ਕਮਲਾ ਕੰਤ, ਇਸ ਕਰਕੇ ਹੀ ਸ੍ਰੀ ਕਮਲਾ ਕੰਤ ਕਹਿਣਗੇ ਪਰਮਾਤਮਾ ਜਿਹੜਾ ਹੈ ਉਹ ਕਮਲਾ ਕੰਤ, ਇਹ ਜਿਹੜਾ ਹੈ ਕਈ ਲੋਕ ਬਰਮਾ ਨੂੰ ਕਮਲਾ ਕੰਤ ਕਹਿੰਦੇ ਹਨ ਵੀ ਕਮਲ ਦਾ ਸੁਆਮੀ, ਪਰ ਇੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਸ੍ਰੀ ਮਾਇਆ ਦਾ ਪਤੀ ਕਮਲਾ ਕੰਤ, ਉਹ ਕਮਲ ਫੁੱਲ ਜਿਹਦੇ ਵਿੱਚੋਂ ਬਰਮਾ ਪੈਦਾ ਹੋਇਆ,
ਉਹ ਕਮਲ ਫੁੱਲ ਦਾ ਮਾਲਕ ਵੀ ਪਰਮਾਤਮਾ ਆਪ ਹੈ। ਦੋਹਰਾ ਜਿਹ ਕੋ ਅੰਤ ਨਾ ਜਾਣਿਓ ਰਹਿਓ ਵਿਧਾਤਾ ਦੇਖ। ਜਿਹ ਕੋ ਅੰਤ ਨਾ ਜਾਣਿਓ, ਕਹਿਣ ਲੱਗੇ ਦੇਖੋ ਉਸ ਪਰਮਾਤਮਾ ਦਾ ਅੰਤ ਨਹੀਂ ਪਾ ਸਕਿਆ ਜਿਨੇ ਇਹ ਧਰਤੀ ਨੂੰ ਬਣਾਇਆ। ਪਰਮਾਤਮਾ ਦਾ ਹੁਕਮ ਪਾ ਕੇ ਬ੍ਰਹਮਾ ਨੇ ਕਹਿੰਦੇ ਉਹ ਵੀ ਜਿਹੜਾ ਹੈ ਰਹਿਓ ਵਿਧਾਤਾ ਦੇਖ, ਕਹਿਣ ਲੱਗੇ ਉਹ ਵੀ ਦੇਖਦਾ ਹੀ ਰਹਿ ਗਿਆ ਸੀ ਬ੍ਰਹਮਾ। ਹਮ ਕਲ ਜੁਗ ਕੇ ਮਨੁਜ ਕਿਆ ਲਖ ਸਕਈ ਜੋ ਅਲੇਖ। ਅਸੀਂ ਜਿਹੜੇ ਹਨ ਇਹ ਧਰਤੀ ਦੇ ਆਮ ਮਨੁੱਖ ਕੀ ਉਹ ਪਰਮਾਤਮਾ ਨੂੰ ਸਮਝ ਲਾਂਗੇ। ਦੇਖੋ ਬ੍ਰਹਮਾ ਨੇ ਤਾਂ ਕਿੰਨੀ ਭਗਤੀ ਕੀਤੀ, ਕਿੰਨਾ ਜਸ ਕੀਤਾ, ਉਹ ਵੀ ਨਾ ਜਾਣ ਸਕਿਆ। ਅਸੀਂ ਕੌਣ ਹੁੰਦੇ ਹਾਂ? ਜਿਹੜਾ ਹਨ ਲੱਖ ਸਕਈ ਜੋ ਲੇਖ, ਜੋ ਪਰਮਾਤਮਾ ਦਾ ਲਿਖੇ ਜਾਂ ਪਰਮਾਤਮਾ ਦੇ ਅੰਤ ਨੂੰ ਜਾਣ ਸਕੀਏ। ਚੌਪੇ ਤਹਿ ਕੇ ਸੰਗ ਲਗੀ ਮਮ ਪ੍ਰੀਤੀ। ਇਸ ਕਰਕੇ ਜਿਹੜਾ ਤਹਿ ਕੇ ਕਹਿ ਲਗੇ ਫੇਰ ਜਿਹੜਾ ਹੈ ਇਹ ਜਿਹੜਾ ਹੈ ਨਾ ਇੱਕ ਪ੍ਰਸੰਗ ਹੋਰ ਵੀ ਆਇਆ ਸੀ 52 ਅਧਿਆਏ ਪੁਰਬਾਰਤ ਦੇ ਵਿੱਚ, ਜਿੱਥੇ ਕਿ ਉਸ ਦੇ ਵਿੱਚ ਇਹ ਅੰਕ ਆਇਆ ਸੀ ਕਿ ਜਿਹੜੇ ਹਨ ਮਹਾਵਾਕ ਹੋਏ ਜਿਹਦੇ ਕਰਕੇ ਬ੍ਰਹਮਾ ਨੇ 4 ਵੇਦ ਲਿਖੇ। ਸੋ ਉਹ ਹੈਗਾ ਪੁਰਬਾਰਤ ਅਧਿਆਏ 52 52। ਸੋ ਉਸ ਦੇ ਜਿਹੜੇ ਅੰਕ 35 ਵਿੱਚ ਇਸ ਕਥਾ ਆਈ ਸੀ, ਆਪ ਜੀ ਨੇ ਸੁਣੀ ਹੈ। ਔਰ ਮੈਂ ਬਸਿਓ ਨਿਰੰਤਰ ਨੀਤੀ। ਸੋ ਜਿਹੜਾ ਹਨ ਔਰ ਮੈਂ ਕਹਿ ਲਗੇ ਹਿਰਦੇ ਦੇ ਵਿੱਚ ਨਿਰੰਤਰ ਨੀਤੀ, ਜਿਹੜੀ ਨੀਤੀ ਹੈ, ਤਰੀਕਾ ਹੈ, ਜਾਂ ਜਿਹੜਾ ਹਨ ਮੈਥਡ ਹੈ ਜਾਂ ਨੀਤੀ ਜਿਹੜੇ ਤਰੀਕੇ ਨਾਲ ਕੰਮ ਕਰੀਦਾ ਹੁੰਦਾ ਹੈ ਉਹਦੇ ਹਿਰਦੇ ਵਿੱਚ ਵਸੀ ਹੋਈ ਹੈ। ਇਸੇ ਪ੍ਰਕਾਰ ਤਹਿ ਕੇ ਸੰਗ ਲਗੀ ਮਮ ਪ੍ਰੀਤੀ। ਸਾਡੀ ਪ੍ਰੀਤੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਪਰਮੇਸ਼ਰ ਨਾਲ ਲੱਗ ਗਈ ਹੈ। ਔਰ ਮੈਂ ਬਸਿਓ ਨਿਰੰਤਰ ਨੀਤੀ। ਉਹੀ ਪਰਮਾਤਮਾ ਸਾਡੇ ਹਿਰਦੇ ਵਿੱਚ ਚੰਗੇ ਪ੍ਰਕਾਰ ਕਰਕੇ ਨਿਰੰਤਰ ਹਰ ਵੇਲੇ ਹਰ ਸਮੇਂ ਸਾਡੇ ਹਿਰਦੇ ਵਿੱਚ ਵਸਦੇ ਹਨ। ਕਰਹਿ ਸੇਵ ਜਿਹ ਸਿਵ ਸਨਕਾਦਿਕ। ਉਹਨਾਂ ਦੀ ਸੇਵਾ ਜਿਹੜੇ ਹਨ ਸ਼ਿਵ ਵੀ ਕਰਦਾ ਹੈ ਅਥਵਾ ਸਾਰੇ ਦੇਵਤੇ ਵੀ ਕਰਦੇ ਹਨ। ਬ੍ਰਹਮਾ ਦੇ 4 ਪੁੱਤਰ ਸਨਕ ਸਨਾਤਨ ਅਤੇ ਸੰਤ ਕੁਮਾਰ ਉਹ ਸਾਰੇ ਕਰਦੇ ਹਨ। ਨੇਤ ਨਿਤ ਕਹਿ ਬ੍ਰਹਮਾਦਿਕ। ਸਾਰੇ ਹੀ ਉਸ ਪਰਮੇਸ਼ਰ ਨੂੰ ਨੇਤ ਕਹਿੰਦੇ ਹਨ। ਜੋ ਵੀ ਬ੍ਰਹਮਾ ਆਦਿਕ ਜਿੰਨੇ ਵੀ ਜਿਹੜੇ ਦੇਵਤੇ ਹਨ ਸਾਰੇ ਪਰਮਾਤਮਾ ਨੂੰ ਬੇਅੰਤ ਹੀ ਕਹਿੰਦੇ ਹਨ। ਪ੍ਰਾਣ ਆਧਾਰ ਸੋ ਕੇ ਮਨ ਮਾਹੀ। ਉਹੀ ਪਰਮਾਤਮਾ ਪ੍ਰਾਣਾ ਦਾ ਆਧਾਰ ਹੈ, ਸਾਡੇ ਜੀਵਨ ਦਾ ਆਧਾਰ ਹੈ, ਉਹਦੇ ਕਰਕੇ ਹੀ ਅਸੀਂ ਜਿਉਂਦੇ ਹਾਂ। ਸਾਡੇ ਅੰਦਰ ਜਿਹੜੇ ਪ੍ਰਾਣ 10 ਪ੍ਰਾਣ ਵਸੇ ਹੋਏ ਹਨ ਉਹ ਪਰਮਾਤਮਾ ਦੇ ਸਦਕਾ ਹੀ ਵਸੇ ਹੋਏ ਹਨ। ਸੋ ਉਹਨਾਂ ਦਾ ਆਧਾਰ ਜਿਹੜਾ ਪ੍ਰਾਣਾ ਦਾ ਆਧਾਰ ਸਪੋਰਟ ਦੇਣ ਵਾਲਾ ਉਹ ਆਪ ਪਰਮਾਤਮਾ ਹੀ ਹੈ ਜੋ ਹਿਰਦੇ ਵਿੱਚ ਵਸਦਾ ਹੈ। ਅਸਤ ਪਹਿਰ ਮੈਂ ਬਿਸਰਤ ਨਾਹੀ। ਇਸ ਕਰਕੇ ਉਸ ਪਰਮਾਤਮਾ ਨੂੰ ਅਸੀਂ 8 ਪਹਿਰਾਂ ਦੇ ਵਿੱਚ 24 ਘੰਟਿਆਂ ਦੇ ਵਿੱਚ ਕੋਈ ਵੀ ਸਮਾਂ ਅਸੀਂ ਉਹਨੂੰ ਭੁਲਾਉਂਦੇ ਨਹੀਂ। ਸੁਨਤ ਸੰਤ ਚਿਤ ਬਹੁ ਹਰਖਾਨੇ। ਜਦੋਂ ਐਸੇ ਬਚਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੁਣੇ ਤਾਂ ਉਹ ਸੰਤ ਲੋਕ ਬੜੇ ਖੁਸ਼ ਹੋਏ। ਧੰਨ ਧੰਨ ਪੁਨ ਧੰਨ ਬਖਾਨੇ। ਮਹਾਰਾਜ ਨੂੰ ਮਨ ਬਾਣੀ ਕਰ ਹਨ ਬਚਨ ਕਰਕੇ ਉਹਨਾਂ ਨੇ ਧੰਨ 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 ਕਿਹਾ। ਮੁਕਤ ਦਾਨ ਦਾ ਬਚਨ ਤੁਮਾਰੇ। ਉਸ ਵੇਲੇ ਉਹਨਾਂ ਨੇ ਪ੍ਰਾਰਥਨਾ ਕੀਤੀ, ਹੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੁਸੀਂ ਮੁਕਤੀ ਦਾ ਦਾਨ ਦੇਣ ਵਾਲੇ ਹੋ, ਤੁਹਾਡੇ ਬਚਨ ਹੀ ਮੁਕਤ ਕਰਨ ਵਾਲੇ ਹਨ। ਇੱਕ ਸੰਸੈ ਔਰ ਹਮਾਰੇ। ਹੁਣ ਸਾਡੇ ਮਨ ਦੇ ਵਿੱਚ ਇੱਕ ਸੰਸਾ ਇੱਕ ਡਾਊਟ ਇੱਕ ਹੋਰ ਹੈ। ਕੌਣ ਵਸਤ ਇਹ ਲੋਚਨ ਆਹੀ। ਦੇਖੋ ਇਹ ਜਿਹੜੀ ਅੱਖਾਂ ਹਨ ਇਹ ਅੱਖਾਂ ਜਿਹੜੀਆਂ ਹਨ ਕੌਣ ਵਸਤ ਇਹ ਕੀ ਚੀਜ਼ ਹਨ? ਅੱਖਾਂ ਜੋ ਕੁਝ ਆਪਾਂ ਦੇਖਦੇ ਹਾਂ ਆਪਾਂ ਅੱਖਾਂ ਨਾਲ ਦੇਖਦੇ ਹਾਂ। ਇਹ ਲੋਚਨ ਜਿਹੜੇ ਹਨ ਇਹ ਅੱਖਾਂ ਕੀ ਚੀਜ਼ ਹਨ? ਦੇਖੈ ਕੌਣ ਰਹਿਤ ਇਨ ਮਾਹੀ। ਇਹਨਾਂ ਦੇ ਅੰਦਰੋਂ ਕੌਣ ਦੇਖਦਾ ਹੈ? ਦੇਖੋ ਅੱਖਾਂ ਜਿਹੜੀਆਂ ਹਨ ਇਹ ਤਾਂ ਮਾਸ ਲਹੂ ਦੀਆਂ ਬਣੀਆਂ ਹੋਈਆਂ ਹਨ, ਪਰ ਇਹਨਾਂ ਦੇ ਅੰਦਰ ਬੈਠਾ ਕੌਣ ਦੇਖ ਰਿਹਾ ਹੈ? ਕੌਣ ਇਸ ਦਾ ਜਿਹੜਾ ਹੈ ਦ੍ਰਿਸ਼ਟਾਂਤ ਰੂਪ ਬਣਿਆ ਹੋਇਆ ਹੈ? ਇਸ ਪ੍ਰਕਾਰ ਜੋ ਸਰਬ ਪਸਾਰਾ ਦ੍ਰਿਸ਼ਟਾਂਤ ਰੂਪ ਜਿਹੜਾ ਅੰਦਰੋਂ ਦੇਖ ਰਿਹਾ ਹੈ, ਕਹਿੰਦੇ ਉਹ ਕਿਸ ਪ੍ਰਕਾਰ ਹੋ ਰਿਹਾ ਹੈ? ਕੌਣ ਅੰਦਰੋਂ ਦੇਖ ਰਿਹਾ ਹੈ? ਕਿਸ ਤਰ੍ਹਾਂ ਆਪਾਂ ਬਾਹਰਲੀ ਚੀਜ਼ ਨੂੰ ਦੇਖ ਰਹੇ ਹਾਂ? ਕਿਉਂਕਿ ਇਹ ਇੱਕ ਸਰੀਰ ਹੈ, ਸਰੀਰ ਬਾਹਰਲੀ ਚੀਜ਼ ਨੂੰ ਦੇਖਦਾ ਹੈ। ਹੁਣ ਇਹਨੂੰ ਦੇਖਣ ਵਾਲਾ ਕੌਣ ਹੈ? ਅੱਖਾਂ ਕਿਵੇਂ ਦੇਖਦੀਆਂ ਹਨ? ਦੇਖ ਲਏ ਜੋ ਕਹੋ ਵਿਚਾਰਾ। ਦੇਖੋ ਦੇਖ ਲਿਓ ਜੋ ਵੀ ਆਪਾਂ ਦੇਖ ਲੈਂਦੇ ਹਾਂ, ਜੋ ਵੀ ਅੰਦਰੋਂ ਦੇਖਣ ਵਾਲਾ ਹੈ ਉਸ ਦਾ ਵਿਚਾਰ ਦੱਸੋ। ਤੁਮ ਸਮ ਗਿਆਤਾ ਮਿਲਹਿ ਨਾ ਆਨੀ। ਤੁਹਾਡੇ ਵਰਗਾ ਗਿਆਤਾ, ਤੁਹਾਡੇ ਵਰਗਾ ਗਿਆਨਵਾਨ, ਤੁਹਾਡੇ ਵਰਗਾ ਜਾਣਨਹਾਰ ਕੋਈ ਨਹੀਂ ਹੈਗਾ ਹੋਰ। ਸੁਨ ਪਦ ਦੁਤਿ ਕਹਿਓ ਗੁਣ ਖਾਨੀ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਹੀ ਸ਼ਬਦ ਦਾ ਦੂਜਾ ਦਾ ਉਚਾਰਨ ਕੀਤਾ। ਰਵ ਸਸ ਦੀਪਕ ਜਾ ਕੇ ਤ੍ਰਿਭਵਨ ਏਕਾ ਜੋਤ ਮੁਰਾਰ। ਗੁਰਮੁਖ ਹੋਵੇ ਸੋ ਅਹਨਿਸ ਨਿਰਮਲ ਮਨਮੁਖ ਰਹਿਣ ਅੰਧਾਰ। ਇਸ ਦਾ ਅਰਥ ਕਵੀ ਸੰਤੋਖ ਸਿੰਘ ਜੀ ਕਰਦੇ ਹਨ। ਚੌਪੇ ਸੁਨੋ ਸੰਤ ਸ੍ਰੀ ਨਾਨਕ ਕਹੇ। ਉਸ ਵੇਲੇ ਕਹਿੰਦੇ ਸੰਤ ਜਨੋ ਸੁਣੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ। ਚੰਦ ਸੂਰਜ ਮਹਿ ਜੋਤ ਜੋ ਇਹ। ਦੇਖੋ ਦੋ ਚੀਜ਼ਾਂ ਹਨ ਜਿਹੜੀਆਂ ਸੰਸਾਰ ਨੂੰ ਚਾਨਣ ਕਰਦੀਆਂ ਹਨ, ਜਿਹੜੀਆਂ ਬ੍ਰਾਈਟਨੈਸ ਕਰਦੀਆਂ ਹਨ ਸੰਸਾਰ ਨੂੰ।
ਨੂੰ ਚਾਨਣ ਦਿੰਦੀਆਂ ਹਨ। ਇੱਕ ਤਾਂ ਹੋਇਆ ਚੰਦ ਜਿਹੜਾ ਮੂਨ ਹੈ, ਦੂਜਾ ਸੂਰਜ ਹੈ ਜੋ ਜਿਹੜਾ ਸਨ ਹੈ। ਸੋ ਚੰਦਰਮਾ ਤੇ ਸੂਰਜ ਜਿਹੜੇ ਹਨ ਇਹ ਦੋ ਜੋਤੀਆਂ ਹਨ, ਇਸ ਸੰਸਾਰ ਨੂੰ ਚਾਨਣ ਕਰਦੀਆਂ ਹਨ। ਜਿਹਤੇ ਜਗ ਮਹਿ ਹੋਤ ਉਜਾਲਾ, ਇਹਨਾਂ ਦੋਹਾਂ ਕਰਕੇ ਹੀ ਸੰਸਾਰ ਵਿੱਚ ਚਾਨਣ ਹੁੰਦਾ ਹੈ ਦਿਨ ਰਾਤ ਵਿੱਚ। ਸੋ ਈਸ਼ਵਰ ਕੀ ਲਖੋ ਵਿਸਾਲਾ, ਸੋ ਈਸ਼ਵਰ ਕੀ ਲਖੋ ਵਿਸਾਲਾ, ਇਹ ਵੀ ਜਿਹੜੇ ਹਨ ਇਹ ਚਾਨਣ ਕਿੱਥੋਂ ਲੰਦੇ ਹਨ? ਉਹੀ ਈਸ਼ਵਰ, ਉਹੀ ਪਰਮਾਤਮਾ ਹੀ ਇਹਨਾਂ ਨੂੰ ਚਾਨਣ ਦੇਣ ਵਾਲਾ ਹੈ, ਜੋ ਇਹ ਚਾਨਣ ਅੱਗੇ ਸੰਸਾਰ ਨੂੰ ਦਿੰਦੇ ਹਨ। ਗਈ ਜੋਤ ਦੀਪਕ ਜਗ ਕੀਨੇ, ਦੇਖੋ ਇਹਨੂੰ ਉਹ ਮੰਨ ਲਓ ਕਿ ਇਹ ਸੰਸਾਰ ਦੇ ਦੋ ਦੀਵੇ ਹਨ, ਜੋ ਚੰਦਰਮਾ ਹੈ ਤੇ ਸੂਰਜ ਹੈ। ਇਹ ਜਗਤ ਦੇ ਦੋ ਦੀਵੇ ਈਸ਼ਵਰ ਨੇ ਬਣਾਏ ਹਨ, ਪ੍ਰਮਾਤਮਾ ਨੇ। ਤਹਿ ਬਿਦ ਜੋਤ ਸਰਬ ਘਟ ਚੀਨੇ, ਦੇਖੋ ਤਹਿ ਬਿਦ, ਉਸੇ ਦੀ ਜੋਤ ਜਿਹੜੀ ਚੰਦਰਮਾ ਵਿੱਚ ਪ੍ਰਕਾਸ਼ ਕਰ ਰਹੀ ਹੈ, ਉਹੀ ਪ੍ਰਮਾਤਮਾ ਦੀ ਜੋਤ ਹੈ ਜੋ ਸੂਰਜ ਸਨ ਦੇ ਵਿੱਚ ਪ੍ਰਕਾਸ਼ ਕਰ ਰਹੀ ਹੈ। ਕਹਿੰਦੇ ਉਹੀ ਜੋਤ ਜਿਹੜੀ ਹੈ, ਤੇ ਬਿਦ ਜੋਤ, ਉਹੀ ਜੋਤ ਹਰ ਇੱਕ ਜੀਵ ਦੇ ਅੰਦਰ ਹੈ, ਆਪਣੇ ਅੰਦਰ ਹੈ, ਹਰ ਇੱਕ ਬੀਇੰਗ ਦੇ ਅੰਦਰ ਉਹੀ ਜੋਤ ਜਗ ਰਹੀ ਹੈ। ਤਿਸ ਤੇ ਨੈਣਨ ਨਦਰੀ ਆਵੇ, ਕਹਿਣਗੇ ਤਿਸ ਤੇ ਨੈਣਨ, ਉਹ ਅੰਦਰੋਂ ਜੋਤ, ਆਪਣੇ ਅੰਦਰ ਉਸ ਪ੍ਰਮਾਤਮਾ ਦੀ ਉਹੀ ਜੋਤ ਹੈ। ਉਹੀ ਜੋਤ ਕਰਕੇ, ਉਹੀ ਜੋਤ ਅੱਖਾਂ ਦੇ ਵਿੱਚ ਹੈ, ਜਿਹਦੇ ਕਰਕੇ ਆਪਾਂ ਨੂੰ ਦਿਸਦਾ ਹੈ। ਸਭ ਘਟ ਪ੍ਰਭ ਕੀ ਜੋਤ ਰਹਾਵੇ, ਇਸ ਕਰਕੇ ਸਾਰੀਆਂ ਘਟਾਵਾਂ ਦੇ ਵਿੱਚ ਉਹ ਪਰਮਾਤਮਾ ਦੀ ਆਪਣੀ ਜੋਤ ਹੈ। ਹੁਣ ਇੱਥੇ ਜਿਹੜਾ ਹੈ ਇੱਕ ਗੱਲ ਸਮਝਣ ਵਾਲੀ ਹੈ ਕਿ ਜੇ ਬਾਹਰ ਚਾਨਣ ਹੈ ਤਾਂ ਅੱਖਾਂ ਦੇਖ ਸਕਦੀਆਂ ਹਨ, ਕਿਉਂਕਿ ਉਹੀ ਜੋਤ ਬਾਹਰ ਹੈ, ਉਹੀ ਜੋਤ ਅੰਦਰ ਹੈ। ਹੁਣ ਉਹੀ ਜੋਤ ਜੋਤ ਨੂੰ ਦੇਖਦੀ ਹੈ। ਅਸਲ ਵਿੱਚ ਜੇ ਸਾਰਾ ਹਨੇਰਾ ਹੋਵੇ, ਭਾਵੇਂ ਅੱਖਾਂ ਖੁੱਲੀਆਂ ਵੀ ਕਿਉਂ ਨਾ ਹੋਣ, ਕੁਝ ਦਿਖਾਈ ਨਹੀਂ ਦਿੰਦਾ। ਦਿਖਾਈ ਜਿਹੜਾ ਹੈ ਉਹ ਜਿਹੜਾ ਹੈ ਕੁਝ ਵੀ ਦਿਖਾਈ ਨਹੀਂ ਦਿੰਦਾ, ਕਿਉਂਕਿ ਅੰਦਰ ਚਾਨਣ ਹੈ, ਬਾਹਰ ਹਨੇਰਾ ਹੈ, ਸੋ ਦਿਖਾਈ ਨਹੀਂ ਦੇਗਾ। ਸੋ ਜੇ ਆਪਾਂ ਸਾਇੰਸ ਦੇ ਤਰੀਕੇ ਨਾਲ ਵੀ ਇਹ ਗੱਲ ਨੂੰ ਸਮਝਣਾ ਚਾਹੀਏ ਤਾਂ ਠੀਕ ਬਹਿੰਦੀ ਹੈ, ਕਿਉਂਕਿ ਚਾਨਣ ਹੀ ਚਾਨਣ ਨੂੰ ਦੇਖੇਗਾ। ਹੁਣ ਜਿਹੜੀ ਗੱਲ ਹੈ ਕਿ ਜੇ ਅੰਦਰ ਜਿਹੜਾ ਹੈ ਉਹੀ ਚੀਜ਼ ਨੇ ਅੱਗੇ ਬਾਹਰ ਨੂੰ ਆਪਣੇ ਜਿਹੜਾ ਹਨ ਆਪਣਾ ਰਿਲੇਸ਼ਨ ਉਹਨੇ ਬਣਾਉਣਾ ਹੈ ਜੋ ਉਸ ਵਰਗੀ ਹੋਵੇਗੀ। ਜਿਵੇਂ ਹੁਣ ਜਿਹੜੀ ਬੋਲੀ ਲੈਂਗੁਏਜ ਹੁੰਦੀ ਹੈ, ਜੇ ਬਾਹਰ ਕੋਈ ਲੈਂਗੁਏਜ ਬੋਲਦਾ, ਉਹ ਲੈਂਗੁਏਜ ਆਪਾਂ ਨੂੰ ਆਉਂਦੀ ਹੋਵੇ ਆਪਾਂ ਸਮਝ ਸਕਦੇ ਹਾਂ। ਜੇ ਉਹ ਲੈਂਗੁਏਜ ਬੋਲਦਾ ਹੋਵੇ ਤੇ ਆਪਾਂ ਨੂੰ ਨਾ ਸਮਝ ਪਏ, ਆਪਾਂ ਸੁਣ ਜ਼ਰੂਰ ਸਕਦੇ ਹਾਂ, ਬਿਕੋਜ਼ ਉਹ ਆਵਾਜ਼ ਹੈ, ਤੇ ਪਰ ਉਹਨੂੰ ਆਪਾਂ ਸਮਝ ਨਹੀਂ ਸਕਦੇ ਕਿਉਂਕਿ ਉਹ ਲੈਂਗੁਏਜ ਨੂੰ ਆਪਾਂ ਜਾਣਦੇ ਨਹੀਂ। ਇਸੇ ਪ੍ਰਕਾਰ ਕਰਕੇ ਉਹੀ ਜੋਤ ਆਪਣੇ ਅੰਦਰ ਹੈ ਤੇ ਉਹੀ ਜੋਤ ਜੋਤ ਨੂੰ ਦੇਖ ਰਹੀ ਹੈ। ਹੋਏ ਜੇ ਗੁਰਮੁਖ ਜਨ ਹੈ ਤਬ ਹੀ, ਪਰ ਇਹ ਭੇਦ ਗੁਰਮੁਖਾਂ ਨੂੰ ਪਤਾ ਹੁੰਦਾ ਹੈ, ਗੁਰਮੁਖਾਂ ਨੂੰ ਇਸ ਦਾ ਗਿਆਨ ਹੁੰਦਾ ਹੈ ਗੁਰੂ ਤੋਂ, ਕਿਉਂਕਿ ਗੁਰਮੁਖ ਉਹੀ ਹੈ ਜੋ ਗੁਰੂ ਤੋਂ ਸਿੱਖਿਆ ਲੈ ਕੇ ਗੁਰੂ ਦਾ ਸਿੱਖ ਬਣਦਾ ਹੈ। ਰਮ ਕਰ ਰਹਿਓ ਰਾਮ ਘਟ ਸਭ ਹੀ, ਦੇਖੋ ਰਮ ਰਮਿਆ ਹੋਇਆ ਹੈ ਉਹ ਪਰਮਾਤਮਾ ਸਾਰੇ ਘਟਾਂ ਦੇ ਵਿੱਚ, ਸਾਰੇ ਕਿਤੇ ਉਹ ਆਪ ਹੀ ਪਰਮਾਤਮਾ ਹੈ। ਇਉਂ ਮੰਨ ਲਿਓ ਪਰਮਾਤਮਾ ਹੀ ਪਰਮਾਤਮਾ ਨੂੰ ਦੇਖ ਰਿਹਾ ਹੈ। ਹੈ ਨਾ ਮਨਮੁਖ ਮੁਗਧ ਪਛਾਨ ਹੈ, ਪਰ ਇਹ ਗੱਲ ਨੂੰ ਜਿਹੜੇ ਮਨਮੁਖ ਬੰਦੇ ਹੁੰਦੇ ਨੇ, ਜੋ ਆਪਣੀ ਮਨ ਦੀ ਮਤ ਦੇ ਪਿੱਛੇ ਲੱਗਦੇ ਨੇ, ਜਿਹੜੇ ਆਪਣੀ ਸਮਝ ਨੂੰ ਅੱਗੇ ਰੱਖਦੇ ਨੇ, ਗੁਰੂ ਨੂੰ ਪਿੱਛੇ ਰੱਖਦੇ ਨੇ, ਜਾਂ ਗੁਰੂ ਤੋਂ ਵੀ ਆਪਣੀ ਗੱਲ ਮਨਾਉਣ ਵਾਲੇ ਹੁੰਦੇ ਨੇ, ਐਸੇ ਮਨਮੁਖ ਜਿਹੜੇ ਮੁਗਧ ਮੂਰਖ ਹਨ, ਉਹ ਨਹੀਂ ਜਾਣਦੇ ਸਤਨਾਮ ਜੇ ਨਹੀਂ ਬਖਾਨ ਹੈ। ਦੇਖੋ ਜਿਨ੍ਹਾਂ ਨੇ ਕਿਤੇ ਪਰਮਾਤਮਾ ਦਾ ਨਾਮ ਨਹੀਂ ਜਪਿਆ, ਪਰਮਾਤਮਾ ਨਾਲ ਕੋਈ ਰਿਸ਼ਤਾ ਬਣਾਇਆ ਹੀ ਕੋਈ ਨਹੀਂ ਹੈਗਾ, ਪਰਮਾਤਮਾ ਨੂੰ ਜਿਹੜਾ ਹੈ ਉਹਨਾਂ ਨੇ ਪਹਿਲ ਹੀ ਨਹੀਂ ਕਿਤੇ ਦਿੱਤੀ, ਪਰਮਾਤਮਾ ਨੂੰ ਜਿਹੜਾ ਹੈ ਉਹਨਾਂ ਨੇ ਕਿਤੇ ਜਾਣਿਆ ਹੀ ਨਹੀਂ, ਉਹ ਕਿਵੇਂ ਜਾਣ ਸਕਦੇ ਹਨ? ਮੋਹ ਤਿਮਰ ਮਹਿ ਅੰਧੇ ਸੋਏ, ਕਿਉਂਕਿ ਉਹ ਮੋਹ ਦੇ ਹਨੇਰੇ ਵਿੱਚ ਫਸੇ ਹੋਏ ਹਨ, ਉਹ ਆਪਣੀ ਮਤ ਦੇ ਵਿੱਚ ਆਪ ਹੀ ਫਸ ਜਾਂਦੇ ਹਨ। ਉਹ ਫਸੇ ਹੋਏ ਹਨੇਰੇ ਦੇ ਵਿੱਚ ਅੰਨੇ ਹੋਏ, ਉਹ ਕੀ ਦੇਖ ਸਕਦੇ ਹਨ? ਰੱਬ ਮਾਰਗ ਨਹਿ ਜਨ ਹੈ ਓਈ, ਤੇ ਉਹੀ ਪਰਮਾਤਮਾ ਦੇ ਮਾਰਗ ਨੂੰ ਕੀ ਜਾਣਨਗੇ ਜੋ ਬੇਸਿਕ ਜਿਹੜੀਆਂ ਚੀਜ਼ਾਂ ਹਨ ਉਹਨਾਂ ਦੀ ਸਮਝ ਵੀ ਉਹਨਾਂ ਨੂੰ ਨਹੀਂ ਹੈਗੀ। ਉਹ ਤਰਕ ਕਰਨ ਤੇ ਜ਼ਰੂਰ ਰਹਿੰਦੇ ਹਨ, ਇਹ ਨਹੀਂ ਹੋ ਸਕਦਾ, ਇਹ ਕਿਉਂ ਹੋ ਸਕਦਾ ਹੈ, ਇਹ ਨਹੀਂ ਹੋਇਆ, ਇਹ ਹੋ, ਸੋ ਇਸ ਗੱਲਾਂ ਦੇ ਵਿੱਚ ਉਹ ਫਸੇ ਰਹਿੰਦੇ ਹਨ। ਸੁਨ ਕਰ ਸੰਤ ਗਿਰਾ ਪੁਨ ਪ੍ਰਾਹੀ, ਪਰ ਉਸ ਵੇਲੇ ਜਦੋਂ ਇਹ ਜਿਹੜੇ ਹਨ ਬਚਨ ਮਹਾਰਾਜ ਦੀ ਵਿਚਾਰ ਉਹ ਸੰਤ ਜਨਾਂ ਨੇ ਸੁਣੀ, ਅੰਧੇ ਭਏ ਨੈਣ ਜਿਨ ਨਾਹੀ, ਫੇਰ ਉਹ ਪੁੱਛਣ ਲੱਗੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ, ਕਹਿੰਦੇ ਅੰਧੇ ਭਏ ਨੈਣ ਜਿਨ ਨਾਹੀ, ਕਹਿੰਦੇ ਜਿਹੜੇ ਅੰਨੇ ਲੋਕ ਹੁੰਦੇ ਹਨ ਨਾ, ਉਹਨਾਂ ਕੋਲ ਅੱਖਾਂ ਨਹੀਂ ਹੁੰਦੀਆਂ, ਇਸ ਕਰਕੇ ਤਾਂ ਉਹ ਦੇਖ ਨਹੀਂ ਸਕਦੇ। ਚੰਦ ਸੂਰਜ ਨਹਿ ਦੇਖਿਆ ਹੈ ਸੋਈ, ਦੇਖੋ ਉਹ ਜਿਹੜੇ ਅੰਨੇ ਲੋਕ ਹੁੰਦੇ ਹਨ, ਫਿਜ਼ੀਕਲੀ ਅੰਨੇ ਹੁੰਦੇ ਹਨ, ਉਹਨਾਂ ਦੇ ਵਿੱਚ ਵੀ ਜੋਤ
ਜੋਤ ਹੈ ਨਾ ਪਰਮਾਤਮਾ ਦੀ, ਪਰ ਉਹਨਾਂ ਦੇ ਵਿੱਚ ਅੱਖਾਂ ਜਿਹੜੀਆਂ ਹਨ ਨਹੀਂ ਦੇਖ ਸਕਦੀਆਂ। ਇਸ ਪ੍ਰਕਾਰ ਕਰਕੇ ਭਾਵੇਂ ਚੰਦਰਮਾ ਹੋਵੇ ਭਾਵੇਂ ਸੂਰਜ ਹੋਵੇ, ਉਹਨਾਂ ਨੂੰ ਤਾਂ ਫੇਰ ਵੀ ਨਹੀਂ ਦਿਖਾਈ ਦਿੰਦਾ। ਚੱਖ ਹੈ ਪਿਖ ਹੈ ਭਲੇ ਸਭ ਕੋਈ। ਦੇਖੋ ਜੇ ਅੱਖਾਂ ਹੋਣ ਤਾਂ ਦਿਸਦਾ ਹੈ, ਭਲੀ ਪ੍ਰਕਾਰ ਸਭ ਕੁਝ ਦਿਸਦਾ ਹੈ ਜੇ ਅੱਖਾਂ ਹੋਣ ਤਾਂ। ਜੇ ਅੱਖਾਂ ਹੋਣ ਵੀ ਆਪਾਂ ਬੰਦ ਕਰ ਲਈਏ ਤਾਂ ਵੀ ਨਹੀਂ ਦਿਸਦਾ। ਤਿਨ ਲੋਚਨ ਕੀ ਜੋਤ ਜੇ ਆਹੀ। ਜੇ ਇਹ ਲੋਚਨ ਦੇ ਵਿੱਚ, ਇਹ ਅੱਖਾਂ ਵਿੱਚ ਪਰਮਾਤਮਾ ਦੀ ਜੋਤ ਵਸੀ ਹੋਈ ਹੈ ਤਾਂ ਫਿਰ ਸੋ ਕਹੀਏ ਸੁਨ ਕਰ ਗੁਰ ਪ੍ਰਾਹੀ। ਇਹ ਜਿਹੜਾ ਹਾਂ ਸੋਚ ਕਹੀਏ ਮਹਾਰਾਜ ਉਹ ਦੱਸੋ ਸਾਨੂੰ ਇਹ ਕਿਵੇਂ ਹੋ ਗਿਆ ਹੁਣ? ਕੀ ਜਿਹੜੇ ਬੰਦੇ ਅੰਨੇ ਹਨ ਉਹ ਦੇਖ ਨਹੀਂ ਸਕਦੇ, ਮਤਲਬ ਉਹਨਾਂ 'ਚ ਜੋਤ ਹੈ ਨਹੀਂ ਪਰਮਾਤਮਾ ਦੀ, ਅਸੀਂ ਇਉਂ ਮੰਨ ਲਈਏ? ਤਾਂ ਇਹ ਸੁਣ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਤੀਜਾ ਪਦਾ ਉਚਾਰਨ ਕੀਤਾ ਉਸ ਸ਼ਬਦ ਦਾ। ਸਿੱਧ ਸਮਾਧ ਕਰਹਿ ਨਿਤ ਝਗਰਾ, ਦੋਹ ਲੋਚਨ ਕਿਆ ਹੀਰੈ। ਅੰਤਰ ਜੋਤ ਸ਼ਬਦ ਧੁਨ ਜਾਗੈ, ਸਤਿਗੁਰ ਝਗਰ ਨਿਬੇਰੈ। ਇਹ ਸ਼ਬਦ ਦੇ ਅਰਥ ਕਵੀ ਸੰਤੋਖ ਸਿੰਘ ਜੀ ਕਰਦੇ ਹਨ। ਚੌਪੇ ਆਗੈ ਸਦਾ ਝਗਰ ਇਹੋ ਭਇਓ। ਦੇਖੋ ਇਹ ਜਿਹੜਾ ਝਗੜੇ ਦੀ ਗੱਲ ਤੁਸੀਂ ਕੀਤੀ ਹੈ ਨਾ, ਅੱਗੇ ਵੀ ਬੜਾ ਇਹ ਝਗੜਾ ਹੁੰਦਾ ਰਿਹਾ ਹੈ ਗਿਆਨਵਾਨਾਂ ਵਿੱਚ ਤੇ ਅਗਿਆਨਤਾ ਦੇ ਬੰਦਿਆਂ ਵਿੱਚ, ਨਾਸਤਿਕਾਂ ਦੇ ਵਿੱਚ, ਆਸਤਿਕਾਂ ਵਿੱਚ ਇਹ ਗੱਲ ਹੁੰਦੀ ਰਹਿੰਦੀ ਹੈ। ਜਿਹੜੇ ਬਿਲੀਵਰਸ ਹਨ, ਨਨ ਬਿਲੀਵਰਸ ਹਨ, ਉਹਨਾਂ ਵਿੱਚ ਹੁੰਦੀ ਹੋ ਰਹਿੰਦੀ ਹੈ। ਸਿੱਧ ਸਾਧ ਸਭਨ ਨੇ ਕਿਓ। ਸਿੱਧ ਸਾਧ ਸਭਨ ਨੇ ਕਿਓ, ਇਹ ਜਿਹੜਾ ਹੈ ਸਿੱਧ ਲੋਕ ਵੀ ਇਹ ਚਰਚਾ ਕਰਦੇ ਹਨ, ਸਾਧ ਲੋਕ ਵੀ ਕਰਦੇ ਹਨ। ਸਾਰਿਆਂ ਦੇ ਵਿੱਚ ਇਹੀ ਚਰਚਾ ਹੁੰਦੀ ਹੈ ਕਿ ਪਰਮਾਤਮਾ ਕਿੱਥੇ ਹੈ, ਕਿਵੇਂ ਹੈ। ਨੇਤਰਨ ਬਿਖੈ ਚਾਮ ਕਹਿ ਪਾਨੀ। ਦੇਖੋ ਇਹ ਅੱਖਾਂ ਕਾਹਦੀਆਂ ਬਣੀਆਂ ਹੋਈਆਂ ਹਨ? ਜੇ ਜਿਹੜਾ ਅੱਖਾਂ ਦੀ ਬਣਾਵਟ ਵੱਲ ਦੇਖੀਏ ਤਾਂ ਇਹ ਮਾਸ ਹੈ, ਇਹਦੇ ਵਿੱਚ ਨੇਤਰਾਂ ਵਿਖੇ ਚਾਮ ਕਹਿ ਪਾਣੀ, ਇਹਦੇ ਵਿੱਚ ਲਹੂ ਵਰਗਾ ਜਿਹੜਾ ਪਾਣੀ ਹੈ, ਲਿਕੁਇਡ ਜਿਹੜਾ ਕੀ ਹੈ, ਜਿਹੜਾ ਲਹੂ ਹੈ। ਸੋ ਲਹੂ ਹੈ ਤੇ ਮਾਸ ਹੈ ਇਹ। ਸਭ ਜਾਣਤ ਇਹੋ ਬਾਤ ਨਾ ਛਾਨੀ। ਦੇਖੋ ਇਹ ਗੱਲ ਕੋਈ ਛੁਪੀ ਹੋਈ ਨਹੀਂ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਾਰਿਆਂ ਨੂੰ ਪਤਾ ਹੈ ਅੱਖਾਂ ਜਿਹੜੇ ਹਨ ਮਾਸ ਦੀਆਂ ਬਣੀਆਂ, ਲਹੂ ਦੀਆਂ ਨਾੜੀਆਂ, ਨਰਵਸ ਇਹਦੇ ਵਿੱਚ ਹਨ। ਇਨ ਮਹਿ ਦੇਖਤ ਵਸਤ ਸੋ ਕਿਆ ਹੈ। ਕਹਿਣ ਲੱਗੇ ਇਹ ਹੁਣ ਜਿਹੜੀਆਂ ਮਾਸ ਦੀਆਂ ਬਣੀਆਂ ਹੋਈਆਂ ਅੱਖਾਂ ਨੇ ਇਹ ਕੀ ਦੇਖ ਸਕਦੀਆਂ ਹਨ? ਇਹ ਕੀ ਵਸਤੂ ਨੂੰ ਦੇਖਣਗੀਆਂ? ਅੱਗੇ ਇਉਂ ਹੀ ਝਗਰ ਕਿਆ ਹੈ। ਕਹਿਣ ਲੱਗੇ ਅੱਗੇ ਹੀ ਜਿਹੜਾ ਹੈ ਇਉਂ ਹੀ ਝਗੜਾ ਹੀ ਕਰਦੇ ਰਹੇ ਵੀ ਜੇ ਇਹ ਅੱਖਾਂ ਹਨ ਮਾਸ ਦੀਆਂ ਬਣੀਆਂ ਹੋਈਆਂ ਤਾਂ ਦੇਖਣ ਦੀ ਸ਼ਕਤੀ ਇਹਦੇ ਵਿੱਚ ਕਿਵੇਂ ਆ ਗਈ? ਜਿਵੇਂ ਅੱਜ ਕੱਲ ਆਪਾਂ ਟੀਵੀ ਲੈ ਲਈਏ, ਉਹਦੇ ਵਿੱਚ ਪਾਵਰ ਨਾ ਪਾਈਏ ਤਾਂ ਕਾਲਾ ਸਕਰੀਨ ਹੀ ਦਿਸੇਗਾ ਨਾ, ਉਹਦੇ ਵਿੱਚ ਕੁਝ ਵੀ ਨਹੀਂ ਦਿਸਣਾ। ਨਹਿ ਜਾਣਿਓ ਇਹ ਰਿਖਨ ਮੁਨੀਸਵਰ। ਇਹ ਨਹੀਂ ਜਾਣਦੇ ਜਿਹੜੇ ਰਿਸ਼ੀ ਤੇ ਮੁਨੀ ਲੋਕ ਹਨ, ਇਹ ਗੱਲ ਜਿਹੜੀ ਸੱਚ ਦੀ ਨਹੀਂ ਜਾਣਦੇ। ਸਿੱਧ ਸਾਧ ਜੇ ਬਹੁਤ ਤਪੀਸਵਰ। ਜਿਹੜੇ ਤਪੀਸਵਰ ਤਪੀ ਲੋਕ ਹਨ, ਸਿੱਧ ਜਿਹੜਾ ਹਨ, ਸਿੱਧ ਲੋਕ ਹਨ, ਸਾਧ ਲੋਕ ਹਨ, ਉਹ ਵੀ ਨਹੀਂ ਜਾਣਦੇ ਇਸ ਭੇਦ ਨੂੰ, ਕਿਉਂਕਿ ਉਹਨਾਂ ਨੇ ਕੋਈ ਗੁਰੂ ਨਹੀਂ ਧਾਰਨ ਕੀਤਾ। ਤੇ ਗੁਰੂ ਜੇ ਧਾਰਨ ਕੀਤਾ ਵੀ ਤਾਂ ਉਹ ਗੁਰੂ ਪੂਰਾ ਵੀ ਨਹੀਂ ਹੈਗਾ ਜਿਹੜੀ ਪੂਰੀ ਗੱਲ ਉਹਨਾਂ ਨੂੰ ਸਮਝਾ ਸਕੇ। ਸਤਿਗੁਰ ਬਿਨਾ ਨਾ ਜਾਣਤ ਕੋਈ। ਇਸ ਕਰਕੇ ਸਤਿਗੁਰੂ ਸੱਚੇ ਗੁਰੂ ਤੋਂ ਬਗੈਰ ਇਹ ਭੇਦਨਾ ਨਹੀਂ ਪਤਾ ਲੱਗਦਾ। ਅੰਤਰ ਵਸਤ ਪਿਖਤ ਹੈ ਜੋਈ। ਕਹਿਣਗੇ ਅੰਤਰ ਦੀ ਵਸਤੂ ਨੂੰ ਦੇਖਣ ਦੀ ਲੋੜ ਹੈ। ਅੰਤਰ ਦੀ ਵਸਤੂ ਕੀ ਆਤਮਾ ਸਰੂਪ ਕਰਕੇ ਜਿਹੜਾ ਪ੍ਰਮਾਤਮਾ ਆਪਣੇ ਅੰਦਰ ਹੈ। ਕਹਿਣਗੇ ਅੰਤਰ ਦੀ ਜਿਹੜੀ ਹਨ ਵਸਤੂ ਨੂੰ ਦੇਖਣ ਦੀ ਲੋੜ ਹੈ, ਕਿਉਂਕਿ ਅੰਤਰ ਦੀ ਵਸਤੂ ਜਿਹੜੀ ਦੇਖਣ ਵਾਸਤੇ ਉੱਥੇ ਇਹ ਫਿਜ਼ੀਕਲ ਅੱਖਾਂ ਨਹੀਂ ਕੰਮ ਕਰਦੀਆਂ, ਇਹ ਅੱਖਾਂ ਨਹੀਂ ਦੇਖ ਸਕਦੀਆਂ। ਜਿਵੇਂ ਬੰਦਾ ਸੁਪਨੇ ਵਿੱਚ ਕੁਝ ਦੇਖਦਾ ਹੈ, ਉਹ ਕਿਹੜੇ ਇਹ ਚਮਦੀਆਂ ਅੱਖਾਂ ਨਾਲ ਦੇਖਦਾ ਹੈ? ਜੋ ਕੁਝ ਆਪਾਂ ਫੀਲ ਇਮੇਜਿਨੇਸ਼ਨ ਕਰਦੇ ਹਾਂ, ਉੱਥੇ ਕਿਹੜੇ ਫਿਜ਼ੀਕਲ ਅੱਖਾਂ ਨਾਲ ਉਹ ਇਮੇਜਿਨੇਸ਼ਨ ਨੂੰ ਦੇਖਦੇ ਹਾਂ? ਕਿਹੜੇ ਉਹ ਜਿਹੜਾ ਹਨ ਇਹ ਅੱਖਾਂ ਉੱਥੇ ਵੀ ਨਹੀਂ ਕੰਮ ਕਰਦੀਆਂ। ਜੇ ਆਪਾਂ ਲੈ ਲਈਏ ਸਿਰਫ ਇਹ ਅੱਖਾਂ ਨਾਲ ਦੇਖ ਸਕਦੇ ਤਾਂ ਇਹ ਵੀ ਗਲਤ ਹੈ, ਇਹ ਵੀ ਗੱਲ ਨਹੀਂ ਬਣਦੀ। ਅੰਤਰ ਉਰਕੇ ਜਾਗਤ ਜੋਤੀ। ਦੇਖੋ ਅੰਤਰ ਉਰਕੇ ਕਹਿਣਗੇ ਇਸ ਹਿਰਦੇ ਦੇ ਵਿੱਚ ਪਰਮਾਤਮਾ ਦੀ ਜੋਤ ਜਗਦੀ ਹੈ। ਉਹ ਪਰਮਾਤਮਾ ਦੀ ਜੋਤ ਕਰਕੇ ਹੀ ਆਪਾਂ ਫੀਲ ਤੇ ਦੇਖ ਸਕਦੇ ਹਾਂ ਸੰਸਾਰ ਨੂੰ। ਤਬ ਅੰਤਰ ਇਸਕੇ ਸੁਧ ਹੋਤੀ। ਤਾਂ ਕਹਿਣ ਲੱਗੇ ਜੇ ਕਿਤੇ ਇਹ ਪਰਮਾਤਮਾ ਦੀ ਜੋਤੀ ਤੇ ਧਿਆਨ ਲਾਇਆ ਹੁੰਦਾ, ਗੁਰੂ ਦਾ ਉਪਦੇਸ਼ ਲੈ ਕੇ ਅੰਤਰ ਆਤਮੇ ਨੂੰ ਜਾਣਿਆ ਹੁੰਦਾ, ਇਹ ਬ੍ਰਹਮ ਗਿਆਨ ਪ੍ਰਾਪਤ ਕੀਤਾ ਹੁੰਦਾ, ਤਾਂ ਫਿਰ ਸੁੱਧ ਹੁੰਦੀ, ਖਬਰ ਹੁੰਦੀ ਵੀ ਇਹ ਗੱਲ ਕਿਵੇਂ ਬਣਦੀ ਹੈ, ਕਿਸ ਤਰ੍ਹਾਂ ਹੁੰਦੀ ਹੈ। ਹੁਣ ਦੇਖੋ ਜਿਹੜੇ ਬੰਦੇ ਅੱਖਾਂ ਤੋਂ ਅੰਨੇ ਵੀ ਹੁੰਦੇ ਹਨ ਨਾ, ਉਹਨਾਂ ਨੂੰ ਫੇਰ ਵੀ ਸੰਸਾਰ ਫੀਲ ਹੁੰਦਾ ਹੈ ਆਪਣੇ ਤਰੀਕੇ ਨਾਲ। ਉਹ ਕੀ ਪਤਾ ਅੱਖਾਂ ਨਾਲ ਦੇਖ ਕੇ ਨਹੀਂ ਉਹ ਜਿਹੜਾ ਹਨ ਉਹ ਵਿਚਰਦੇ, ਉਹਨਾਂ ਨੂੰ ਹੋਰ ਤਰੀਕੇ ਨਾਲ ਪਰਮਾਤਮਾ ਦਿਖਾਉਂਦਾ ਹੈ। ਦੇਖੋ ਹਰ ਇੱਕ ਦਾ ਆਪਣਾ ਆਪਣਾ ਤਰੀਕਾ ਹੈ। ਪਰਮਾਤਮਾ ਹਰ ਇੱਕ ਦੇ ਅੰਦਰ ਜਿਵੇਂ ਜੋਤ ਜਗਦੀ ਹੈ ਨਾ, ਉਹ ਜੋਤ ਨੇ ਆਪਣਾ ਪ੍ਰਕਾਸ਼ ਕਰਨਾ ਹੀ ਕਰਨਾ ਹੈ। ਆਪਾਂ ਅੱਖਾਂ ਨਾਲ ਦੇਖਦੇ ਹਾਂ, ਜਿਹੜੇ ਬੰਦੇ ਕੋਲ ਨਹੀਂ ਉਹ ਹੋਰ ਤਰੀਕੇ ਨਾਲ ਦੇਖਦਾ ਹੈ, ਉਹ ਫੀਲ ਕਰ ਲੈਂਦਾ ਹੈ। ਉਹਦੇ ਅੰਦਰ ਪਰਮਾਤਮਾ ਆਪਣੇ ਆਪ ਹੀ ਜੋਤ ਜਗੀ ਹੁੰਦੀ ਹੈ, ਉਹਨੂੰ ਆਪਣੇ ਆਪ ਪਤਾ ਲੱਗ ਜਾਂਦਾ ਹੈ। ਇਸ ਕਰਕੇ ਪਰਮਾਤਮਾ ਦੀ ਜਿਹੜੀ ਹਨ ਸ੍ਰਿਸ਼ਟੀ ਦੀ ਜਿਹੜੀ ਹਨ ਕ੍ਰੀਏਸ਼ਨ ਹੈ, ਇਸ ਦਾ ਅੰਤ ਨਹੀਂ ਆਪਾਂ ਪਾ ਸਕਦੇ। ਆਪਾਂ ਆਪਣੇ ਰੂਲਸ ਰੱਖ ਕੇ ਉਸ ਕ੍ਰੀਏਸ਼ਨ ਨੂੰ ਸਮਝ ਨਹੀਂ ਸਕਦੇ, ਕਿਉਂਕਿ ਅਪਾਰ ਹੈ ਪਰਮਾਤਮਾ। ਸਤਿਗੁਰ ਸ਼ਬਦ ਕਮਾਵਨ ਕਰਹੀ। ਇਸ ਕਰਕੇ ਸਤਿਗੁਰਾਂ ਦਾ ਜਿਹੜੀ ਗੁਰਬਾਣੀ ਦਾ ਸ਼ਬਦ ਹੈ, ਗੁਰਬਾਣੀ ਹੈ, ਇਸ ਦਾ ਜਿਹੜਾ ਹੈ ਵਿਚਾਰ ਕਰਨੀ, ਇਸ ਨੂੰ
ਕਮਾਉਣਾ, ਜੋ ਗੁਰੂ ਕਹਿੰਦਾ ਉਹ ਕਰਨਾ ਚਾਹੀਦਾ ਹੈ। ਜੇ ਬੰਦਾ ਯੂਨੀਵਰਸਿਟੀ ਤੇ ਜਾ ਕੇ ਪੜ੍ਹਾਈ ਨਾ ਕਰੇ ਤਾਂ ਉਹਨੂੰ ਡਿਗਰੀ ਕਿਵੇਂ ਮਿਲੇਗੀ? ਉਹ ਜਿਹੜਾ ਹੈ ਕਿਵੇਂ ਅੱਗੇ ਜਾ ਕੇ ਡਾਕਟਰ, ਇੰਜੀਨੀਅਰ, ਅਕਾਊਂਟੈਂਟ ਬਣੇਗਾ ਜੇ ਉਹਨੇ ਜਿਹੜਾ ਪੜ੍ਹਾਈ ਨਾ ਕੀਤੀ ਹੋਵੇ? ਇਸ ਕਰਕੇ ਗੁਰੂ ਕੋਲ ਜਾ ਕੇ ਗੁਰੂ ਦੀ ਸਿੱਖਿਆ ਲੈ ਕੇ, ਪਰ ਗੁਰੂ ਕੋਲ ਇੱਕ ਵੱਧ ਗੱਲ ਇਹ ਹੁੰਦੀ ਹੈ, ਗੁਰੂ ਕਿਰਪਾ ਕਰਦਾ ਹੈ, ਗੁਰੂ ਅਬ ਜਿਹੜਾ ਹਨ ਰਹਿਮਤਾਂ ਕਰਦਾ ਹੈ। ਪੁੰਨ ਧਨ ਸੁਨ ਹੈ ਦਸਵ ਜੋ ਦਰ ਹੀ। ਫੇਰ ਕਹਿੰਦੇ ਜਦੋਂ ਅੰਤਰ ਆਤਮੇ ਧਿਆਨ ਜੋੜੇਗਾ, ਉਹਨੂੰ 10ਵੇਂ ਦੁਆਰ ਵਿੱਚ ਅਨਹਦ ਦੀਆਂ ਧੁਨਾਂ ਸੁਣਨਗੀਆਂ। ਸ੍ਰੀ ਸਤਿਗੁਰ ਇਹ ਝਗਰ ਨਿਬੇਰ। ਇਸ ਕਰਕੇ ਸਤਿਗੁਰਾਂ ਨੇ ਜਿਹੜਾ ਸੱਚਾ ਗੁਰੂ ਹੈ ਉਹ ਪਰਮਾਤਮਾ ਸਰੂਪ, ਪਰਮਾਤਮਾ ਤੋਂ ਵੱਡਾ ਗੁਰੂ ਕੌਣ ਹੋ ਜਾਏਗਾ? ਪਰਮਾਤਮਾ ਆਪ ਹੀ ਸਤਿਗੁਰੂ ਹੋ ਕੇ, ਗੁਰੂ ਨਾਨਕ ਰੂਪ ਹੋ ਕੇ ਇਹ ਉਪਦੇਸ਼ ਆਪਾਂ ਨੂੰ ਦੇ ਕੇ ਸਾਰਾ ਝਗੜਾ ਮਿਟਾਉਂਦੇ ਹਨ। ਔਰ ਨਾ ਜਾਣ ਹੈ ਕੋ ਨਾ ਹੇਰਾ। ਇਸ ਕਰਕੇ ਜਿਹੜਾ ਹਨ ਹੋਰ ਕੋਈ ਨਹੀਂ ਦੇਖਣ ਵਾਲਾ, ਜੋ ਦੇਖਣ ਵਾਲਾ, ਜੋ ਦਿਸਦਾ ਹੈ ਉਹ ਸਾਰਾ ਪਰਮਾਤਮਾ ਆਪ ਹੀ ਹੈ। ਦ੍ਰਿਸ਼ਟਾਨ ਰੂਪ ਵੀ ਉਹ ਹੈ, ਦ੍ਰਿਸ਼ਟਾ ਰੂਪ ਵੀ ਉਹ ਆਪ ਪਰਮਾਤਮਾ ਹੀ ਹੈ। ਸਭ ਇੰਦਰੀਆਂ ਖਰਿਆ ਜੋ ਕਰਹੀ। ਦੇਖੋ ਸਾਰੀਆਂ ਇੰਦਰੀਆਂ ਜਿਹੜੀਆਂ ਆਪਣੀਆਂ ਸੈਂਸਸ ਹਨ, ਜਿਹੜੀਆਂ ਕਿ ਆਪਣੀਆਂ ਜਿਹੜਾ ਗਿਆਨ ਇੰਦਰੀਆਂ ਹਨ, ਕਰਮ ਇੰਦਰੀਆਂ ਹਨ, ਇਹਨਾਂ ਨੂੰ ਜਾਣ ਪਾਉਣ ਵਾਲਾ, ਇਹਦੇ ਵਿੱਚ ਲਾਈਫ ਪਾਉਣ ਵਾਲਾ ਵੀ ਤਾਂ ਇੱਕੋ ਪਰਮਾਤਮਾ ਹੀ ਹੈ। ਪਰਮ ਜੋਤ ਕੇ ਹੋਇ ਅਨੁਸਰ ਹੀ। ਇਹ ਸਾਰੀਆਂ ਪਰਮ ਜੋਤ ਉਹ ਪਰਮਾਤਮਾ ਜਿਹੜਾ ਪਰਮ ਜੋਤ ਕਰਕੇ ਸਾਰੇ ਵਰਤ ਰਿਹਾ ਹੈ, ਉਸਦੀ ਕਿਰਪਾ ਨਾਲ ਇਹ ਹੁੰਦਾ ਹੈ। ਬੰਦਾ ਮਰਦਾ ਹੈ, ਕਿਉਂ ਮਰਦਾ ਹੈ? ਕਿਉਂਕਿ ਆਤਮਾ ਦਾ ਵਿੱਚ ਪ੍ਰਕਾਸ਼ ਬੰਦ ਹੋ ਜਾਂਦਾ ਹੈ, ਬਸ ਉਹ ਮਰ ਜਾਂਦਾ ਹੈ। ਉਹ ਕਿਹੜੇ ਕਿ ਉਮਰ ਕਰਕੇ ਮਰਿਆ ਜਾਂ ਉਹਦੇ ਕੋਈ ਟਾਈਮ ਬੰਬ ਲੱਗਿਆ ਹੋਇਆ ਸੀ, ਐਸਾ ਤਾਂ ਕੋਈ ਗੱਲ ਹੈ ਨਹੀਂ। ਜਿੱਦਨ ਪਰਮਾਤਮਾ ਨੇ ਆਪਣੀ ਆਤਮਾ ਜਿਹੜੀ ਹੈ ਖਿੱਚ ਲਈ, ਉਸੇ ਵੇਲੇ ਗਮ ਖਤਮ ਹੈ, ਫੇਰ ਬੰਦਾ ਜਿਉਂਦਾ ਨਹੀਂ ਰਹਿੰਦਾ। ਇਸ ਕਰਕੇ ਪਰਮ ਜੋਤ ਹੋਏ ਅਨੁਸਾਰੀ, ਕਹਿਣਗੇ ਇਹ ਪਰਮਾਤਮਾ ਦੀ ਜੋਤ ਦੇ ਅਨੁਸਾਰ ਹੀ ਸਾਰਾ ਸੰਸਾਰ ਚੱਲਦਾ ਹੈ। ਇਸ ਕਰਕੇ ਬੰਦੇ ਨੂੰ ਫਿਕਰ ਲੱਗਿਆ ਰਹਿੰਦਾ, ਮੈਂ ਜਿਉਂਦਾ ਹਾਂ, ਮੈਂ ਮਰ ਜਾਣਾ। ਅਸਲ ਵਿੱਚ ਜਿਉਣੇ ਤੇ ਮਰਨੇ ਵਿੱਚ ਵੀ ਕੋਈ ਫਰਕ ਨਹੀਂਗਾ, ਕਿਉਂਕਿ ਪਰਮ ਜੋਤ ਕਰਕੇ ਹਰ ਇੱਕ ਤੇ ਵਰਤ ਰਿਹਾ ਹੈ। ਆਪਾਂ ਨੂੰ ਲੱਗਦਾ ਹੈ ਕਿ ਮੈਂ ਜਿਉਂਦਾ ਰਹਾ, ਮੈਂ ਖੁਸ਼ ਹਾਂ, ਮੈਂ ਮਰ ਕੇ ਮੈਂ ਦੁਖੀ, ਆਪਾਂ ਨੂੰ ਲੱਗਦਾ ਹੀ ਹੈ ਨਾ, ਪਰ ਉਹ ਤਾਂ ਪਰਮ ਜੋਤ ਹੈ। ਉਹਦੀ ਜੋਤ ਵੱਲ ਦੇਖੀਏ ਤਾਂ ਮਰਨ ਤੇ ਜਿਹੜਾ ਜੀਵਨ ਤੇ ਮਰਨ ਵਿੱਚ ਵੀ ਕੋਈ ਫਰਕ ਨਹੀਂ ਹੈਗਾ। ਸੋ ਤੁਮ ਖੋਜੋ ਅੰਤਰ ਦੇਹੀ। ਇਸ ਕਰਕੇ ਉਸੇ ਪਰਮਾਤਮਾ ਨੂੰ ਅੰਦਰੋਂ ਹੀ ਅੰਦਰ ਖੋਜਣਾ ਕਰੋ। ਪਾਏ ਲਿਹੋਗੇ ਸੁਧ ਹੋਏ ਜਿਹੀ। ਤੇ ਪਾਏ ਲਹੋਗੇ, ਪਾ ਲਓਗੇ ਤੁਸੀਂ ਉਹ ਆਤਮਾ ਸਰੂਪ ਆਤਮਾ ਪਰਮਾਤਮਾ ਨੂੰ, ਜਦੋਂ ਇਹ ਖਬਰ ਤੁਹਾਨੂੰ ਗੁਰੂ ਦੇਗਾ। ਗੁਰੂ ਦੀ ਕਿਰਪਾ ਨਾਲ ਉਹ ਆਤਮਾ ਦੀ ਪਹਿਚਾਨ ਹੋ ਜਾਵੇਗੀ, ਰੀਅਲਾਈਜੇਸ਼ਨ ਹੋ ਜਾਏਗਾ। ਸੁਣ ਕੇ ਸੰਤ ਹਰਖ ਔਰ ਧਰ ਕੇ। ਇਹ ਸੁਣ ਕਰਕੇ ਉਹ ਸੰਤ ਲੋਕ ਬੜੇ ਖੁਸ਼ ਹੋਏ। ਹੁਣ ਬੂਝਨ ਕੇ ਬਚਨ ਉਚਰ ਕੇ। ਫਿਰ ਉਹਨਾਂ ਨੇ ਇੱਕ ਸਵਾਲ ਹੋਰ ਕੀਤਾ, ਪੁੱਛਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ, ਏਕ ਓੰਕਾਰ ਪ੍ਰਭੂ ਕਰਤਾਰਾ। ਦੇਖੋ ਏਕ ਓੰਕਾਰ ਜੋ ਪਰਮਾਤਮਾ ਜੋ ਜਿਹੜਾ ਹੈ ਬਣਾਉਂਦਾ ਹੈ, ਪਾਲਦਾ ਹੈ, ਖਤਮ ਕਰਦਾ ਹੈ, ਉਹ ਪਰਮਾਤਮਾ ਜੋ ਕ੍ਰੀਏਟਰ ਆਪ ਹੈ। ਕਿਹ ਬਿਦ ਮਿਲ ਹੈ ਜੇ ਹੋਏ ਨਿਸਤਾਰਾ। ਕਹਿਣਗੇ ਉਹ ਕਿਵੇਂ ਮਿਲੇ, ਉਹਨੂੰ ਅਸੀਂ ਕਿਵੇਂ ਮਿਲੀਏ ਜਿਹਦੇ ਕਰਕੇ ਸਾਡੀ ਮੁਕਤੀ ਹੋ ਜਾਵੇ, ਅਸੀਂ ਇਹ ਸੰਸਾਰ ਮਾਇਆ ਰੂਪੀ ਸੰਸਾਰ ਸਾਗਰ ਤੋਂ ਤਰ ਜਾਈਏ। ਕੌਣ ਜਤਨ ਸੋ ਪਾਇਆ ਜਾਈ। ਕਿਹੜਾ ਯਤਨ ਕਰੀਏ, ਕੀ ਕਰੀਏ ਆਪਣੇ ਜੀਵਨ ਵਿੱਚ ਜਿਹਦੇ ਕਰਕੇ ਪਰਮਾਤਮਾ ਪ੍ਰਾਪਤ ਹੋ ਜਾਵੇ। ਜੋ ਸੁਧ ਦੇਹੋ ਹਮਕੋ ਸਮਝਾਈ। ਜੋ ਸੁਧ, ਕਹਿਣਗੇ ਜੋ ਸੁਧ, ਜੋ ਖਬਰ ਤੁਸੀਂ ਦਿਓਗੇ ਸਾਨੂੰ ਸਮਝਾਓ, ਇਹ ਗੱਲ ਅਸੀਂ ਸਮਝਣਾ ਚਾਹੁੰਦੇ ਹਾਂ। ਸ੍ਰੀ ਨਾਨਕ ਪੁਨ ਕੀਨ ਅਲਾਵਨ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦਾ ਜਿਹੜਾ ਹੈ ਪ੍ਰਸ਼ਨ ਸੁਣ ਕੇ ਇਹ ਮਹਾਰਾਜ ਨੇ ਬਚਨ ਕੀਤੇ। ਪੂਰਨ ਕੀਨੋ ਸ਼ਬਦ ਸੁਹਾਵਨ। ਮਹਾਰਾਜ ਨੇ ਇਹ ਸ਼ਬਦ ਦਾ ਚੌਥਾ ਪਦਾ ਉਚਾਰਨ ਕਰਕੇ ਜਿਹੜਾ ਹੈ ਸਾਰੇ ਸ਼ਬਦ ਦੀ ਸਮਾਪਤੀ ਕੀਤੀ। ਸੁਰ ਨਰ ਨਾਥ ਬੇਅੰਤ ਅਜੋਨੀ, ਸਾਚੈ ਮਹਿਲ ਅਪਾਰਾ, ਨਾਨਕ ਸਹਿਜ ਮਿਲੇ ਜਗ ਜੀਵਨ, ਨਦਰ ਕਰਹੋ ਨਿਸਤਾਰਾ। ਦੋਹਰਾ ਬੇਸੁਮਾਰ ਸੁਰ ਨਰਨ ਪਤ, ਮੰਦਰ ਜਾਹੇ ਅਪਾਰ। ਦੇਖੋ ਬੇਸੁਮਾਰ, ਉਹਦਾ ਕੋਈ ਅੰਤ ਨਹੀਂ, ਉਹ ਕਿੱਡਾ ਕੁ ਵੱਡਾ ਹੈ, ਬੇਸੁਮਾਰ ਹੈ, ਉਹਦੀ ਕੋਈ ਗਿਣਤੀ ਨਹੀਂ ਕਰ ਸਕਦਾ ਕਿੰਨਾ ਕੁ ਉਹ ਕਿੱਥੇ ਤੱਕ ਹੈ। ਸੁਰ ਦੇਵਤੇ ਵੀ ਨਹੀਂ ਕਰ ਸਕੇ, ਨਾ ਰਾਜੇ ਕਰ ਸਕੇ ਹਨ, ਨਾ ਮਨੁੱਖ ਕਰ ਸਕੇ ਹਨ। ਉਹ ਪਰਮਾਤਮਾ ਦੇ ਹੀ ਮੰਦਰ ਸਾਰੇ ਪਾਸੇ ਬਣੇ ਹੋਏ ਹਨ, ਭਾਵੇਂ ਡਿਫਰੈਂਟ ਨਾਵਾਂ ਦੇ ਨਾਲ ਹੈ, ਪਰ ਹੈ ਤਾਂ ਪਰਮਾਤਮਾ ਦੇ ਹੀ ਮੰਦਰ। ਜਾਂ ਮੰਦਰ ਇਹ ਕਹਿ ਲਈਏ ਜਿੰਨੇ ਵੀ ਜੀਵ ਹਨ ਉਹ ਪਰਮਾਤਮਾ ਦੇ ਮੰਦਰ ਹੀ ਹਨ ਨਾ, ਸਾਰੇ ਅੰਦਰ, ਸਾਰਿਆਂ ਦੇ ਅੰਦਰ ਤਾਂ ਪਰਮਾਤਮਾ ਹੀ ਵਸਦਾ ਹੈ। ਸਹਿਜ ਭਾਏ ਸੋ ਮਿਲਤ ਹੈ, ਤਿਹ ਨਦਰੀ ਨਿਸਤਾਰ। ਜਿਨ੍ਹਾਂ ਨੂੰ ਗਿਆਨ ਪ੍ਰਾਪਤ ਹੁੰਦਾ ਹੈ, ਸਹਿਜ ਉਹ ਆਨੰਦ ਦੇ ਵਿੱਚ ਲੀਨ ਹੁੰਦੇ ਹਨ, ਉਹ ਪਰਮਾਤਮਾ ਦਾ ਗਿਆਨ ਦੇ ਵਿੱਚ ਉਹ ਲੀਨ ਹੁੰਦੇ ਨੇ, ਕਹਿੰਦੇ ਉਹਨਾਂ ਨੂੰ ਪਰਮਾਤਮਾ ਮਿਲਦਾ ਹੈ। ਤੇ ਇਹ ਨਦਰੀ ਨਿਸਤਾਰ, ਉਹਨਾਂ ਨੂੰ ਹੀ ਪਰਮਾਤਮਾ ਆਪਣੀ ਨਦਰ ਕਰਕੇ ਉਹਨਾਂ ਨੂੰ ਪਾਰ ਕਰ ਦਿੰਦਾ ਹੈ। ਚੌਪੇ ਸੰਤਨ ਸੁਣ ਕਰ ਬਚ ਇਸ ਭਾਂਤੀ। ਸੋ ਜੋ ਸੰਤਾਂ ਨੇ ਇਹ ਬਚਨ ਸੁਣੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗਿਆਨ ਵਾਲੇ, ਨਸਿਓ ਭਰਮ ਉਪਜੀ ਮਨ ਸ਼ਾਂਤੀ। ਬਸ ਉਹਨਾਂ ਦੇ ਅੰਦਰੋਂ ਭਰਮ ਨਸ ਗਿਆ,
ਉਹਨਾਂ ਦੇ ਅੰਦਰੋਂ ਸਾਰਾ ਜਿਹੜਾ ਭਰਮ ਸੀ ਨਾ, ਉਹ ਡਾਊਟ ਜਿਹੜਾ ਸੀ ਜਾਂ ਭਰਮ ਜਿਹੜੇ ਉਹ ਸਨ, ਉਹ ਸਾਰੇ ਹੀ ਨਿਕਲ ਗਏ। ਹਾਥ ਜੋੜ ਪਦ ਬੰਧਨ ਕਰਹੀ, ਹੱਥ ਜੋੜ ਕੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਮੱਥਾ ਟੇਕਿਆ। ਬਾਰ ਬਾਰ ਬਹੁ ਬਿਨੈ ਉਚਰਹੀ, ਬਾਰ-ਬਾਰ, ਇੱਕ ਵਾਰ ਨਹੀਂ ਕਈ ਵਾਰ ਉਹਨਾਂ ਨੇ ਬੇਨਤੀਆਂ ਕੀਤੀਆਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੱਗੇ, ਪ੍ਰਾਰਥਨਾ ਕੀਤੀ ਐਸੀ, ਤੁਮ ਪਰਮੇਸ਼ਰ ਕੋ ਅਵਤਾਰਾ, ਤੁਸੀਂ ਆਪ ਪਰਮੇਸ਼ਰ ਦੇ ਅਵਤਾਰ ਹੋ, ਤੁਸੀਂ ਆਪ ਹੀ ਪਰਮਾਤਮਾ ਦੇ ਸਰਗੁਣ ਰੂਪ ਹੋ। ਨਰਨ ਉਦਾਹਰਨ ਕੋ ਤਨ ਧਾਰਾ, ਮਹਾਰਾਜ ਤੁਸੀਂ ਆਪਣਾ ਇਹ ਸਰੀਰ ਹੈ ਪਰਮਾਤਮਾ, ਤੁਸੀਂ ਸਰੀਰ ਵਿੱਚ ਕਿਉਂ ਆਏ ਹੋ? ਸਾਡੇ ਵਰਗੇ ਨਰਾਂ ਜੀਵਾਂ ਦਾ ਉਧਾਰ ਕਰਨ ਵਾਸਤੇ। ਹਮ ਕੋ ਦੂਜੀ ਨਾਹੀ ਥਾਉ, ਸਾਨੂੰ ਹੋਰ ਕੋਈ ਦੂਜਾ ਥਾਂ ਹੈ ਨਹੀਂ ਜਾਣ ਵਾਸਤੇ ਤੁਹਾਤੋਂ ਬਗੈਰ। ਕਰਹੋ ਮੁਕਤ ਦੇ ਆਪਣਾ ਨਾਮ, ਆਪਣਾ ਨਾਮ ਦੇ ਕੇ ਸਾਡੀ ਮੁਕਤੀ ਕਰੋ ਸਤਿਗੁਰੂ ਜੀ। ਬਹੁਤ ਦਿਨ ਹਮ ਭਰਮਤ ਜਗ ਫਿਰੇ, ਬਹੁਤ ਦਿਨ ਹੋ ਗਏ, ਬਹੁਤ ਜਨਮਾਂ ਦੇ ਵਿੱਚ ਅਸੀਂ ਭੜਕ ਚੁੱਕੇ ਹਾਂ ਪਾਤਸ਼ਾਹ ਜੀ, ਹੁਣ ਤਾਂ ਮੁਕਤ ਕਰ ਲਓ ਆਪਣੀ ਚਰਨੀ ਲਾ ਕੇ। ਅਬ ਨਿਸ਼ਚੈ ਕਰ ਤੁਮ ਗੁਰ ਕਰੇ, ਹਾਂ, ਸਾਨੂੰ ਅੱਜ ਨਿਸ਼ਚਾ ਹੋ ਗਿਆ, ਸਾਨੂੰ ਅੱਜ ਫੇਤ ਇਹ ਹੋ ਗਿਆ ਕਿ ਤੁਸੀਂ ਹੋ ਗੁਰੂ ਹੋ ਸਾਡੇ, ਤੁਸੀਂ ਗੁਰੂ ਹੋ ਤੇ ਅਸੀਂ ਤੁਹਾਡੇ ਜਿਹੜੇ ਹਨ ਸਿੱਖ ਹਾਂ। ਸਰਨ ਪਰੇ ਕੀ ਰੱਖੋ ਸੁਆਮੀ, ਹੇ ਸੁਆਮੀ, ਸ਼ਰਨ ਪਿਆਂ ਦੀ ਜਿਹੜੀ ਹਨ ਆਪ ਜੀ ਰੱਖਿਆ ਕਰ ਲੋ, ਇੱਜ਼ਤ ਰੱਖ ਲੋ ਸਾਡੀ, ਆਪ ਜੀ ਸ਼ਰਨ ਵਿੱਚ ਆ ਗਏ ਹਾਂ। ਹਮ ਸਦੀਵ ਤੁਮਰੇ ਅਨੁਗਾਮੀ, ਅਸੀਂ ਹਮੇਸ਼ਾ ਹੀ ਤੁਹਾਡੇ ਜਿਹੜੇ ਹਾਂ ਅਨਸਾਰੀ ਹਾਂ, ਜੋ ਤੁਸੀਂ ਕਹੋਗੇ ਅਸੀਂ ਕਰੂੰਗੇ। ਦੋਹਰਾ ਸ੍ਰੀ ਨਾਨਕ ਤਿਨ ਪ੍ਰਤ ਕਹਿਓ, ਧਰ ਸਰਦਾ ਦਿਨ ਰੈਨ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗਿਆਨ ਉਪਦੇਸ਼ ਦੇਣ ਤੋਂ ਬਾਅਦ ਕਿਰਪਾ ਕੀਤੀ। ਹੁਣ ਮਹਾਰਾਜ ਕਿਰਪਾ ਦੇ ਘਰ ਵਿੱਚ ਆਈ, ਇਸ ਕਰਕੇ ਤਾਂ ਗੁਰਪ੍ਰਸਾਦ ਹੈ ਨਾ, ਗੁਰੂ ਦੀ ਕਿਰਪਾ ਸਦਕਾ ਹੀ ਮੁਕਤ ਹੋਣਾ ਹੈ। ਉਹ ਮਹਾਰਾਜ ਜੀ ਹੁਣ ਕਰਨ ਲੱਗੇ ਨੇ। ਮਹਾਰਾਜ ਕਹਿੰਦੇ ਧਰ ਸ਼ਰਧਾ ਦਿਨ ਰਹਿਣ, ਸ਼ਰਧਾ ਧਰੋ ਦਿਨ ਤੇ ਰਾਤ, ਇਹ ਸ਼ਰਧਾ ਆਪਣੇ ਹਿਰਦੇ ਵਿੱਚ ਧਾਰਨ ਕਰੋ। ਵਾਹਿਗੁਰੂ ਸਿਮਰਨ ਕਰੋ ਹੋਵਹੁ ਮੁਖ ਸੁਖੈਨ, ਵਾਹਿਗੁਰੂ ਦਾ ਸਿਮਰਨ ਕਰੋ, ਵਾਹਿਗੁਰੂ ਦੇ ਨਾਮ ਨੂੰ ਬਾਰੰਬਾਰ ਜਪਣਾ ਕਰੋ, ਹੋਵੋ ਮੋਖ ਸੁਖੈਨ, ਸੌਖਿਓ ਤੁਹਾਡੀ ਮੁਕਤੀ ਹੋ ਜਾਏਗੀ। ਇਹ ਹੁੰਦੀ ਆ ਕਿਰਪਾ। ਦੇਤਾ ਸਤਿਗੁਰਾਂ ਨੇ ਸਭ ਤੋਂ ਪ੍ਰੈਸ਼ਸ ਨਾਮ ਜਿਹੜਾ ਹੈ, ਉਹ ਜਿਹੜਾ ਹੈ ਜੀਵਨ ਨੂੰ ਮੁਕਤ ਕਰਨ ਵਾਲਾ। ਚੌਪੇ ਇਸ ਪ੍ਰਕਾਰ ਤਿਨ ਦੇ ਉਪਦੇਸਾ, ਦੇਖੋ ਮਹਾਰਾਜ ਨੇ ਉਪਦੇਸ਼ ਦੇ ਕੇ ਸਮਝਾਇਆ, ਫਿਰ ਮਹਾਰਾਜ ਨੇ ਉਹ ਪਾਸਵਰਡ ਵੀ ਦੇ ਦਿੱਤੀ ਮੁਕਤੀ ਵਾਲੀ, ਜਿਹਨੂੰ ਵਾਹਿਗੁਰੂ ਕਹਿੰਦੇ ਹਾਂ। ਦੇਖੋ ਮਹਾਰਾਜ ਗਿਆਨ ਵੀ ਦਿੰਦੇ ਨੇ ਤੇ ਮਹਾਰਾਜ ਪਾਸਵਰਡ ਵੀ ਦੇ ਦਿੰਦੇ ਹਨ, ਜਿਹੜਾ ਸਭ ਕੁਝ ਸੋਲਵ ਕਰਨ ਵਾਲੀ ਹੈ। ਤੂੰ ਵਾਹਿਗੁਰੂ ਦਾ ਨਾਮ ਜਪ ਲੋ। ਇਸ ਪ੍ਰਕਾਰ ਤਿਨ ਦੇ ਉਪਦੇਸਾ, ਇਸ ਪ੍ਰਕਾਰ ਕਰਕੇ ਉਪਦੇਸ਼ ਦੇ ਕੇ ਸਤਿਗੁਰਾਂ ਨੇ ਤੀਨ ਗਮਨ ਅੱਗੇ ਜਗਤੇਸਾ, ਮਹਾਰਾਜ ਜਗਤ ਦੇ ਸਵਾਮੀ ਹੁਣ ਅੱਗੇ ਚੱਲੇ ਹਨ। ਤਿਨ ਸੰਤਨ ਕਰ ਹਿਰਦੇ ਉਮੰਗਾ, ਸੋ ਉਹ ਸੰਤਾਂ ਨੇ ਬੜਾ ਚਾਅ ਕੀਤਾ ਸਤਿਗੁਰਾਂ ਦਾ, ਬੜਾ ਉਹਨਾਂ ਨੇ ਜਿਹੜਾ ਹੈ ਮਹਾਰਾਜ ਨੂੰ ਬੜਾ ਜਿਹੜਾ ਹੈ ਉਹਨਾਂ ਨੇ ਮਹਾਰਾਜ ਦੇ ਨਾਲ ਚੱਲਣ ਵਾਸਤੇ, ਮਹਾਰਾਜ ਨੂੰ ਮਹਾਰਾਜ ਦੇ ਨਾਲ ਰਹਿਣ ਵਾਸਤੇ ਉਹਨਾਂ ਨੇ ਇੱਛਾ ਕੀਤੀ। ਸ੍ਰੀ ਸਤਿਗੁਰ ਕੇ ਗਮਨੇ ਸੰਗਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਹੀ ਤੁਰ ਪਏ, ਸਾਰੀ ਮੰਡਲੀ ਸੰਤਾਂ ਦੀ ਨਾਲ ਹੀ ਚਲੇ ਗਏ। ਕਹਿੰਦੇ ਮਹਾਰਾਜ ਜਿੱਥੇ ਤੁਸੀਂ ਜਾਓਗੇ ਉੱਥੇ ਅਸੀਂ ਜਾਣਾ ਹੈ। ਮਾਰਗ ਵਿਖੈ ਜਾਤ ਗੁਣ ਖਾਨੀ, ਮਾਰਗ ਉੱਤੇ ਰਸਤੇ ਉੱਤੇ ਗੁਨਾਹ ਦੀ ਖਾਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਚੱਲ ਪਏ ਹਨ। ਕਹਿਣ ਲਗੇ ਮੁਝ ਸੋ ਅਸਬਾਨੀ, ਉਸ ਵੇਲੇ ਭਾਈ ਬਾਲਾ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮੈਨੂੰ ਇਹ ਗੱਲ ਕਹੀ, ਲਾਲੋ ਹੈ ਬਹੁ ਮੀਤ ਹਮਾਰਾ, ਕਹਿੰਦੇ ਭਾਈ ਜਿਹੜਾ ਲਾਲੋ ਹੈ ਨਾ, ਜਿਹਨੂੰ ਭਾਈ ਲਾਲੋ ਆਪਾਂ ਕਹਿੰਦੇ ਹਾਂ, ਕਹਿੰਦੇ ਲਾਲੋ ਜਿਹੜਾ ਹੈ ਉਹ ਮੇਰਾ ਮਿੱਤਰ ਹੈ, ਮੇਰਾ ਫਰੈਂਡ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਚਲੋ ਮਿਲੇ ਅਬ ਤਾਹੇ ਸੰਘਾਰਾ, ਕਹਿੰਦੇ ਚਲੋ ਆਪਾਂ ਭਾਈ ਲਾਲੋ ਨੂੰ ਜਾ ਕੇ ਮਿਲੀਏ, ਕਿਉਂਕਿ ਮੇਰਾ ਉਹ ਮਿੱਤਰ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਚਲੋ ਉਹਨੂੰ ਆਪਾਂ ਹੁਣ ਮਿਲ ਕੇ ਜਾਣਾ ਹੈ। ਬਹੁਤ ਦਿਵਸ ਬੀਤੇ ਤਹ ਦੇਖੇ, ਕਹਿਣਗੇ ਬਹੁਤ ਦਿਨ ਬੀਤ ਗਏ, ਉਹਨੂੰ ਦੇਖਿਆ ਕਿੰਨਾ ਚਿਰ ਹੋ ਗਿਆ, ਅਸੀਂ ਮਿਲੇ ਨਹੀਂ ਲਾਲੋ ਨੂੰ। ਨਗਰ ਏਮਨਾਬਾਦ ਵਿਸੇਖੇ, ਸੋ ਨਗਰ ਏਮਨਾਬਾਦ, ਸੋ ਏਮਨਾਬਾਦ ਨੂੰ ਜਾਣਾ ਕੀਤਾ, ਉੱਥੇ ਜੋ ਵੱਡਾ ਸ਼ਹਿਰ ਹੈ। ਕਹਿ ਬਚ ਗਮਨਤ ਗੁਰੂ ਅਗਾਰੇ, ਇਹ ਕਹਿ ਕਰਕੇ ਸਤਿਗੁਰੂ ਜੀ ਅੱਗੇ ਅੱਗੇ ਤੁਰਦੇ ਗਏ। ਹਮ ਫਕੀਰ ਸਭ ਚਲਹਿ ਪਿਛਾਰੇ, ਭਾਈ ਬਾਲਾ ਜੀ ਕਹਿੰਦਾ ਮੈਂ ਭਾਈ ਮਰਦਾਨਾ, ਜਿਹੜੇ ਬਾਕੀ ਦੇ ਜਿਹੜੇ ਫਕੀਰ ਸਨ ਉਹ ਸਾਰੇ ਪਿੱਛੇ ਪਿੱਛੇ ਚੱਲਦੇ ਆਏ। ਮੰਦ ਮੰਦ ਗਤ ਸੁੰਦਰ ਭਾਰੀ, ਹੌਲੀ ਹੌਲੀ ਮਹਾਰਾਜ ਜੀ ਚੱਲ ਰਹੇ ਹਨ। ਬੜੀ ਸੁੰਦਰ ਚਾਲ ਹੈ ਸਤਿਗੁਰਾਂ ਦੀ। ਬਿਗਸਤ ਬੋਲਤ ਕਰਤ ਵਿਚਾਰੇ, ਰਸਤੇ ਵਿੱਚ ਵੀ ਹੱਸਦਿਆਂ ਉਪਦੇਸ਼ ਦਿੰਦਿਆਂ ਗੱਲਬਾਤ ਕਰਦਿਆਂ ਹੀ ਸਾਰਾ ਰਸਤਾ ਜਿਹੜਾ ਹੈ ਜਾਣਾ ਕੀਤਾ। ਬਿਨ ਸ਼ਰਮ ਸਰਬ ਪੰਧ ਕੋ ਛੋਰੀ, ਜਿਹੜਾ ਹਨ ਵਿਚਾਰ ਕਰਦਿਆਂ ਕਰਦਿਆਂ ਪਤਾ ਹੀ ਨਹੀਂ ਲੱਗਿਆ ਰਸਤੇ ਦਾ, ਕਿਦੋਂ ਰਸਤਾ ਮੁੱਕ ਗਿਆ, ਸਾਰਾ ਪੰਧ ਜਿਹੜਾ ਪਿੱਛੇ ਰਹਿ ਗਿਆ। ਦੀਨਾ ਨਾਥ ਗਏ ਤੇ ਠੌਰੇ, ਉਸ ਸਥਾਨ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਪਹੁੰਚੇ। ਨਗਰ ਏਮਨਾਬਾਦ ਪਹੁੰਚੇ, ਜਿਹਨੂੰ ਏਮਨਾਬਾਦ ਕਹਿੰਦੇ ਹਾਂ, ਉਸ ਨਗਰ ਦੇ ਵਿੱਚ ਸਤਿਗੁਰੂ ਜੀ ਪਹੁੰਚ ਗਏ। ਬੈਠੇ ਵਹਿਰ ਸਥਲ ਪਿਖ ਉੱਚੇ, ਮਹਾਰਾਜ ਏਮਨਾਬਾਦ ਤੋਂ ਥੋੜਾ ਜਿਹਾ ਬਾਹਰ ਸਤਿਗੁਰਾਂ ਜੀ ਨੇ ਬੈਠਣਾ ਕੀਤਾ। ਚੌਹਦਿਸ ਸੋਹਤ ਭਏ ਫਕੀਰਾ, ਚਾਰੇ ਪਾਸੇ ਜਿਹੜੇ ਹਨ ਫਕੀਰ ਲੋਕ ਸਤਿਗੁਰਾਂ ਨੂੰ ਘੇਰਾ ਪਾ ਕੇ ਬੈਠੇ ਹਨ, ਜੋ ਨਾਲ ਆਏ ਸਨ। ਵਿੱਚ ਬਿਰਾਜ ਹੈ ਗੁਣੀ ਗਹੀਰਾ, ਮਹਾਰਾਜ ਵਿਚਾਲੇ ਬੈਠੇ ਹਨ, ਸੰਤ ਮੰਡਲੀ ਮਹਾਰਾਜ ਦੇ ਆਲੇ ਦੁਆਲੇ ਬੈਠੀ ਹੈ, ਬੜੀ ਸੁੰਦਰ ਲੱਗਦਾ ਹੈ। ਰੋੜਨ ਕੋ ਚੌਤਰਾ ਬਣਾਇਓ, ਉਹ ਰੋੜਨ ਕੋ ਰੋੜਿਆਂ ਦੀ, ਰੋੜੇ ਜਿਹੜੇ
ਹਨ ਇਕੱਠੇ ਕਰਕੇ, ਉੱਥੇ ਜਿਹੜੇ ਸਟੋਨ ਸਨ ਉਹਨਾਂ ਨੂੰ ਇਕੱਠਾ ਕਰਕੇ ਇੱਕ ਥਾਂ ਬਣਾਇਆ ਹੋਇਆ ਸੀ ਸੁੱਕਾ। ਸੋ ਉਹਦੇ ਉੱਤੇ ਸਤਿਗੁਰੂ ਜੀ ਬੈਠੇ ਸਨ। ਉੱਪਰ ਬੈਠ ਗਇਓ ਸੁਖਦਾਇਓ। ਉਸ ਪੱਥਰਾਂ ਵਾਲੇ ਥਾਂ ਉੱਤੇ ਸਤਿਗੁਰਾਂ ਨੇ ਬੈਠਣਾ ਕੀਤਾ ਜੋ ਸਾਰਿਆਂ ਨੂੰ ਸੁੱਖ ਦੇਣ ਵਾਲੇ ਹਨ। ਅਬ ਲੋ ਰੋੜੀ ਨਾਮ ਕਹਾਵਹਿ। ਉਹ ਜਿਹੜਾ ਹਨ ਉੱਥੇ ਹੁਣ ਵੀ ਹਜੇ ਤੱਕ ਗੁਰਦੁਆਰਾ ਹੈ ਮਹਾਰਾਜ ਦੀ ਯਾਦ ਵਿੱਚ ਬਣਿਆ ਹੋਇਆ, ਜਿਹਨੂੰ ਰੋੜੀ ਸਾਹਿਬ ਕਹਿੰਦੇ ਹਾਂ, ਜੋ ਅੱਜ ਕੱਲ ਪਾਕਿਸਤਾਨ ਦੇ ਵਿੱਚ ਹੈ, ਅਹਿਮਦਾਬਾਦ ਵਿੱਚ। ਮਨ ਬਾਂਛਤ ਦਰਸ਼ਨ ਫਲ ਪਾਵਹਿ। ਦੇਖੋ ਮਨ ਬਾਂਛਤ ਦਰਸ਼ਨ ਪਾਵੈ, ਕਹਿਣ ਲੱਗੇ ਉਹ ਅਸਥਾਨ ਦੇ ਜੋ ਰੋੜੀ ਸਾਹਿਬ ਹੈ ਉਹ ਅੱਜ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਯਾਦ ਨੂੰ ਤਾਜ਼ਾ ਕਰਦਾ ਹੈ। ਜੋ ਵੀ ਕੋਈ ਉੱਥੇ ਜਾਂਦਾ ਹੈ ਉਹਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਹਨ। ਐਸਾ ਫਲ ਉੱਥੇ ਪ੍ਰਾਪਤ ਹੁੰਦਾ ਹੈ ਕਿਉਂਕਿ ਉਹ ਚਰਨ ਛੋਹ ਧਰਤੀ ਹੈ ਜਿਹਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਨਿਵਾਜਿਆ ਹੈ। ਸੋ ਧਰਤੀ ਤੇ ਵੀ ਜਾ ਕੇ ਕਾਮਨਾ ਪੂਰੀ ਹੁੰਦੀ ਹੈ। ਹੁਣ ਉਹ ਅਸਥਾਨ ਜਿੱਥੇ ਸਤਿਗੁਰਾਂ ਦੇ ਇੱਕ ਵਾਰੀ ਚਰਨ ਲੱਗ ਜਾਣ ਉਹ ਵੀ ਧਰਤੀ ਤਾਰਨ ਯੋਗ ਹੋ ਜਾਂਦੀ ਹੈ। ਜੇ ਜਿਹਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਪ੍ਰਾਪਤ ਹੋ ਜਾਣ ਉਹਨਾਂ ਨੂੰ ਤਾਂ ਸਭ ਕੁਝ ਹੀ ਮਿਲ ਜਾਂਦਾ ਹੈ ਨਾ। ਐਸੀ ਸਤਿਗੁਰੂ ਦੀ ਕਿਰਪਾ ਹੈ, ਅੱਜ ਤੱਕ ਵੀ ਵਰਤ ਰਹੀ ਹੈ। ਕਵੀ ਸੰਤੋਖ ਸਿੰਘ ਜੀ ਇੱਥੇ ਸਮਾਪਤੀ ਕਰਦੇ ਹਨ। ਰੋੜਨ ਕੋ ਚੌਤਰਾ ਬਣਾਇਓ, ਉੱਪਰ ਬੈਠ ਗਇਓ ਸੁਖਦਾਇਓ। ਅਬ ਲੋ ਰੋੜੀ ਨਾਮ ਕਹਾਵਹਿ, ਮਨ ਬਾਂਛਤ ਦਰਸ਼ਨ ਫਲ ਪਾਵਹਿ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਤੇ ਸੰਤਨ ਚਰਚਾ ਏਮਨਾਬਾਦ ਪਹੁੰਚਨ ਪ੍ਰਸੰਗ ਵਰਣਨ ਨਾਮ 26ਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।